ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਲਿਓ ਟੋਲਸਟਾਏ ਦੀਆਂ ਕੁਝ ਕਹਾਣੀਆਂ ਸਾਂਝਾ ਕਰਾਂਗੀ ਜੋ ਸਾਹਿਤ ਦੇ ਪ੍ਰੇਮੀਆਂ ਲਈ ਬਹੁਤ ਹੀ ਮਹੱਤਵਪੂਰਨ ਹਨ। ਕਾਊਂਟ ਲਿਓ ਟੋਲਸਟਾਏ ਇੱਕ ਮਹਾਨ ਤੇ ਜਗਤ ਪ੍ਰਸਿੱਧ ਸਾਹਿਤਕਾਰ ਹੋਇਆ ਹੈ। ਇਸ ਦਾ ਜਨਮ 1828 ਵਿੱਚ ਹੋਇਆ ਤੇ ਇਹ 82 ਸਾਲ ਦੀ ਲੰਮੀ ਉਮਰ ਭੋਗ ਕੇ 1910 ਵਿੱਚ ਚਲਾਣਾ ਕਰ ਗਿਆ। ਟੋਲਸਟਾਏ ਇੱਕ ਅਮੀਰ ਜ਼ਿਮੀਂਦਾਰ ਸਰਦਾਰ ਸੀ, ਪਰ ਉਹਨੇ ਇੱਕ ਸੱਚੇ ਈਸਾਈ ਹੋਣ ਦੇ ਨਾਤੇ ਆਪਣਾ ਧਰਮ ਸਮਝਿਆ ਕਿ ਉਹ ਆਪਣੀ ਦੌਲਤ ਗਰੀਬ ਗੁਰਬਿਆਂ ਵਿੱਚ ਵੰਡ ਕੇ ਸਧਾਰਨ ਤੇ ਸਾਦਾ ਜੀਵਨ ਬਸਰ ਕਰੇ। ਉਹ ਆਪਣੀ ਜ਼ਮੀਨ ਦੀ ਆਪ ਹੀ ਵਾਹੀ ਕਰਦਾ ਸੀ ਤੇ ਵਿਹਲੇ ਸਮੇਂ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੀ ਸੇਵਾ ਕਰਦਾ ਸੀ। ਉਹ ਆਪਣੀ ਪੁਸਤਕ ਜੰਗ ਤੇ ਸ਼ਾਂਤੀ ਤੇ ਹੋਰ ਛੋਟੀਆਂ ਕਹਾਣੀਆਂ ਕਰਕੇ ਬੜਾ ਪ੍ਰਸਿੱਧ ਹੈ। ਟੋਲਸਟਾਏ ਦੀਆਂ ਪੁਸਤਕਾਂ ਅੱਜ ਤੋਂ 100 ਸਾਲ ਪਹਿਲਾਂ ਦੇ ਰੂਸੀ ਕਿਸਾਨ ਦੇ ਜੀਵਨ ਦੀ ਇੱਕ ਜਿਉਂਦੀ ਜਾਗਦੀ ਤਸਵੀਰ ਹਨ। ਟੋਲਸਟਾਏ ਦੀਆਂ ਕਹਾਣੀਆਂ ਨਿਰਾ ਦਿਲ ਪਰਚਾਵੇ ਦਾ ਸਾਧਨ ਨਹੀਂ, ਬਲਕਿ ਉਹ ਮਨੁੱਖੀ ਸੂਝ ਸਿਆਣਪ ਦਾ ਇੱਕ ਭਰਪੂਰ ਖਜ਼ਾਨਾ ਹਨ। ਟੋਲਸਟਾਏ ਦੀ ਲਿਖਤ ਪਿਆਜ਼ ਤੋਂ ਛਿਲਕੇ ਉਤਾਰਨ ਵਾਂਗ ਹੈ। ਜਿੰਨੀ ਦੇਰ ਤੱਕ ਮਨੁੱਖੀ ਆਤਮਾ ਦੀ ਸਤ੍ਹਾ ਨਜ਼ਰ ਨਹੀਂ ਆਉਂਦੀ, ਉਨੀ ਦੇਰ ਤੱਕ ਪਰਤ ਦਰ ਪਰਤ ਮਨੁੱਖੀ ਮਨ ਦੀਆਂ ਪਰਤਾਂ ਖੁੱਲ੍ਹਦੀਆਂ ਨਜ਼ਰ ਆਉਂਦੀਆਂ ਹਨ। ਉਸਨੇ ਹਰ ਕਿਰਦਾਰ ਨੂੰ ਭਾਵਨਾਵਾਂ ਨਾਲ ਭਰਿਆ ਸਾਡੇ ਸਾਹਮਣੇ ਬੜੇ ਹੀ ਸਾਦਾ ਅੰਦਾਜ਼ ਵਿੱਚ ਵਿਚਰਦਾ ਹੈ ਤੇ ਉਹਦੀ ਸ਼ਬਦਾਵਲੀ ਸ਼ੀਸ਼ੇ ਦੀ ਤਰ੍ਹਾਂ ਹੈ ਤੇ ਅਸੀਂ ਆਪਣੇ ਆਪ ਨੂੰ ਕਈ ਕਿਰਦਾਰਾਂ ਵਰਗੇ ਮਹਿਸੂਸ ਕਰਦੇ ਹਾਂ। ਅਸੀਂ ਆਪਣੀ ਗੱਲਬਾਤ ਸ਼ੁਰੂ ਕਰਾਂਗੇ ਟੋਲਸਟਾਏ ਦੇ 3 ਪ੍ਰਸ਼ਨਾਂ ਦੇ ਨਾਲ। ਇੱਕ ਵਾਰੀ ਇੱਕ ਰਾਜੇ ਨੂੰ ਖਿਆਲ ਆਇਆ ਕਿ ਜੇ ਉਹਨੂੰ ਕਿਸੇ ਕੰਮ ਸ਼ੁਰੂ ਕਰਨ ਦੇ ਯੋਗ ਸਮੇਂ ਬਾਰੇ ਸਲਾਹ ਲੈਣ ਲਈ ਯੋਗ ਮਨੁੱਖ ਤੇ ਕੰਮਾਂ ਵਿੱਚੋਂ ਸਭ ਤੋਂ ਜ਼ਰੂਰੀ ਕੰਮ ਦੇ ਕਾਰਨ ਬਾਰੇ ਪਤਾ ਲੱਗ ਜਾਏ ਤਾਂ ਉਹ ਹਰ ਕੰਮ ਵਿੱਚ ਸਫਲਤਾ ਪ੍ਰਾਪਤ ਕਰੇਗਾ। ਇਸ ਲਈ ਉਹਨੇ ਆਪਣੇ ਸਾਰੇ ਰਾਜ ਵਿੱਚ ਖਬਰ ਫੈਲਾ ਦਿੱਤੀ ਕਿ ਜੇ ਕੋਈ ਉਹਨੂੰ ਇਹਨਾਂ 3 ਸਵਾਲਾਂ ਦਾ ਠੀਕ ਉੱਤਰ ਦੱਸ ਸਕੇ ਤਾਂ ਉਹਨੂੰ ਬੜਾ ਇਨਾਮ ਇਕਰਾਮ ਦਿੱਤਾ ਜਾਏਗਾ। ਇਹ ਸੁਣ ਕੇ ਦੂਰੋਂ ਨੇੜਿਓਂ ਬੜੇ ਸਿਆਣੇ ਤੇ ਸੂਝ-ਬੂਝ ਰੱਖਣ ਵਾਲੇ ਮਨੁੱਖ ਉਹਦੇ ਰਾਜ ਦਰਬਾਰ ਵਿੱਚ ਆਉਂਦੇ ਰਹੇ ਅਤੇ ਆਪੋ ਆਪਣੀ ਸਮਝ ਅਨੁਸਾਰ ਇਹਨਾਂ ਸਾਰੇ ਸਵਾਲਾਂ ਦਾ ਉੱਤਰ ਦੱਸਦੇ ਰਹੇ, ਪਰ ਰਾਜੇ ਨੂੰ ਕਿਸੇ ਦੇ ਉੱਤਰ ਨਾਲ ਵੀ ਤਸੱਲੀ ਨਾ ਹੋਈ ਤੇ ਉਹ ਕਿਸੇ ਨੂੰ ਵੀ ਇਨਾਮ ਦੇ ਯੋਗ ਨਾ ਸਮਝਿਆ। ਪਰ ਰਾਜਾ ਇਸ ਗੱਲ 'ਤੇ ਤੁਲਿਆ ਹੋਇਆ ਸੀ ਕਿ ਉਹ ਜ਼ਰੂਰ ਇਹਨਾਂ ਸਵਾਲਾਂ ਦਾ ਹੱਲ ਲੱਭ ਕੇ ਹੀ ਛੱਡੇਗਾ। ਉਹਨੂੰ ਕਿਸੇ ਨੇ ਦੱਸਿਆ ਕਿ ਸ਼ਹਿਰੋਂ ਦੂਰ ਇੱਕ ਮਹਾਤਮਾ ਰਹਿੰਦਾ ਹੈ ਜੋ ਆਪਣੀ ਸਮਝ ਸਿਆਣਪ ਲਈ ਬੜਾ ਪ੍ਰਸਿੱਧ ਹੈ। ਰਾਜੇ ਨੇ ਉਸ ਮਹਾਤਮਾ ਪਾਸ ਜਾ ਕੇ ਆਪਣੇ ਸਵਾਲਾਂ ਦਾ ਉੱਤਰ ਪੁੱਛਣ ਦਾ ਫੈਸਲਾ ਕੀਤਾ। ਮਹਾਤਮਾ ਜੰਗਲ ਦੀ ਇੱਕ ਕੁਟੀਆ ਵਿੱਚ ਰਹਿੰਦਾ ਸੀ ਤੇ ਉੱਥੋਂ ਕਦੀ ਕਿਤੇ ਬਾਹਰ ਨਹੀਂ ਸੀ ਜਾਂਦਾ ਤੇ ਨਾ ਹੀ ਸਧਾਰਨ ਆਦਮੀਆਂ ਤੋਂ ਸਿਵਾ ਕਿਸੇ ਨੂੰ ਮਿਲਦਾ ਸੀ। ਇਸ ਲਈ ਰਾਜਾ ਸਧਾਰਨ ਮਨੁੱਖ ਦਾ ਰੂਪ ਧਾਰ ਕੇ ਉਸ ਜੰਗਲ ਵੱਲ ਤੁਰ ਪਿਆ ਜਿੱਥੇ ਮਹਾਤਮਾ ਰਹਿੰਦਾ ਸੀ। ਕੁਟੀਆ ਤੋਂ ਕੁਝ ਦੂਰ ਹੀ ਰਾਜਾ ਆਪਣੇ ਘੋੜੇ ਤੋਂ ਉਤਰਿਆ ਤੇ ਉਹਨੂੰ ਆਪਣੇ ਅੰਗ ਰੱਖਿਅਕ ਦੇ ਹਵਾਲੇ ਕਰਕੇ ਇਕੱਲਾ ਹੀ ਕੁਟੀਆ ਵੱਲ ਤੁਰ ਪਿਆ। ਮਹਾਤਮਾ ਕੁਟੀਆਂ ਦੇ ਬਾਹਰ ਫੁੱਲ ਲਾਉਣ ਲਈ ਜ਼ਮੀਨ ਪੁੱਟ ਰਿਹਾ ਸੀ। ਮਹਾਤਮਾ ਨੇ ਰਾਜੇ ਨੂੰ ਜੀ ਆਇਆਂ ਨੂੰ ਕਿਹਾ ਤੇ ਫਿਰ ਜ਼ਮੀਨ ਪੁੱਟਣ ਵਿੱਚ ਮਸਤ ਹੋ ਗਿਆ। ਮਹਾਤਮਾ ਸਰੀਰ ਦਾ ਬੜਾ ਦੁਬਲਾ ਪਤਲਾ ਸੀ। ਉਹ ਜ਼ਮੀਨ ਪੁੱਟਦਿਆਂ ਪਲ ਪਿੱਛੋਂ ਹਫ ਜਾਂਦਾ ਸੀ ਤੇ ਸਾਹ ਲੈਣ ਲਈ ਖੜੋ ਜਾਂਦਾ ਸੀ। ਰਾਜਾ ਉਸਦੇ ਪਾਸ ਜਾ ਕੇ ਕਹਿਣ ਲੱਗਾ, ਮੈਂ ਤੁਹਾਡੇ ਪਾਸ 3 ਪ੍ਰਸ਼ਨਾਂ ਦਾ ਉੱਤਰ ਲੈਣ ਲਈ ਆਇਆ ਹਾਂ। ਪਹਿਲਾ ਇਹ ਹੈ ਕਿ ਮੈਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਮੈਂ ਕਿਹੜਾ ਕੰਮ ਕਿਸ ਸਮੇਂ ਕਰਾਂ ਤਾਂ ਜੋ ਮੈਂ ਉਸ ਕੰਮ ਵਿੱਚ ਸਫਲ ਹੋਵਾਂ। ਦੂਜੇ, ਮਨੁੱਖਾਂ ਵਿੱਚੋਂ ਕਿਹੜਾ ਮਨੁੱਖ ਸਭ ਤੋਂ ਜ਼ਿਆਦਾ ਮੇਰੇ ਧਿਆਨ ਦੇਣ ਯੋਗ ਹੈ ਤੇ ਤੀਜਾ, ਕੰਮਾਂ ਵਿੱਚੋਂ ਕਿਹੜਾ ਕੰਮ ਹੈ ਜਿਸ ਵੱਲ ਮੈਂ ਸਭ ਤੋਂ ਪਹਿਲਾਂ ਧਿਆਨ ਦਿਆਂ। ਮਹਾਤਮਾ ਨੇ ਰਾਜੇ ਦੀ ਗੱਲ ਧਿਆਨ ਨਾਲ ਸੁਣੀ, ਪਰ ਉੱਤਰ ਕੁਝ ਨਾ ਦਿੱਤਾ ਤੇ ਪਹਿਲਾਂ ਵਾਂਗ ਹੀ ਜ਼ਮੀਨ ਪੁੱਟਣ ਲੱਗ ਪਿਆ। ਰਾਜੇ ਨੇ ਕਿਹਾ, ਤੁਸੀਂ ਥੱਕ ਗਏ ਲੱਗਦੇ ਹੋ, ਮੈਨੂੰ ਬੇਲਚਾ ਦਿਓ, ਲਿਆਓ, ਮੈਂ ਜ਼ਮੀਨ ਪੁੱਟ ਦਿੰਦਾ ਹਾਂ। ਮਹਾਤਮਾ ਨੇ ਰਾਜੇ ਦਾ ਧੰਨਵਾਦ ਕੀਤਾ, ਬੇਲਚਾ ਉਹਦੇ ਹੱਥ ਪਕੜਾ ਦਿੱਤਾ ਤੇ ਸਾਹ ਲੈਣ ਲਈ ਇੱਕ ਪਾਸੇ ਬੈਠ ਗਿਆ। ਜਦ ਰਾਜੇ ਨੇ 2 ਕਿਆਰੀਆਂ ਪੁੱਟ ਲਈਆਂ ਤਾਂ ਉਹ ਰੁਕ ਗਿਆ ਤੇ ਉਹਨੇ ਫਕੀਰ ਨੂੰ ਆਪਣੇ 3 ਸਵਾਲ ਦੁਹਰਾਏ। ਮਹਾਤਮਾ ਨੇ ਫਿਰ ਵੀ ਕੋਈ ਉੱਤਰ ਨਾ ਦਿੱਤਾ ਤੇ ਬੇਲਚੇ ਨੂੰ ਰਾਜੇ ਪਾਸੋਂ ਮੰਗਦਿਆਂ ਹੋਇਆਂ ਕਹਿਣ ਲੱਗਾ, ਤੂੰ ਹੁਣ ਆਰਾਮ ਕਰ ਤੇ ਮੈਨੂੰ ਜ਼ਮੀਨ ਥੋੜ੍ਹਾ ਚਿਰ ਹੋਰ ਪੁੱਟ ਲੈਣ ਦੇ। ਪਰ ਰਾਜੇ ਨੇ ਮਹਾਤਮਾ ਨੂੰ ਬੇਲਚਾ ਨਾ ਦਿੱਤਾ ਤੇ ਆਪ ਹੀ ਜ਼ਮੀਨ ਪੁੱਟਦਾ ਰਿਹਾ। ਤਰਕਾਲਾਂ ਪੈਣ 'ਤੇ ਰਾਜਾ ਨੇ ਬੇਲਚਾ ਇੱਕ ਪਾਸੇ ਰੱਖ ਦਿੱਤਾ ਤੇ ਮਹਾਤਮਾ ਨੂੰ ਕਿਹਾ, ਮੈਂ ਤੁਹਾਥੋਂ ਕੁਝ ਸਵਾਲਾਂ ਦਾ ਉੱਤਰ ਲੈਣ ਲਈ ਆਇਆ। ਜੇ ਤੁਸੀਂ ਉੱਤਰ ਨਹੀਂ ਦੇ ਸਕਦੇ ਤਾਂ ਵੀ ਦੱਸ ਦਿਓ, ਕਮ ਅਜ਼ ਕਮ ਮੈਂ ਘਰ ਨੂੰ ਮੁੜਨ ਵਾਲਾ ਤਾਂ ਬਣਾ। ਫਕੀਰ ਨੇ ਕਿਹਾ, ਉਹ ਵੇਖ, ਇੱਧਰ ਕੋਈ ਦੌੜਿਆ ਆ ਰਿਹਾ ਏ, ਦੇਖੀਏ ਤਾਂ ਸਹੀ ਕੌਣ ਹੈ। ਰਾਜੇ ਨੇ ਪਿਛਾਂਹ ਵੱਲ ਝਾਤੀ ਮਾਰੀ ਤਾਂ ਉਹਨੇ ਵੇਖਿਆ ਕਿ ਜੰਗਲ ਵੱਲੋਂ ਕੋਈ ਮਨੁੱਖ ਕੁਟੀਆ ਵੱਲ ਦੌੜਿਆ ਆ ਰਿਹਾ ਸੀ ਤੇ ਆਪਣੇ ਹੱਥਾਂ ਨਾਲ ਆਪਣਾ ਪੇਟ
ਘੁੱਟ ਕੇ ਫੜਿਆ ਹੋਇਆ ਸੀ, ਜਿਸ ਵਿੱਚੋਂ ਤ੍ਰਿਪ ਲਹੂ ਵਗ ਰਿਹਾ ਸੀ। ਉਹ ਕੋਲ ਆਉਂਦਿਆਂ ਹੀ ਪੀੜ ਨਾਲ ਕੁਰਲਾਉਂਦਿਆਂ ਧੜਮ ਕਰਦਾ ਥੱਲੇ ਡਿੱਗ ਪਿਆ। ਦੋਹਾਂ ਨੇ ਉਹਦੇ ਪੇਟ ਤੋਂ ਕੱਪੜਾ ਚੁੱਕਿਆ ਤਾਂ ਪਤਾ ਲੱਗਾ ਕਿ ਲਹੂ ਇੱਕ ਡੂੰਘੇ ਜ਼ਖਮ ਵਿੱਚੋਂ ਵਗ ਰਿਹਾ ਹੈ। ਰਾਜੇ ਨੇ ਜ਼ਖਮ ਨੂੰ ਧੋਤਾ ਤੇ ਆਪਣੇ ਰੁਮਾਲ ਨਾਲ ਪੱਟੀ ਬੰਨੀ, ਪਰ ਲਹੂ ਵਗਣੋਂ ਨਾ ਰੁਕਿਆ। ਰਾਜਾ ਘੜੀ ਮੁੜੀ ਪੱਟੀ ਬਦਲਦਾ ਗਿਆ ਜਦ ਤੱਕ ਲਹੂ ਵਗਣੋਂ ਬੰਦ ਨਾ ਹੋਇਆ। ਹੁਣ ਉਸ ਜ਼ਖਮੀ ਨੂੰ ਕੁਛ ਹੋਸ਼ ਆਈ। ਉਹਨੇ ਪੀਣ ਲਈ ਪਾਣੀ ਮੰਗਿਆ, ਜੋ ਰਾਜੇ ਨੇ ਚੱਬਦੇ ਹੀ ਉਹਨੂੰ ਲਿਆ ਦਿੱਤਾ। ਹੁਣ ਸੂਰਜ ਡੁੱਬ ਚੁੱਕਾ ਸੀ ਤੇ ਕੁਝ ਠੰਡਕ ਹੋ ਗਈ ਸੀ। ਰਾਜਾ ਮਹਾਤਮਾ ਦੀ ਸਹਾਇਤਾ ਨਾਲ ਜ਼ਖਮੀ ਨੂੰ ਝੌਂਪੜੀ ਅੰਦਰ ਲੈ ਗਿਆ ਤੇ ਬਿਸਤਰੇ 'ਤੇ ਲਿਟਾ ਦਿੱਤਾ, ਜਿੱਥੇ ਉਹ ਆਰਾਮ ਨਾਲ ਸੌਂ ਗਿਆ। ਰਾਜਾ ਦਿਨ ਦੇ ਸਫ਼ਰ, ਜ਼ਮੀਨ ਦੀ ਪੁਟਾਈ ਤੇ ਜ਼ਖਮੀ ਦੀ ਤੀਮਾਰਦਾਰੀ ਕਰਨ ਕਰਕੇ ਇਤਨਾ ਥੱਕ ਟੁੱਟ ਗਿਆ ਸੀ ਕਿ ਉਹਨੂੰ ਦਲੀਜ਼ 'ਤੇ ਬੈਠੇ ਬੈਠੇ ਨੂੰ ਹੀ ਨੀਂਦ ਆ ਗਈ। ਜਦੋਂ ਸਵੇਰੇ ਉਹਦੀ ਅੱਖ ਖੁੱਲ੍ਹੀ ਤਾਂ ਬੜੀ ਮੁਸ਼ਕਲ ਨਾਲ ਉਹਨੂੰ ਯਾਦ ਆਇਆ ਕਿ ਉਹ ਕਿੱਥੇ ਹੈ ਤੇ ਮੰਜੇ 'ਤੇ ਪਿਆ ਜ਼ਖਮੀ, ਜੋ ਉਹਦੇ ਵੱਲ ਬੜੀਆਂ ਧੰਨਵਾਦਪੂਰਨ ਅੱਖਾਂ ਨਾਲ ਵੇਖ ਰਿਹਾ ਸੀ, ਕੌਣ ਹੈ? ਜ਼ਖਮੀ ਕਹਿਣ ਲੱਗਾ, ਮੈਂ ਤੁਹਾਨੂੰ ਬੜੀ ਖੇਚਲ ਦਿੱਤੀ ਏ, ਤੁਹਾਤੋਂ ਇਸ ਦੀ ਮੈਂ ਖਿਮਾ ਮੰਗਦਾ ਹਾਂ। ਰਾਜੇ ਨੇ ਕਿਹਾ, ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ ਤੇ ਨਾ ਹੀ ਇਸ ਵਿੱਚ ਖਿਮਾ ਵਾਲੀ ਕੋਈ ਗੱਲ ਏ। ਉਹ ਕਹਿਣ ਲੱਗਾ, ਤੁਸੀਂ ਮੈਨੂੰ ਨਹੀਂ ਜਾਣਦੇ, ਪਰ ਮੈਂ ਤੁਹਾਨੂੰ ਜਾਣਦਾ ਹਾਂ। ਤੁਸੀਂ ਮੇਰੇ ਭਰਾ ਨੂੰ ਮੌਤ ਦੀ ਸਜ਼ਾ ਦਿੱਤੀ ਸੀ ਤੇ ਉਹਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਸੀ। ਮੈਂ ਪੱਕਾ ਕੀਤਾ ਹੋਇਆ ਸੀ ਕਿ ਤੁਹਾਥੋਂ ਇਸ ਗੱਲ ਦਾ ਬਦਲਾ ਲੈ ਕੇ ਹੀ ਛੱਡਾਂਗਾ। ਮੈਨੂੰ ਪਤਾ ਸੀ ਕਿ ਤੁਸੀਂ ਇਕੱਲਿਆਂ ਮਹਾਤਮਾ ਨੂੰ ਮਿਲਣ ਲਈ ਜਾ ਰਹੇ ਹੋ। ਮੈਂ ਤੁਹਾਨੂੰ ਮੁੜਦੀ ਵਾਰੀ ਕਤਲ ਕਰਨਾ ਚਾਹੁੰਦਾ ਸਾਂ, ਪਰ ਮੈਂ ਉਡੀਕਦਾ ਹੀ ਰਿਹਾ ਤੇ ਤੁਸੀਂ ਉਸ ਦਿਨ ਵਾਪਸ ਨਾ ਮੁੜੇ। ਸੋ ਮੈਂ ਨਿਰਾਸ਼ ਹੋ ਕੇ ਆਪਣੀ ਲੁਕਵੀਂ ਥਾਂ ਤੋਂ ਨਿਕਲ ਕੇ ਇੱਥੇ ਆਇਆ। ਰਾਹ ਵਿੱਚ ਮੈਂ ਤੁਹਾਡੇ ਅੰਗ ਰੱਖਿਅਕਾਂ ਦੇ ਕਾਬੂ ਆ ਗਿਆ। ਉਹਨਾਂ ਨੇ ਮੈਨੂੰ ਪਛਾਣ ਲਿਆ ਤੇ ਮੇਰੇ 'ਤੇ ਤਲਵਾਰ ਨਾਲ ਵਾਰ ਕਰ ਦਿੱਤਾ, ਪਰ ਮੈਂ ਉਹਨਾਂ ਦੇ ਹੱਥੋਂ ਬਚ ਕੇ ਨਿਕਲ ਗਿਆ। ਜੇ ਤੁਸੀਂ ਮੇਰੀ ਮਲਮ ਪੱਟੀ ਨਾ ਕਰਦੇ ਤਾਂ ਮੇਰਾ ਬਚਣਾ ਅਸੰਭਵ ਸੀ। ਮੈਂ ਤੁਹਾਨੂੰ ਜਾਨੋਂ ਮਾਰਨਾ ਚਾਹੁੰਦਾ ਸਾਂ, ਪਰ ਤੁਸੀਂ ਮੇਰੀ ਜਾਨ ਬਚਾਈ। ਮੈਂ ਤੁਹਾਡਾ ਧੰਨਵਾਦ ਕਿਵੇਂ ਕਰ ਸਕਦਾ ਹਾਂ? ਜੇ ਮੈਂ ਜਿਉਂਦਾ ਰਿਹਾ ਤਾਂ ਨਾ ਕੇਵਲ ਮੈਂ ਤੁਹਾਡਾ ਵਫਾਦਾਰ ਸੇਵਕ ਬਣ ਕੇ ਸਾਰੀ ਉਮਰ ਤੁਹਾਡੀ ਸੇਵਾ ਕਰਦਾ ਰਹਾਂਗਾ, ਬਲਕਿ ਆਪਣੇ ਪੁੱਤਰ ਪੋਤਰਿਆਂ ਨੂੰ ਵੀ ਤੁਹਾਡੀ ਸੇਵਾ ਕਰਨ ਲਈ ਹਦਾਇਤ ਕਰਾਂਗਾ। ਤੁਸੀਂ ਮੇਰੀ ਭੁੱਲ ਖਿਮਾ ਕਰ ਦਿਓ। ਰਾਜਾ ਆਪਣੇ ਪੁਰਾਣੇ ਵੈਰੀ ਨਾਲ ਸੁਲ੍ਹਾ ਕਰਕੇ ਤੇ ਉਹਨੂੰ ਆਪਣਾ ਮਿੱਤਰ ਬਣਾ ਕੇ ਬਹੁਤ ਖੁਸ਼ ਹੋਇਆ। ਉਹਨੇ ਨਾ ਕੇਵਲ ਜ਼ਖਮੀ ਨੂੰ ਖਿਮਾ ਕਰ ਦਿੱਤਾ, ਬਲਕਿ ਉਹਨੂੰ ਯਕੀਨ ਦਿਵਾਇਆ ਕਿ ਉਹਦੇ ਇਲਾਜ ਲਈ ਸ਼ਾਹੀ ਹਕੀਮ ਤੇ ਸੇਵਕ ਭੇਜੇਗਾ ਤੇ ਉਹਦੀ ਜਾਇਦਾਦ ਵੀ ਵਾਪਸ ਕਰਨ ਦਾ ਹੁਕਮ ਦੇ ਦੇਵੇਗਾ। ਜ਼ਖਮੀ ਕੋਲੋਂ ਵਿਦਾ ਹੋ ਕੇ ਰਾਜਾ ਬਾਹਰ ਵਿਹੜੇ ਵਿੱਚ ਆਇਆ। ਉਹ ਮਹੱਲ ਨੂੰ ਮੁੜਨ ਤੋਂ ਪਹਿਲਾਂ ਮਹਾਤਮਾ ਕੋਲੋਂ ਆਪਣੇ 3 ਸਵਾਲਾਂ ਦਾ ਜਵਾਬ ਵੀ ਲੈਣਾ ਚਾਹੁੰਦਾ ਸੀ। ਉਸ ਵੇਲੇ ਮਹਾਤਮਾ ਪਿਛਲੇ ਦਿਨ ਦੀਆਂ ਪੁੱਟੀਆਂ ਕਿਆਰੀਆਂ ਵਿੱਚ ਫੁੱਲ ਲਾ ਰਿਹਾ ਸੀ। ਰਾਜੇ ਨੇ ਉਹਨੂੰ ਕਿਹਾ, ਮੈਂ ਆਖਰੀ ਵਾਰ ਤੁਹਾਥੋਂ ਆਪਣੇ ਕੱਲ੍ਹ ਵਾਲੇ ਪ੍ਰਸ਼ਨਾਂ ਦਾ ਉੱਤਰ ਪੁੱਛਣ ਲਈ ਹਾਜ਼ਰ ਹੋਇਆ ਹਾਂ। ਮਹਾਤਮਾ ਨੇ ਕਿਹਾ, ਤੇਰੇ 3 ਸਵਾਲਾਂ ਦਾ ਉੱਤਰ ਤੈਨੂੰ ਮਿਲ ਤਾਂ ਗਿਆ ਹੈ? ਰਾਜੇ ਨੇ ਹੈਰਾਨ ਹੋ ਕੇ ਕਿਹਾ, ਉਹ ਕਿਵੇਂ? ਮਹਾਤਮਾ ਨੇ ਉੱਤਰ ਦਿੱਤਾ, ਜੇ ਤੂੰ ਕੱਲ੍ਹ ਮੇਰੀ ਕਮਜ਼ੋਰੀ 'ਤੇ ਤਰਸ ਕਰਕੇ ਕਿਆਰੀਆਂ ਪੁੱਟਣ ਵਿੱਚ ਮੇਰੀ ਸਹਾਇਤਾ ਨਾ ਕਰਦਾ ਤੇ ਕੱਲ੍ਹ ਹੀ ਵਾਪਸ ਮੁੜ ਜਾਂਦਾ ਤਾਂ ਉਸ ਕਾਤਲ ਨੇ ਤੇਰੇ 'ਤੇ ਹਮਲਾ ਕਰ ਦੇਣਾ ਸੀ ਤੇ ਤੈਨੂੰ ਅਫਸੋਸ ਹੋਣਾ ਸੀ ਕਿ ਤੂੰ ਮੇਰੇ ਪਾਸ ਕਿਉਂ ਨਾ ਠਹਿਰ ਗਿਆ। ਸੋ ਸਭ ਤੋਂ ਯੋਗ ਸਮਾਂ ਉਹ ਸੀ ਜਦ ਤੂੰ ਕਿਆਰੀਆਂ ਪੁੱਟ ਰਿਹਾ ਸਾਂ। ਉਸ ਵਕਤ ਮੈਂ ਹੀ ਸਭ ਤੋਂ ਯੋਗ ਮਨੁੱਖ ਸਾਂ ਤੇ ਮੇਰੀ ਸਹਾਇਤਾ ਕਰਨੀ ਤੇਰਾ ਸਭ ਤੋਂ ਜ਼ਰੂਰੀ ਕੰਮ ਸੀ। ਬਾਅਦ ਵਿੱਚ ਜਦ ਜ਼ਖਮੀ ਕੁਟੀਆ ਵੱਲ ਦੌੜਿਆ ਆ ਰਿਹਾ ਸੀ ਤਾਂ ਸਭ ਤੋਂ ਜ਼ਰੂਰੀ ਸਮਾਂ ਉਹ ਸੀ ਜਦ ਤੂੰ ਉਹਦੀ ਤੀਮਾਰਦਾਰੀ ਕਰ ਰਿਹਾ ਸਾਂ, ਕਿਉਂਕਿ ਜੇ ਤੂੰ ਉਹਦੀ ਮਲਮ ਪੱਟੀ ਨਾ ਕਰਦਾ ਤਾਂ ਉਹ ਵਿਚਾਰਾ ਤੇਰੇ ਨਾਲ ਸੁਲ੍ਹਾ ਕਰਨ ਤੋਂ ਬਿਨਾਂ ਹੀ ਮਰ ਜਾਂਦਾ। ਤਾਂ ਸੋ ਉਸ ਦੀ ਤੀਮਾਰਦਾਰੀ ਕਰਨੀ ਸਭ ਤੋਂ ਮਹੱਤਵਪੂਰਨ ਕੰਮ ਸੀ। ਸੋ ਯਾਦ ਰੱਖੋ ਕਿ ਇੱਕੋ ਇੱਕ ਸਮਾਂ ਹੁੰਦਾ ਹੈ ਜੋ ਸਭ ਤੋਂ ਵੱਧ ਮਹੱਤਤਾ ਰੱਖਦਾ ਹੈ ਤੇ ਉਹ ਹੈ ਹੁਣ, ਕਿਉਂਕਿ ਸਭ ਸਮਿਆਂ 'ਚੋਂ ਇਹ ਇੱਕ ਐਸਾ ਸਮਾਂ ਹੁੰਦਾ ਹੈ ਜੋ ਸਾਡੇ ਵੱਸ ਵਿੱਚ ਹੁੰਦਾ ਹੈ। ਸਭ ਤੋਂ ਮਹੱਤਵਪੂਰਨ ਮਨੁੱਖ ਉਹ ਹੈ ਜੋ ਉਸ ਸਮੇਂ ਸਾਡੇ ਲਾਗੇ ਹੋਵੇ। ਸਭ ਤੋਂ ਵੱਡਾ ਕੰਮ ਉਸ ਮਨੁੱਖ ਦਾ ਭਲਾ ਕਰਨਾ ਹੈ, ਕਿਉਂਕਿ ਇਸੇ ਲਈ ਹੀ ਮਨੁੱਖ ਨੂੰ ਰੱਬ ਨੇ ਦੁਨੀਆ ਵਿੱਚ ਭੇਜਿਆ ਹੈ। ਆਓ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਅਸੀਂ ਲੀਓ ਟਾਲਸਟਾਏ ਦੀਆਂ ਸੁਣਦੇ ਹਾਂ। ਕਿਸਾਨ ਤੇ ਸ਼ੈਤਾਨ। ਇੱਕ ਗਰੀਬ ਕਿਸਾਨ ਸੀ। ਇੱਕ ਦਿਨ ਉਹ ਸਵੇਰ ਆਪਣੀਆਂ ਪੈਲੀਆਂ ਵਿੱਚ ਹਲ ਵਾਹੁਣ ਲਈ ਗਿਆ। ਉਹ ਸਵੇਰ ਦੇ ਨਾਸ਼ਤੇ ਲਈ ਇੱਕ ਸੁੱਕੀ ਰਾਤ ਦੀ ਬੇਹੀ ਰੋਟੀ ਨਾਲ ਹੀ ਲੈ ਗਿਆ। ਪੈਲੀਆਂ ਵਿੱਚ ਪਹੁੰਚ ਕੇ ਉਹਨੇ ਆਪਣੀ ਰੋਟੀ ਨੂੰ ਲਾਗੇ ਹੀ ਇੱਕ ਝਾੜੀ ਥੱਲੇ ਰੱਖ ਕੇ ਆਪਣੇ ਕੋਟ ਨਾਲ ਢੱਕ ਦਿੱਤਾ ਤੇ ਹਲ ਵਾਹੁਣ ਵਿੱਚ ਰੁੱਝ ਗਿਆ। ਕੁਝ ਚਿਰ ਪਿੱਛੋਂ ਜਦ ਉਹਨੇ ਮਹਿਸੂਸ ਕੀਤਾ ਕਿ ਉਹਦਾ ਘੋੜਾ ਥੱਕ ਗਿਆ ਹੈ ਤਾਂ ਉਹਨੂੰ ਆਪਣੇ ਆਪ ਨੂੰ ਵੀ ਭੁੱਖ ਲੱਗ ਗਈ ਹੈ, ਤਾਂ ਉਹਨੇ ਘੋੜੇ ਨੂੰ ਚਰਨ ਲਈ ਖੁੱਲ੍ਹਿਆ ਛੱਡ ਦਿੱਤਾ ਤੇ ਨਾਸ਼ਤਾ ਕਰਨ ਲਈ ਉਸ ਝਾੜੀ ਵੱਲ ਗਿਆ ਜਿੱਥੇ ਉਹਨੇ ਆਪਣੇ ਕੋਟ ਦੇ ਥੱਲੇ ਰੋਟੀ ਲੁਕਾ ਕੇ ਰੱਖੀ ਹੋਈ ਸੀ। ਜਦ ਉਹਨੇ ਕੋਟ ਚੁੱਕਿਆ ਤਾਂ ਉਸ ਥੱਲੇ ਕੁਝ ਵੀ ਨਹੀਂ ਸੀ। ਉਹਨੇ ਇੱਧਰ ਉੱਧਰ ਵੇਖਿਆ ਤੇ ਫਿਰ ਕੋਟ ਨੂੰ ਝਾੜਿਆ, ਪਰ ਉਹਨੂੰ ਆਪਣੀ ਰੋਟੀ ਕਿਤੇ ਨਾ ਲੱਭੀ।
ਉਹ ਹੈਰਾਨ ਹੋ ਕੇ ਸੋਚਣ ਲੱਗਾ, ਮੈਂ ਤਾਂ ਇੱਥੇ ਕਿਸੇ ਨੂੰ ਵੀ ਆਉਂਦਿਆਂ ਨਹੀਂ ਵੇਖਿਆ। ਬੜੀ ਹੈਰਾਨੀ ਦੀ ਗੱਲ ਹੈ ਕਿ ਰੋਟੀ ਗਈ ਕਿੱਥੇ। ਦਰਅਸਲ ਇਹ ਸਭ ਇੱਕ ਛਲੇਡੇ ਦੀ ਕਾਰਸਤਾਨੀ ਸੀ, ਜੋ ਕਿਸਾਨ ਦੀ ਅੱਖ ਬਚਾ ਕੇ ਉਹਦੀ ਰੋਟੀ ਚੋਰੀ ਕਰਕੇ ਲੈ ਗਿਆ ਸੀ ਤੇ ਝਾੜੀ ਦੇ ਇੱਕ ਪਾਸੇ ਲੁਕ ਕੇ ਬੈਠਾ ਬੜੇ ਧਿਆਨ ਨਾਲ ਕੰਨ ਲਾ ਕੇ ਇਸ ਸੁਣਨ ਦੀ ਉਡੀਕ ਵਿੱਚ ਸੀ, ਕਿਸਾਨ ਹੁਣ ਜ਼ਰੂਰ ਗੁੱਸੇ ਵਿੱਚ ਆ ਕੇ ਚੋਰ ਨੂੰ ਸ਼ੈਤਾਨ ਦਾ ਨਾਂ ਲੈ ਕੇ ਬੁਰਾ ਭਲਾ ਕਹੇਗਾ। ਭੁੱਖਾ ਕਿਸਾਨ ਆਪਣੀ ਰੋਟੀ ਗਵਾ ਕੇ ਬੜਾ ਦੁਖੀ ਹੋਇਆ, ਪਰ ਫਿਰ ਕੁਝ ਸੋਚ ਕੇ ਕਹਿਣ ਲੱਗਾ, ਚਲੋ ਜੇ ਇੱਕ ਦਿਨ ਰੋਟੀ ਨਾ ਖਾਧੀ ਤਾਂ ਮੈਂ ਭੁੱਖਾ ਤਾਂ ਨਹੀਂ ਮਰ ਚੱਲਿਆ। ਜਿਹਨੇ ਮੇਰੀ ਰੋਟੀ ਖਾਧੀ ਏ ਉਹ ਜ਼ਰੂਰ ਭੁੱਖਾ ਹੋਣਾ ਹੈ, ਚੰਗਾ ਵਿਚਾਰੇ ਦਾ ਭਲਾ ਹੀ ਹੋਏ। ਇਹ ਕਹਿ ਕੇ ਉਹ ਖੂਹ ਵੱਲ ਗਿਆ ਤੇ 2 ਘੁੱਟ ਪਾਣੀ ਪੀ ਕੇ ਡੰਗ ਟਪਾ ਲਿਆ ਤੇ ਫਿਰ ਘੋੜੇ ਨੂੰ ਜੋਤ ਕੇ ਹਲ ਵਾਹੁਣ ਲੱਗ ਪਿਆ। ਛਲੇਡਾ ਬੜਾ ਨਿਰਾਸ਼ ਸੀ, ਕਿਉਂਕਿ ਉਹ ਕਿਸਾਨ ਦੇ ਮੂੰਹੋਂ ਬੁਰੇ ਸ਼ਬਦ ਕਢਾਉਣ ਵਿੱਚ ਸਫਲ ਨਹੀਂ ਸੀ ਹੋਇਆ। ਉਹ ਨਿੰਮੋ ਝੂਨਾ ਹੋਇਆ ਸਿੱਧਾ ਨਰਕ ਵਿੱਚ ਆਪਣੇ ਮਾਲਕ ਸ਼ੈਤਾਨ ਪਾਸ ਆਪਣੀ ਅਸਫਲਤਾ ਦੀ ਖਬਰ ਦੱਸਣ ਲਈ ਗਿਆ। ਉਹਨੇ ਸ਼ੈਤਾਨ ਨੂੰ ਦੱਸਿਆ ਕਿ ਉਹਨੇ ਕਿਸਾਨ ਦੀ ਰੋਟੀ ਚੁਰਾ ਕੇ ਉਹਨੂੰ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮੂੰਹੋਂ ਕੁਝ ਬੁਰਾ ਭਲਾ ਕਹੇ, ਪਰ ਫਿਰ ਵੀ ਕਿਸਾਨ ਨੇ ਰੋਟੀ ਚੁਰਾਉਣ ਵਾਲੇ ਦਾ ਭਲਾ ਹੀ ਚਿਤਵਿਆ। ਇਹ ਸੁਣ ਕੇ ਸ਼ੈਤਾਨ ਨੂੰ ਛਲੇਡੇ 'ਤੇ ਸਖਤ ਗੁੱਸਾ ਆਇਆ ਤੇ ਉਹ ਕਹਿਣ ਲੱਗਾ, ਇਸ ਵਿੱਚ ਸਾਰਾ ਕਸੂਰ ਤੇਰਾ ਹੈ। ਤੂੰ ਬਿਲਕੁਲ ਨਿਕੰਮਾ ਅਤੇ ਨਲਾਇਕ ਹੈ, ਤੈਨੂੰ ਆਪਣੇ ਕੰਮ ਦੀ ਜ਼ਰਾ ਵੀ ਸਮਝ ਨਹੀਂ। ਜੇ ਸਭ ਜਣੇ ਦੂਜਿਆਂ ਦਾ ਭਲਾ ਹੀ ਸੋਚਦੇ ਰਹੇ ਤਾਂ ਸਾਡਾ ਪੱਠਾ ਬੈਠ ਗਿਆ ਸਮਝੋ। ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਚੱਲ ਹੁਣ ਮੁੜਦੇ ਪੈਰੀਂ ਵਾਪਸ ਜਾ ਤੇ ਵਿਗੜੇ ਮਾਮਲੇ ਨੂੰ ਠੀਕ ਕਰ। ਮੈਂ ਤੈਨੂੰ 3 ਸਾਲਾਂ ਦੀ ਮੋਹਲਤ ਦਿੰਦਾ ਹਾਂ। ਜੇ ਤੂੰ ਇਸ ਸਮੇਂ ਵਿੱਚ ਕਿਸਾਨ ਨੂੰ ਕਾਬੂ ਨਾ ਕਰ ਸਕਿਆ ਤਾਂ ਮੈਂ ਤੈਨੂੰ ਅੰਮ੍ਰਿਤ ਸਰੋਵਰ ਵਿੱਚ ਗੋਤੇ ਦੇ ਕੇ ਤੈਨੂੰ ਭ੍ਰਿਸ਼ਟ ਕਰਾਂਗਾ। ਇਹ ਸੁਣ ਕੇ ਛਲੇਡਾ ਬੜਾ ਘਬਰਾਇਆ। ਉਹ ਸਿੱਧਾ ਧਰਤੀ 'ਤੇ ਪਹੁੰਚਿਆ। ਉਹਨੇ ਬੜਾ ਸੋਚਿਆ ਕਿ ਉਹ ਆਪਣੀਆਂ ਅਸਫਲਤਾ ਨੂੰ ਸਫਲਤਾ ਵਿੱਚ ਕਿਵੇਂ ਬਦਲੇ। ਸੋਚ ਕੇ ਆਖਰ ਉਹਨੂੰ ਇੱਕ ਬੜੀ ਸ਼ਾਨਦਾਰ ਵਿਉਂਤ ਸੁੱਝੀ। ਉਹ ਕਿਸਾਨ ਦਾ ਭੇਸ ਧਾਰ ਕੇ ਉਸੇ ਗਰੀਬ ਕਿਸਾਨ ਪਾਸ ਗਿਆ ਜਿਸ ਵੱਲੋਂ ਉਹਨੂੰ ਅਸਫਲਤਾ ਦਾ ਮੂੰਹ ਦੇਖਣਾ ਪਿਆ ਸੀ। ਛਲੇਡੇ ਨੇ ਪਹਿਲੇ ਸਾਲ ਉਹਨੂੰ ਸਲਾਹ ਦਿੱਤੀ ਕਿ ਉਹ ਕਿਵੇਂ ਕਿਸੇ ਨੀਵੀਂ ਤੇ ਸਿੱਲੀ ਥਾਂ ਨੂੰ ਵਾਹ ਕੇ ਉੱਥੇ ਕਣਕ ਬੀਜ ਦੇਵੇ। ਕਿਸਾਨ ਨੇ ਛਲੇਡੇ ਦੀ ਸਲਾਹ ਅਨੁਸਾਰ ਹੀ ਬਿਜਾਈ ਕਰ ਦਿੱਤੀ। ਉਸ ਸਾਲ ਸਖਤ ਸੋਕਾ ਪਿਆ ਤੇ ਮੀਂਹ ਦਾ ਇੱਕ ਤੁਬਕਾ ਵੀ ਨਾ ਪਿਆ। ਸੋਕੇ ਕਾਰਨ ਬਾਕੀ ਸਭ ਕਿਸਾਨਾਂ ਦੀਆਂ ਫਸਲਾਂ ਸੜ ਗਈਆਂ, ਪਰ ਗਰੀਬ ਕਿਸਾਨ ਦੀ ਕਣਕ ਬੜੀ ਸੰਘਣੀ ਤੇ ਦਾਣੇ ਨਾਲ ਭਰੀ ਹੋਈ ਉੱਗੀ। ਉਹਦੀਆਂ ਪੈਲੀਆਂ ਵਿੱਚ ਜਿੰਨੀ ਕਣਕ ਪੈਦਾ ਹੋਈ ਉਹ ਨਾ ਕੇਵਲ ਉਹਦੇ ਆਪਣੇ ਲਈ ਸਾਲ ਭਰ ਲਈ ਕਾਫੀ ਸੀ, ਬਲਕਿ ਬਹੁਤ ਸਾਰੀ ਵਾਧੂ ਵੀ ਬਚ ਗਈ। ਅਗਲੇ ਸਾਲ ਛਲੇਡੇ ਨੇ ਕਿਸਾਨ ਨੂੰ ਪਹਾੜੀ ਲਾਗੇ ਉੱਚੀ ਥਾਂ 'ਤੇ ਬਿਜਾਈ ਕਰਨ ਦੀ ਸਲਾਹ ਦਿੱਤੀ। ਸਬੱਬ ਨਾਲ ਉਸ ਸਾਲ ਬੜੀਆਂ ਬਾਰਿਸ਼ਾਂ ਹੋਈਆਂ, ਜਿਸ ਨਾਲ ਬਾਕੀ ਸਭ ਦੀਆਂ ਫਸਲਾਂ ਲੰਮੀਆਂ ਪੈ ਗਈਆਂ ਤੇ ਦਾਣਾ ਬੜਾ ਘੱਟ ਪਿਆ। ਪਰ ਕਿਸਾਨ ਦੀ ਫਸਲ ਉੱਚੀ ਥਾਂ ਹੋਣ ਕਰਕੇ ਇਤਨੀ ਜ਼ਿਆਦਾ ਹੋਈ ਕਿ ਉਹਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਉਹ ਵਾਧੂ ਕਣਕ ਨੂੰ ਕਿਵੇਂ ਵਰਤੇ। ਛਲੇਡੇ ਨੇ ਕਿਸਾਨ ਨੂੰ ਫਿਰ ਇਸ ਔਕੜ ਵਿੱਚੋਂ ਕੱਢਿਆ ਤੇ ਦੱਸਿਆ ਕਿ ਇਸ ਵਾਧੂ ਕਣਕ ਤੋਂ ਕਿਵੇਂ ਸ਼ਰਾਬ ਤਿਆਰ ਹੋ ਸਕਦੀ ਹੈ। ਉਹਦੀ ਸਲਾਹ 'ਤੇ ਚੱਲ ਕੇ ਕਿਸਾਨ ਨੇ ਵਾਧੂ ਕਣਕ ਤੋਂ ਸ਼ਰਾਬ ਤਿਆਰ ਕਰ ਲਈ ਤੇ ਨਾ ਕੇਵਲ ਆਪ ਹੀ ਪੀਣ ਲੱਗ ਪਿਆ, ਬਲਕਿ ਆਪਣੇ ਮਿੱਤਰਾਂ ਨੂੰ ਵੀ ਪਿਆਉਣ ਲੱਗ ਪਿਆ। ਛਲੇਡਾ ਆਪਣੀ ਸਫਲਤਾ 'ਤੇ ਬੜਾ ਖੁਸ਼ ਹੋਇਆ ਤੇ ਸਿੱਧਾ ਆਪਣੇ ਮਾਲਕ ਸ਼ੈਤਾਨ ਨੂੰ ਇਸ ਬਾਰੇ ਦੱਸਣ ਲਈ ਗਿਆ। ਸ਼ੈਤਾਨ ਨੇ ਅੱਗੋਂ ਕਿਹਾ, ਜਦ ਤੱਕ ਮੈਂ ਆਪਣੀ ਅੱਖੀਂ ਸਭ ਕੁਝ ਨਾ ਵੇਖ ਲਵਾਂ ਮੈਨੂੰ ਯਕੀਨ ਨਹੀਂ ਆਉਣਾ। ਚੱਲ ਵੇਖਾ ਤਾਂ ਸਹੀ, ਤੂੰ ਕੀ ਮਾਰਕਾ ਮਾਰਿਆ ਏ। ਸ਼ੈਤਾਨ ਸਿੱਧਾ ਕਿਸਾਨ ਦੇ ਘਰ ਪਹੁੰਚਿਆ। ਉੱਥੇ ਕਿਸਾਨ ਨੇ ਆਪਣੇ ਸਾਰੇ ਦੋਸਤ ਮਿੱਤਰ ਸੱਦੇ ਹੋਏ ਸਨ ਤੇ ਸ਼ਰਾਬ ਦਾ ਖੂਬ ਦੌਰ ਚੱਲ ਰਿਹਾ ਸੀ। ਉਹਦੀ ਵਹੁਟੀ ਮਹਿਮਾਨਾਂ ਨੂੰ ਸ਼ਰਾਬ ਵਰਤਾ ਰਹੀ ਸੀ। ਅਚਾਨਕ ਵਿਚਾਰੀ ਨੂੰ ਠੇਡਾ ਲੱਗਾ ਤੇ ਥੋੜ੍ਹੀ ਜਿਹੀ ਸ਼ਰਾਬ ਥੱਲੇ ਡੁੱਲ ਗਈ। ਇਹ ਵੇਖ ਕੇ ਕਿਸਾਨ ਬੜਾ ਤੱਤਾ ਹੋਇਆ ਤੇ ਆਪਣੀ ਵਹੁਟੀ ਨੂੰ ਕਹਿਣ ਲੱਗਾ, ਇਹ ਕੀ ਕੀਤਾ ਈ ਮੂਰਖੇ, ਕੀ ਇਹ ਸ਼ਰਾਬ ਮੈਲਾ ਪਾਣੀ ਹੈ ਜੋ ਤੂੰ ਅੰਨ੍ਹੇਵਾਹ ਰੋੜ ਰਹੀ ਹੈ। ਛਲੇਡੇ ਨੇ ਆਪਣੇ ਮਾਲਕ ਨੂੰ ਕਿਹਾ, ਵੇਖ ਲਓ, ਇਹ ਉਹੀ ਕਿਸਾਨ ਹੈ ਜਿਹੜਾ ਆਪਣੀ ਰੋਟੀ ਚੋਰੀ ਹੋ ਜਾਣ 'ਤੇ ਚੋਰ ਦਾ ਭਲਾ ਮੰਗਦਾ ਸੀ। ਹੁਣ ਵੇਖੋ ਆਪਣੀ ਵਹੁਟੀ ਨੂੰ ਵੀ ਗਾਲਾਂ ਕੱਢ ਰਿਹਾ ਜੇ। ਕਿਸਾਨ ਹਾਲੀ ਵੀ ਆਪਣੀ ਵਹੁਟੀ ਨੂੰ ਊਂਟ ਪਟਾਂਗ ਬੋਲਦਾ ਰਿਹਾ ਤੇ ਮਹਿਮਾਨਾਂ ਨੂੰ ਸ਼ਰਾਬ ਆਪਣੇ ਹੱਥੀਂ ਵਰਤਾਉਣ ਲੱਗ ਪਿਆ। ਐਨ ਉਸੇ ਵੇਲੇ ਗਰੀਬ ਕਿਸਾਨ ਜੋ ਖੇਤਾਂ ਤੋਂ ਸਾਰੇ ਦਿਨ ਦਾ ਥੱਕਾ ਟੁੱਟਾ ਵਾਪਸ ਆ ਰਿਹਾ ਸੀ, ਉੱਥੇ ਆ ਪਹੁੰਚਿਆ। ਉਹਨੇ ਵੇਖਿਆ ਕਿ ਉੱਥੇ ਸ਼ਰਾਬ ਦੀ ਮਹਿਫਿਲ ਗਰਮ ਹੈ। ਇਹ ਸੋਚ ਕੇ ਕਿ 2-4 ਘੁੱਟ ਪੀ ਕੇ ਸ਼ਾਇਦ ਉਹਦੀ ਥਕਾਵਟ ਦੂਰ ਹੋ ਜਾਏ, ਉਹ ਵੀ ਉਹਨਾਂ ਵਿੱਚ ਹੀ ਆ ਕੇ ਬੈਠ ਗਿਆ। ਪਰ ਘਰ ਦੇ ਮਾਲਕ ਨੇ ਵਿਚਾਰੇ ਨੂੰ ਸ਼ਰਾਬ ਦੇਣ ਦੀ ਥਾਂ ਸਗੋਂ ਰੁੱਖੇ ਵਜੇ ਲਹਿਜ਼ੇ ਵਿੱਚ ਕਿਹਾ, ਇਹ ਸ਼ਰਾਬ 11 ਵਾਸਤੇ ਨਹੀਂ ਕਿ ਮੂੰਹ ਚੁੱਕਿਆ ਤੇ ਇੱਧਰ ਆ ਗਏ। ਕਿਸਾਨ ਵਿੱਚ ਇਹ ਪਰਿਵਰਤਨ ਆਇਆ ਵੇਖ ਕੇ ਸ਼ੈਤਾਨ ਛਲੇਡੇ 'ਤੇ ਬਹੁਤ ਹੀ ਖੁਸ਼ ਹੋਇਆ, ਪਰ ਛਲੇਡਾ ਹੱਸ ਕੇ ਕਹਿਣ ਲੱਗਾ, ਹਜ਼ੂਰ ਤੁਸੀਂ ਹਾਲੀ ਤੱਕ ਕੁਝ ਵੀ ਨਹੀਂ ਵੇਖਿਆ, ਜ਼ਰਾ ਹੋਰ ਅਗਾਂਹ ਵੇਖਿਓ, ਕਈ ਮੌਜ ਲੱਗਦੀ ਹੈ। ਜਦ ਸ਼ਰਾਬ ਦੇ 2-4 ਦੌਰ ਹੋਰ ਚੱਲੇ ਚੁੱਕੇ ਤਾਂ ਸਾਰੇ ਮਹਿਮਾਨ ਸਰੂਰ ਵਿੱਚ ਆ ਕੇ ਇੱਕ ਦੂਜੇ ਦੀਆਂ ਫੋਕੀਆਂ ਤਾਰੀਫਾਂ ਦੇ ਖੂਬ ਪੁੱਲ ਬੰਨਣ ਲੱਗ ਪਏ। ਸ਼ੈਤਾਨ ਨੂੰ ਉਸ ਦੀਆਂ ਗੱਲਾਂ ਸੁਣ ਕੇ ਛਲੇਡੇ ਦੀ ਤਾਰੀਫ ਕਰਨੋਂ ਨਾ ਰਹਿ ਸਕਿਆ ਤੇ ਕਹਿਣ ਲੱਗਾ, ਜੇ ਨਸ਼ੇ ਨੇ ਇਹਨਾਂ ਨੂੰ ਲੂੰਬੜਾਂ ਵਾਂਗ ਮਕਾਰ ਬਣਾ ਦਿੱਤਾ ਹੈ ਤਾਂ ਜਲਦੀ ਹੀ ਇਹ ਸਾਡੇ ਸ਼ਿਕੰਜੇ ਵਿੱਚ ਫਸ ਜਾਣਗੇ। ਵੇਖੀ ਜਾਓ ਬਣਦਾ ਕੀ ਏ। ਛਲੇਡੇ ਨੇ ਕਿਹਾ, ਇਹਨਾਂ ਨੂੰ ਇੱਕ ਹੋਰ ਗਲਾਸ ਚਾੜ ਲੈਣ ਦਿਓ। ਹੁਣ ਤਾਂ ਇਹ ਲੂੰਬੜਾਂ ਵਾਂਗ ਆਪਣੀਆਂ ਪੂਛਾਂ ਹਿਲਾਉਂਦੇ ਤੇ ਇੱਕ ਦੂਜੇ ਨੂੰ ਖੁਸ਼ ਕਰ ਰਹੇ ਨੇ
ਥੋੜ੍ਹੇ ਚਿਰ ਨੂੰ ਇਹਨਾਂ ਲੂੰਮੜਾਂ ਨੇ ਭੰਗਿਆੜਾਂ ਦਾ ਰੂਪ ਧਾਰਨ ਕਰ ਲੈਣਾ ਹੈ। ਮਹਿਮਾਨਾਂ ਨੇ ਇੱਕ ਇੱਕ ਗਲਾਸ ਹੋਰ ਚੜ੍ਹ ਲਿਆ ਅਤੇ ਨਾਲ ਹੀ ਉਹਨਾਂ ਦੀ ਬੋਲੀ ਖਰਵੀ ਅਤੇ ਬੇਹੂਦਾ ਹੁੰਦੀ ਗਈ। ਹੌਲੀ ਹੌਲੀ ਗੁੱਸੇ ਵਿੱਚ ਆ ਕੇ ਉਹ ਇੱਕ ਦੂਜੇ ਨੂੰ ਫਿਟਕਾਰਾਂ ਪਾਉਣ ਲੱਗ ਪਏ ਅਤੇ ਨਾਲ ਹੀ ਕਸੁੰਨ ਮੁੱਕੀ ਹੋ ਪਏ। ਇੱਕ ਦੂਜੇ ਦੇ ਖੂਬ ਬੁਥਾੜ ਸੇਕਣ ਲੱਗੇ। ਘਰ ਵਾਲਾ ਵੀ ਇਸ ਕਸੁੰਨ ਮੁੱਕੀ ਵਿੱਚ ਸ਼ਾਮਲ ਹੋ ਗਿਆ ਅਤੇ ਉਹਨੂੰ ਵੀ ਚੰਗੀਆਂ ਖੜਕੀਆਂ। ਇਹ ਰੌਣਕ ਵੇਖ ਕੇ ਸ਼ੈਤਾਨ ਗਦਗਦ ਹੋ ਗਿਆ ਅਤੇ ਉਹਦੇ ਮੂੰਹੋਂ ਬਦੋ ਬਦੀ ਨਿਕਲ ਗਿਆ, ਬਈ ਤੂੰ ਤਾਂ ਕਮਾਲ ਕਰ ਦਿੱਤਾ ਹੈ। ਪਰ ਛਲੇਡੇ ਨੇ ਅੱਗੋਂ ਕਿਹਾ, ਹਜ਼ੂਰ ਇਹ ਤਾਂ ਕੁਝ ਵੀ ਨਹੀਂ, ਤੀਜਾ ਗਲਾਸ ਅੰਦਰ ਜਾ ਲੈਣ ਦਿਓ, ਫਿਰ ਵੇਖਿਓ ਕਿ ਨਜ਼ਾਰਾ ਵੱਜਦਾ ਹੈ। ਹੁਣ ਤਾਂ ਇਹ ਭੰਗਿਆੜਾਂ ਵਾਂਗ ਇੱਕ ਦੂਜੇ ਨੂੰ ਖਾਣ ਨੂੰ ਪੈ ਰਹੇ ਨੇ, ਫਿਰ ਵੇਖਿਓ ਸੂਰਾਂ ਵਾਂਗ ਖੇ ਖਾਣਗੇ। ਤੀਜਾ ਗਲਾਸ ਚਾੜ੍ਹਦਿਆਂ ਹੀ ਸਭ ਜਣੇ ਬਿਨਾਂ ਕਾਰਨ ਜੰਗਲੀ ਜਾਨਵਰਾਂ ਵਾਂਗ ਅਜੀਬ ਅਜੀਬ ਆਵਾਜ਼ਾਂ ਕੱਢਣ ਲੱਗ ਪਏ ਅਤੇ ਉੱਥੇ ਅਜਿਹਾ ਚੀਕ ਝਾੜਾ ਪਿਆ ਕਿ ਕੁਝ ਸੁਣਾਈ ਨਹੀਂ ਸੀ ਦਿੰਦਾ। ਇਸ ਪਿੱਛੋਂ ਮਹਿਫਿਲ ਬਰਖਾਸਤ ਹੋਈ ਅਤੇ ਹੌਲੀ ਹੌਲੀ ਸਭ ਮਹਿਮਾਨ, ਕਈ ਇਕੱਲੇ ਹੀ, ਕਈ ਦੋ ਦੋ ਕਰਕੇ ਅਤੇ ਕਈ ਤਿੰਨ ਤਿੰਨ ਰਲ ਕੇ ਡਿੱਗਦੇ ਢਹਿੰਦੇ ਘਰੋਂ ਘਰੀ ਤੁਰ ਪਏ। ਘਰ ਵਾਲਾ ਸਭ ਨੂੰ ਬਾਹਰ ਤੱਕ ਛੱਡਣ ਲਈ ਆਇਆ, ਪਰ ਵਿਚਾਰਾ ਨਾਲੀ ਵਿੱਚ ਮੁੱਦੇ ਮੂੰਹ ਜਾ ਪਿਆ ਅਤੇ ਸਿਰ ਤੋਂ ਪੈਰਾਂ ਤੱਕ ਲਿਬੜ ਗਿਆ ਅਤੇ ਉੱਥੇ ਹੀ ਪਿਆ ਸੂਰ ਵਾਂਗ ਚਿੰਗਾੜਦਾ ਰਿਹਾ। ਇਹ ਤਮਾਸ਼ਾ ਵੇਖ ਕੇ ਸ਼ੈਤਾਨ ਹੋਰ ਵੀ ਖੁਸ਼ ਹੋਇਆ ਅਤੇ ਛਲੇਡੇ ਨੂੰ ਕਹਿਣ ਲੱਗਾ, ਸੱਚਮੁੱਚ ਤੂੰ ਇਹ ਨਸ਼ਾ ਲੱਭ ਕੇ ਆਪਣੀ ਉੱਚ ਅਕਲ ਦਾ ਸਬੂਤ ਦਿੱਤਾ ਹੈ ਅਤੇ ਪੁਰਾਣੀ ਅਸਫਲਤਾ ਦਾ ਧੋਣਾ ਧੋ ਲਿਆ ਹੈ। ਪਰ ਇਹ ਤਾਂ ਦੱਸ, ਤੂੰ ਇਹ ਸ਼ਰਾਬ ਬਣਾਈ ਕਿਵੇਂ ਹੈ? ਮੇਰਾ ਖਿਆਲ ਹੈ ਕਿ ਤੂੰ ਪਹਿਲਾਂ ਇਸ ਵਿੱਚ ਲੂੰਮੜ ਦਾ ਲਹੂ ਪਾਇਆ ਹੈ, ਉਸ ਨਾਲ ਸਭ ਮਹਿਮਾਨ ਲੂੰਮੜ ਵਾਂਗ ਚਲਾਕ ਅਤੇ ਮਕਾਰ ਬਣ ਗਏ। ਫਿਰ ਮੇਰਾ ਖਿਆਲ ਹੈ ਤੂੰ ਉਸ ਵਿੱਚ ਭਗਿਆੜ ਦਾ ਲਹੂ ਪਾਇਆ ਹੈ, ਜਿਸ ਨਾਲ ਉਹ ਭਿਆਨਕ ਰੂਪ ਧਾਰ ਕੇ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ। ਅੰਤ ਨੂੰ ਤੂੰ ਉਸ ਵਿੱਚ ਜ਼ਰੂਰ ਸੂਰ ਦਾ ਲਹੂ ਮਿਲਾ ਦਿੱਤਾ ਲੱਗਦਾ ਹੈ, ਜਿਸ ਨਾਲ ਉਹ ਸੂਰਾਂ ਵਰਗੀਆਂ ਹਰਕਤਾਂ ਕਰ ਰਹੇ ਨੇ। ਛਲੇਡੇ ਨੇ ਕਿਹਾ, ਨਹੀਂ ਹਜ਼ੂਰ, ਮੈਂ ਇਹ ਨੁਸਖਾ ਨਹੀਂ ਵਰਤਿਆ। ਮੈਂ ਤਾਂ ਕੇਵਲ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਕਿਸਾਨ ਪਾਸ ਲੋੜ ਤੋਂ ਵੱਧ ਅਨਾਜ ਜਮ੍ਹਾਂ ਹੋ ਜਾਏ। ਜੰਗਲੀ ਜਾਨਵਰਾਂ ਦਾ ਲਹੂ ਹਮੇਸ਼ਾ ਮਨੁੱਖ ਦੇ ਸਰੀਰ ਵਿੱਚ ਹੀ ਹੁੰਦਾ ਹੈ, ਪਰ ਜਿੰਨਾ ਚਿਰ ਤੱਕ ਉਹਦਾ ਜੰਗਲੀਪਨ ਵਸ ਵਿੱਚ ਰਹਿੰਦਾ ਹੈ ਉਹ ਆਪਣਾ ਅਸਰ ਨਹੀਂ ਕਰ ਸਕਦਾ। ਜਦ ਮੈਂ ਕਿਸਾਨ ਦੀ ਰੋਟੀ ਚੁਰਾਈ ਸੀ, ਉਦੋਂ ਉਹ ਵਿਚਾਰਾ ਮਸਾਂ ਹੀ ਗੁਜ਼ਾਰਾ ਕਰਦਾ ਸੀ, ਇਸ ਲਈ ਉਹ ਪਰਮਾਤਮਾ ਦਾ ਸ਼ੁਕਰ ਕਰਦਾ ਸੀ। ਪਰ ਜਦ ਉਸ ਪਾਸ ਲੋੜ ਤੋਂ ਵੱਧ ਅਨਾਜ ਜਮ੍ਹਾਂ ਹੋਣਾ ਸ਼ੁਰੂ ਹੋ ਗਿਆ ਤਾਂ ਸੋਚਣ ਲੱਗਾ ਕਿ ਇਸ ਨੂੰ ਐਸ਼ ਇਸ਼ਰਤ ਲਈ ਕਿਵੇਂ ਵਰਤਿਆ ਜਾਏ। ਬਸ ਮੈਂ ਸਿਰਫ ਇੰਨਾ ਹੀ ਕੀਤਾ ਹੈ ਕਿ ਉਹਨੂੰ ਅਨਾਜ ਤੋਂ ਸ਼ਰਾਬ ਕੱਢਣ ਦਾ ਢੰਗ ਦੱਸ ਕੇ ਰਾਹੇ ਪਾ ਦਿੱਤਾ, ਅਤੇ ਜਦ ਉਹ ਰੱਬ ਦੀ ਇਸ ਉੱਤਮ ਦਾਤ ਨੂੰ ਆਪਣੇ ਐਸ਼ ਲਈ ਸ਼ਰਾਬ ਬਣ ਕੇ ਪੀਣ ਲੱਗ ਪਿਆ ਤਾਂ ਲੂੰਮੜ ਦਾ ਲਹੂ, ਭਗਿਆੜ ਦਾ ਲਹੂ ਅਤੇ ਸੂਰ ਦਾ ਲਹੂ ਸਭ ਵਾਰੋ ਵਾਰੀ ਆਪੋ ਨਾ ਆਪਣਾ ਕ੍ਰਿਸ਼ਮਾ ਦਿਖਾਉਣ ਲੱਗ ਪਏ। ਜੋ ਇਸ ਤਰ੍ਹਾਂ ਸ਼ਰਾਬ ਪੀਂਦਾ ਰਹੇਗਾ ਤਾਂ ਉਹ ਹਮੇਸ਼ਾ ਵਹਿਸ਼ੀ ਬਣਿਆ ਰਹੇਗਾ। ਇਸ 'ਤੇ ਸ਼ੈਤਾਨ ਨੇ ਛਲੇਡੇ ਦੇ ਕੰਮ ਦੀ ਬੜੀ ਤਾਰੀਫ ਕੀਤੀ। ਉਹਨੇ ਉਹਦੀ ਪਿਛਲੀ ਭੁੱਲ ਨੂੰ ਮੁਆਫ ਕਰ ਦਿੱਤਾ ਅਤੇ ਉਹਨੂੰ ਆਪਣੇ ਦਰਬਾਰ ਵਿੱਚ ਉੱਚੀ ਪਦਵੀ ਦੇ ਦਿੱਤੀ। ਦੂਸਰੀ ਕਹਾਣੀ ਹੈ, ਮਨੁੱਖ ਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਹੈ। ਦੋ ਭੈਣਾਂ ਸਨ। ਵੱਡੀ ਦਾ ਵਿਆਹ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਨਾਲ ਅਤੇ ਛੋਟੀ ਦਾ ਕਿਸੇ ਪਿੰਡ ਵਿੱਚ ਇੱਕ ਜ਼ਿਮੀਂਦਾਰ ਨਾਲ ਹੋ ਗਿਆ। ਇੱਕ ਵਾਰ ਵੱਡੀ ਭੈਣ ਛੋਟੀ ਭੈਣ ਨੂੰ ਉਹਦੇ ਪਿੰਡ ਮਿਲਣ ਗਈ। ਚਾਹ ਪੀਣ ਲੱਗਿਆਂ ਗੱਪਾਂ ਗੱਪਾਂ ਵਿੱਚ ਵੱਡੀ ਭੈਣ ਸ਼ਹਿਰੀ ਜੀਵਨ ਦੀ ਤਾਰੀਫ ਦੇ ਪੁੱਲ ਬੰਨ੍ਹਣ ਲੱਗ ਪਈ। ਛੋਟੀ ਭੈਣ ਨੂੰ ਇਹ ਗੱਲ ਬਿਲਕੁਲ ਪਸੰਦ ਨਾ ਆਈ ਅਤੇ ਉਹ ਪੇਂਡੂ ਜੀਵਨ ਦੀਆਂ ਸਰਾਹੁਣਾ ਕਰਦਿਆਂ ਹੋਇਆਂ ਕਹਿਣ ਲੱਗੀ, ਭਾਵੇਂ ਅਸੀਂ ਕਿਸੇ ਤਰ੍ਹਾਂ ਵੀ ਰਹੀਏ, ਪਰ ਸਾਨੂੰ ਕਿਸੇ ਗੱਲ ਦੀ ਚਿੰਤਾ ਤਾਂ ਨਹੀਂ ਹੁੰਦੀ। ਖਾਣ ਪੀਣ ਲਈ ਬੇਸ਼ੱਕ ਤੁਹਾਨੂੰ ਚੰਗੀਆਂ ਨਿਯਮਤਾਂ ਮਿਲਣ, ਵਧੀਆ ਕੱਪੜੇ ਮਿਲਣ ਅਤੇ ਦਿਲ ਪਰਚਾਵੇ ਲਈ ਚੰਗੇ ਸਾਧਨ ਮਿਲਣ ਅਤੇ ਆਪਣੀਆਂ ਲੋੜਾਂ ਤੋਂ ਵੱਧ ਪੈਸਾ ਮਿਲ ਜਾਏ, ਪਰ ਵੇਖਿਆ ਗਿਆ ਹੈ ਕਿ ਅੱਜ ਦਾ ਅਮੀਰ ਕੱਲ੍ਹ ਕੰਗਾਲ ਹੋ ਜਾਂਦਾ ਹੈ। ਰੋਟੀ ਖੂਨੋਂ ਵੀ ਆਤਰ ਆ ਜਾਂਦਾ ਹੈ। ਭਾਵੇਂ ਅਸੀਂ ਬਹੁਤੇ ਅਮੀਰ ਨਹੀਂ ਹੋ ਸਕਦੇ, ਪਰ ਅਸੀਂ ਕਦੇ ਭੁੱਖੇ ਵੀ ਤਾਂ ਨਹੀਂ ਮਰਦੇ। ਜ਼ਿਮੀਂਦਾਰ, ਜਿਸ ਦਾ ਨਾਂ ਪਾਹਮ ਸੀ, ਇੱਕ ਬੰਨੇ ਬੈਠਾ ਦੋਹਾਂ ਭੈਣਾਂ ਦਾ ਤਕਰਾਰ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਹ ਕਹਿਣ ਲੱਗਾ, ਮੇਰੀ ਪਤਨੀ ਬਿਲਕੁਲ ਠੀਕ ਕਹਿ ਰਹੀ ਹੈ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਵਿੱਚ ਰੁੱਝੇ ਰਹਿੰਦੇ ਹਾਂ। ਸਾਨੂੰ ਵਕਤ ਹੀ ਨਹੀਂ ਮਿਲਦਾ ਕਿ ਅਸੀਂ ਕਿਸੇ ਐਬ ਬਾਰੇ ਸੋਚੀਏ ਤੱਕ ਵੀ। ਮੁਸੀਬਤ ਸਿਰਫ ਇਹੀ ਹੈ ਕਿ ਸਾਡੀ ਜ਼ਮੀਨ ਥੋੜ੍ਹੀ ਹੈ। ਜੇ ਕਿਤੇ ਸਾਡੇ ਪਾਸ ਢੇਰ ਜ਼ਮੀਨ ਹੁੰਦੀ ਤਾਂ ਮੈਂ ਸ਼ੈਤਾਨ ਤੋਂ ਵੀ ਨਾ ਡਰਦਾ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਰਾਤ ਪੈ ਗਈ ਅਤੇ ਸਭ ਜਣੇ ਸੌ ਗਏ। ਪਰ ਸ਼ੈਤਾਨ ਉਹਨਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ। ਉਹਨੂੰ ਇਹ ਗੱਲ ਬੜੀ ਬੁਰੀ ਲੱਗੀ ਕਿ ਜੇ ਜ਼ਿਮੀਂਦਾਰ ਕੋਲ ਕਾਫੀ ਜ਼ਮੀਨ ਹੋਵੇ ਤਾਂ ਉਹ ਸ਼ੈਤਾਨ ਕੋਲੋਂ ਵੀ ਨਾ ਡਰੇ। ਸ਼ੈਤਾਨ ਕਹਿਣ ਲੱਗਾ, ਚੰਗਾ, ਮੈਂ ਠੱਪਦਾ ਹਾਂ ਇਹਨਾਂ ਦਾ ਮੱਕੂ। ਮੈਂ ਇਹਨੂੰ ਇਹਦੀ ਮਰਜ਼ੀ ਦੇ ਮੁਤਾਬਿਕ ਜ਼ਮੀਨ ਦਿੰਦਾ ਅਤੇ ਵੇਖਦਾ ਉਹ ਮੇਰੇ ਸ਼ਿਕੰਜੇ ਵਿੱਚੋਂ ਕਿਵੇਂ ਨਿਕਲਦਾ ਹੈ। ਉਸੇ ਪਿੰਡ ਦੇ ਲਾਗੇ ਇੱਕ ਜ਼ਿਮੀਂਦਾਰਨੀ ਰਹਿੰਦੀ ਸੀ। ਉਸੇ ਪਿੰਡ ਵਿੱਚ ਹੀ ਉਹਦੀ 300 ਏਕੜ ਜ਼ਮੀਨ ਸੀ। ਉਹਦਾ ਸੁਭਾਅ ਬੜਾ ਸਖਤ ਸੀ। ਜੇ ਕਿਸੇ ਦਾ ਪਸ਼ੂ ਭੁੱਲ ਭੁਲੇਖੇ ਵੀ ਉਹਦੀ ਜ਼ਮੀਨ ਦਾ ਕਿਸੇ ਤਰ੍ਹਾਂ ਵੀ ਨੁਕਸਾਨ ਕਰ ਦਿੰਦਾ ਤਾਂ ਉਹ ਉਹਦੇ ਪਾਸੋਂ ਹਰਜਾਨਾ ਭਰ ਲੈਂਦੀ। ਭਾਵੇਂ ਪਾਹਮ ਆਪਣੇ ਪਸ਼ੂਆਂ ਦਾ ਬੜਾ ਧਿਆਨ ਰੱਖਦਾ ਸੀ, ਪਰ ਕਦੀ ਨਾ ਕਦੀ ਉਹਦੀ ਘੋੜੀ, ਬਲਦ ਜਾਂ ਗਊ ਜ਼ਿਮੀਂਦਾਰਨੀ ਖੇਤ ਵਿੱਚ ਵੜ ਜਾਂਦੇ ਅਤੇ ਪਾਹਮ ਨੂੰ ਜੁਰਮਾਨਾ ਭਰਨਾ ਪੈਂਦਾ। ਇਸ ਤਰ੍ਹਾਂ ਆਏ ਦਿਨ ਜੁਰਮਾਨਾ ਦੇ ਦੇ ਕੇ ਉਹ ਬੜਾ ਤੰਗ ਆ ਚੁੱਕਾ ਸੀ। ਸਿਆਲ ਨੂੰ ਅਚਾਨਕ ਪਾਹਮ ਨੂੰ ਸੂਹ ਮਿਲੀ ਕਿ ਜ਼ਿਮੀਂਦਾਰਨੀ ਆਪਣੀ ਜ਼ਮੀਨ
ਵੇਚ ਰਹੀ ਹੈ ਤੇ ਵੱਡੀ ਸੜਕ ਵਾਲੀ ਸਰਾਂ ਦਾ ਮਾਲਕ ਉਹਨੂੰ ਖਰੀਦਣ ਦਾ ਵਿਚਾਰ ਕਰ ਰਿਹਾ ਹੈ। ਸਰਾਂ ਦਾ ਮਾਲਕ ਉਸ ਜ਼ਿਮੀਂਦਾਰਨੀ ਕੋਲੋਂ ਵੀ ਜ਼ਿਆਦਾ ਸਖਤ ਸੁਭਾਅ ਦਾ ਸੀ। ਇਸ ਡਰ ਦੇ ਮਾਰੇ ਕਿ ਇਹ ਜ਼ਮੀਨ ਕਿਤੇ ਉਹ ਹੀ ਨਾ ਖਰੀਦ ਲਵੇ, ਪਾਹਮ ਨੇ ਪਿੰਡ ਦੇ ਬਾਕੀ ਸਭ ਕਿਸਾਨਾਂ ਨੂੰ ਥੋੜ੍ਹੀ ਥੋੜ੍ਹੀ ਕਰਕੇ ਸਾਰੀ ਜ਼ਮੀਨ ਖਰੀਦਣ ਲਈ ਮਨਾ ਲਿਆ। ਇੱਕ ਦਿਨ ਪਾਹਮ ਨੂੰ ਪਤਾ ਲੱਗਾ ਕਿ ਉਹਦੇ ਇੱਕ ਗਵਾਂਢੀ ਕਿਸਾਨ ਨੇ 50 ਏਕੜ ਜ਼ਮੀਨ ਇਸ ਸ਼ਰਤ 'ਤੇ ਖਰੀਦੀ ਹੈ ਕਿ ਉਹ ਅੱਧੀ ਕੀਮਤ ਸ਼ੁਰੂ ਵਿੱਚ ਤਾਰ ਦੇਵੇ ਅਤੇ ਬਾਕੀ ਦੀ ਸਾਲ ਪਿੱਛੋਂ। ਪਾਹਮ ਦਾ ਵੀ ਦਿਲ ਕਰਦਾ ਸੀ ਕਿ ਉਹ ਵੀ ਜ਼ਮੀਨ ਦਾ ਇੱਕ ਅੱਧਾ ਕਿਤੇ ਖਰੀਦ ਲੇ, ਪਰ ਉਹ ਗਰੀਬ ਸੀ। ਉਹਨੇ ਆਪਣੀ ਘੋੜੀ ਅਤੇ ਮੱਖੀਆਂ ਦੇ ਅੱਧੇ ਛੱਤੇ ਵੇਚ ਕੇ ਅਤੇ ਕੁਝ ਰਕਮ ਉਧਾਰ ਚੁੱਕੇ ਅਤੇ 100 ਕੁ ਰੂਬਲ ਜੋ ਉਹ ਜੋੜੇ ਸਨ ਵਿੱਚ ਮਿਲਾ ਕੇ ਜ਼ਮੀਨ ਦੀ ਅੱਧੀ ਕੀਮਤ ਇਕੱਠੀ ਕਰ ਲਈ ਅਤੇ ਅੱਧੀ 2 ਸਾਲ ਮਗਰੋਂ ਤਾਰਨ ਦੀ ਸ਼ਰਤ 'ਤੇ ਜ਼ਮੀਨ ਖਰੀਦ ਲਈ। ਹੁਣ ਪਾਹਮ 40 ਏਕੜ ਜ਼ਮੀਨ ਦਾ ਮਾਲਕ ਬਣ ਗਿਆ ਸੀ। ਉਹਨੇ ਉਸ ਜ਼ਮੀਨ ਨੂੰ ਵਾਹ ਕੇ ਉਸ 'ਤੇ ਬਿਜਾਈ ਕੀਤੀ ਅਤੇ ਸਾਲ ਦੇ ਅੰਦਰ ਅੰਦਰ ਹੀ ਆਪਣਾ ਸਭ ਕਰਜ਼ਾ ਚੁਕਾ ਦਿੱਤਾ। ਜਲਦੀ ਹੀ ਪਾਹਮ ਖਾਂਦੇ ਪੀਂਦੇ ਜ਼ਿਮੀਂਦਾਰਾਂ ਵਿੱਚੋਂ ਗਿਣਿਆ ਜਾਣ ਲੱਗ ਪਿਆ। ਸਮਾਂ ਬੀਤਦਾ ਗਿਆ। ਉਹਦੀ ਜ਼ਮੀਨ ਲਾਗੇ ਚਰਵਾਏ ਆਪਣੇ ਪਸ਼ੂ ਚਾਰਨ ਲਈ ਆ ਜਾਂਦੇ ਸਨ ਅਤੇ ਕਈ ਵਾਰੀ ਉਹਦੀ ਫਸਲ ਦਾ ਨੁਕਸਾਨ ਕਰ ਜਾਂਦੇ ਸਨ। ਉਹਨੂੰ ਆਪਣੀ ਗਰੀਬੀ ਦੇ ਦਿਨ ਯਾਦ ਸਨ, ਇਸ ਲਈ ਉਹ ਉਹਨਾਂ ਚਰਵਾਇਆਂ ਨੂੰ ਕੁਝ ਨਹੀਂ ਸੀ ਕਹਿੰਦਾ, ਪਰ ਉਹ ਕਿੰਨਾ ਚਿਰ ਇਹ ਵਤੀਰਾ ਅਪਣਾ ਸਕਦਾ ਸੀ। ਆਖਰ ਤੰਗ ਆ ਕੇ ਉਹ ਬੁੱਢੀ ਜ਼ਿਮੀਂਦਾਰਨੀ ਵਾਂਗ ਹੀ ਕਾਨੂੰਨ ਦੀ ਵਰਤੋਂ ਕਰਕੇ ਚਰਵਾਹਿਆਂ ਨੂੰ ਜੁਰਮਾਨੇ ਕਰਨ ਲੱਗ ਪਿਆ। ਇਸ ਲਈ ਹੌਲੀ ਹੌਲੀ ਗਰੀਬ ਚਰਵਾਏ ਉਹਦੇ ਨਾਲ ਘਿਰਨਾ ਕਰਨ ਲੱਗ ਪਏ ਅਤੇ ਕਈ ਵਾਰ ਜਾਣ ਬੁੱਝ ਕੇ ਉਹਦੀਆਂ ਪੈਲੀਆਂ ਨੂੰ ਨੁਕਸਾਨ ਪਹੁੰਚਾਉਣ ਲੱਗ ਪਏ। ਇੱਕ ਵਾਰੀ ਤਾਂ ਉਹਨਾਂ ਵਿੱਚੋਂ ਕਿਸੇ ਨੇ ਉਹਦੀ ਜ਼ਮੀਨ ਤੋਂ ਰੁੱਖਾਂ ਦਾ ਇੱਕ ਝੁੰਡ ਦਾ ਝੁੰਡ ਹੀ ਕੱਟ ਲਿਆ। ਇਹ ਵੇਖ ਕੇ ਉਹਨੂੰ ਸਖਤ ਤੈਸ਼ ਆਇਆ। ਉਹਨੇ ਬੜਾ ਸੋਚਿਆ ਕਿ ਇਹ ਸ਼ਰਾਰਤ ਕੌਣ ਕਰ ਸਕਦਾ ਹੈ। ਸੋਚ ਕੇ ਅੰਤ ਨੂੰ ਉਹਨੂੰ ਯਕੀਨ ਹੋ ਗਿਆ ਕਿ ਇਹ ਸ਼ਰਾਰਤ ਸਾਈਮਨ ਦੀ ਹੈ। ਇਸ ਲਈ ਉਹਨੇ ਜੱਜਾਂ ਪਾਸ ਉਸ ਦੀ ਸ਼ਿਕਾਇਤ ਕੀਤੀ। ਸਾਈਮਨ ਆਪਣੇ ਜਾਰੀ ਕੀਤੇ ਗਏ ਮੁਕੱਦਮਾ ਚੱਲਿਆ, ਪਰ ਸਾਈਮਨ ਵਿਰੁੱਧ ਕੋਈ ਪੱਕਾ ਸਬੂਤ ਨਾ ਮਿਲਣ ਕਰਕੇ ਉਹਨੂੰ ਬਰੀ ਕਰ ਦਿੱਤਾ ਗਿਆ। ਪਾਹਮ ਨੇ ਸਮਝਿਆ ਕਿ ਜੱਜਾਂ ਨੇ ਪੈਸਾ ਖਾ ਕੇ ਸਾਈਮਨ ਨੂੰ ਛੱਡ ਦਿੱਤਾ ਹੈ, ਸੋ ਉਹਨੇ ਜੱਜਾਂ ਨੂੰ ਵੀ ਬੜਾ ਬੁਰਾ ਭਲਾ ਕਿਹਾ। ਇਸੇ ਤਰ੍ਹਾਂ ਹੌਲੀ ਹੌਲੀ ਬੜਾ ਕੌੜਾ ਹੋ ਗਿਆ ਅਤੇ ਸਭ ਲੋਕਾਂ ਨਾਲ ਲੜਨ ਝਗੜਨ ਲੱਗ ਪਿਆ। ਲੋਕੀ ਹੁਣ ਉਹਨੂੰ ਪਸੰਦ ਨਹੀਂ ਸਨ ਕਰਦੇ। ਇਹਨਾਂ ਦਿਨਾਂ ਵਿੱਚ ਹੀ ਖਬਰ ਫੈਲ ਗਈ ਕਿ ਲੋਕ ਆਪਣੇ ਘਰ ਘਾਟ ਛੱਡ ਕੇ ਜ਼ਮੀਨ ਦੀ ਭਾਲ ਵਿੱਚ ਰੂਸ ਦੇ ਹੋਰਨਾਂ ਇਲਾਕਿਆਂ ਵਿੱਚ ਜਾ ਕੇ ਵਸ ਰਹੇ ਹਨ। ਪਾਹਮ ਨੇ ਸੋਚਿਆ, ਚੰਗਾ ਇਹ ਲੋਕ ਇੱਥੋਂ ਚਲੇ ਜਾਣ, ਮੈਂ ਸਗੋਂ ਉਹਨਾਂ ਦੀ ਵੀ ਜ਼ਮੀਨ ਖਰੀਦ ਲਵਾਂਗਾ। ਇੰਨੀ ਜ਼ਮੀਨ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ। ਇੱਕ ਦਿਨ ਪਾਹਮ ਦੇ ਘਰ ਇੱਕ ਪ੍ਰਾਹੁਣਾ ਆਇਆ ਅਤੇ ਉਸ ਪਾਸ ਰਾਤ ਕੱਟਣ ਲਈ ਠਹਿਰਿਆ। ਉਹਨੇ ਗੱਲਾਂ ਵਿੱਚ ਪਾਹਮ ਨੂੰ ਦੱਸਿਆ, ਮੈਂ ਵੋਲਮ ਨਦੀ ਦੇ ਪਰਲੇ ਪਾਰੋਂ ਆਇਆ ਹਾਂ। ਉੱਥੇ ਕੌਡੀਆਂ ਦੇ ਭਾਅ ਜ਼ਮੀਨ ਮਿਲਦੀ ਏ, ਜਿੰਨੀ ਚਾਹੇ ਮੱਲ ਲਵੋ। ਤੁਹਾਡੇ ਪਿੰਡ ਦੇ ਵੀ ਕਈ ਲੋਕ ਉੱਥੇ ਜਾ ਵਸੇ ਨੇ ਅਤੇ ਖੂਬ ਮੌਜਾਂ ਕਰਦੇ ਪਏ ਨੇ। ਪਾਹਮ ਦਾ ਮਨ ਵੀ ਲਲਚਾ ਗਿਆ। ਉਹ ਸੋਚਣ ਲੱਗਾ, ਜੇ ਕੰਗਾਲ ਉੱਥੇ ਜਾ ਕੇ ਸ਼ਾਹ ਬਣ ਸਕਦਾ ਹੈ ਤਾਂ ਮੈਂ ਕੋਈ ਇਸ ਥਾਂ ਨਾਲ ਬੱਝਾ ਪਿਆ ਹਾਂ। ਕਿਉਂ ਨਾ ਮੈਂ ਵੀ ਉੱਥੇ ਜਾ ਕੇ ਕਿਸਮਤ ਅਜ਼ਮਾਈ ਕਰਾਂ। ਇਸ ਚੁਰ ਜਿਹੀ ਥਾਂ ਵਿੱਚ ਕੀ ਪਿਆ ਹੈ, ਮੈਂ ਕਿਉਂ ਨਾ ਇੱਥੋਂ ਚਲਾ ਜਾਵਾਂ ਅਤੇ ਦੂਜੀ ਥਾਂ ਜਾ ਕੇ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਾਂ। ਇੱਥੇ ਤਾਂ ਸਦਾ ਹੀ ਸਿਰਦਰਦੀ ਲੱਗੀ ਰਹਿਣੀ ਹੈ, ਪਰ ਪਹਿਲੋਂ ਜਾ ਕੇ ਆਪਣੇ ਅੱਖੀਂ ਤਾਂ ਵੇਖ ਆਵਾਂ। ਸੋ ਜਦ ਗਰਮੀਆਂ ਆਈਆਂ ਤਾਂ ਉਹ ਵੋਲਗਾ ਨਦੀ 'ਤੇ ਜਹਾਜ਼ ਰਾਹੀਂ ਸਫ਼ਰ ਕਰਦਾ ਹੋਇਆ ਸਮਾਰਾ ਨਾਂ ਦੇ ਸ਼ਹਿਰ ਵਿੱਚ ਪਹੁੰਚਿਆ ਅਤੇ ਉੱਥੋਂ 300 ਮੀਲ ਅਗਾਂਹ ਪੈਦਲ ਜਾ ਕੇ ਆਪਣੇ ਗਵਾਂਢੀ ਦੇ ਦੱਸੇ ਹੋਏ ਟਿਕਾਣੇ 'ਤੇ ਪਹੁੰਚ ਗਿਆ। ਉੱਥੇ ਸੱਚਮੁੱਚ ਮੌਜਾਂ ਸਨ। ਉੱਥੋਂ ਦੇ ਹਰ ਵਸਨੀਕ ਨੂੰ ਭਾਈਚਾਰੇ ਵੱਲੋਂ 25 ਏਕੜ ਜ਼ਮੀਨ ਮੁਫਤ ਮਿਲਦੀ ਸੀ ਅਤੇ ਜੇ ਉਸ ਪਾਸ ਪੈਸੇ ਹੋਣ ਤਾਂ 1 ਰੂਬਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿੰਨੀ ਵੀ ਹੋਰ ਜ਼ਮੀਨ ਚਾਹੇ ਖਰੀਦ ਸਕਦਾ ਸੀ। ਇਹ ਵੇਖ ਕੇ ਉਹ ਆਪਣੇ ਪਿੰਡ ਮੁੜ ਆਇਆ ਅਤੇ ਆਪਣੀ ਜਾਇਦਾਦ ਵੇਚ ਕੇ ਆਪਣੇ ਟੱਬਰ ਸਮੇਤ ਨਵੀਂ ਥਾਂ ਜਾ ਪਹੁੰਚਿਆ। ਸਥਾਨਕ ਭਾਈਚਾਰੇ ਨੇ ਪਿੰਡ ਦੇ ਬਾਹਰ ਵੱਖ-ਵੱਖ ਥਾਵਾਂ 'ਤੇ ਉਹਨੂੰ 125 ਏਕੜ ਜ਼ਮੀਨ ਮੁੱਲ ਦੇ ਦਿੱਤੀ। ਪਾਹਮ ਨੇ ਉੱਥੇ ਆਪਣੇ ਰਹਿਣ ਲਈ ਘਰ ਉਸਾਰ ਲਿਆ ਅਤੇ ਵਾਈ ਲਈ ਪਸ਼ੂ ਵੀ ਖਰੀਦ ਲਏ। ਹੁਣ ਉਸ ਪਾਸ ਪਹਿਲਾਂ ਨਾਲੋਂ 3 ਗੁਣਾ ਜ਼ਮੀਨ ਜ਼ਿਆਦਾ ਸੀ ਅਤੇ ਜ਼ਮੀਨ ਵੀ ਬੜੀ ਉਪਜਾਊ ਸੀ। ਪਹਿਲਾਂ ਕੁਝ ਸਮਾਂ ਤਾਂ ਇਸ ਨਵੀਂ ਪ੍ਰਾਪਤ ਹੋਈ ਖੁਸ਼ਹਾਲੀ 'ਤੇ ਉਹ ਖੁਸ਼ ਰਿਹਾ, ਪਰ ਜਲਦੀ ਹੀ ਦਿਨ ਬ ਦਿਨ ਵੱਧਦੀ ਲਾਲਸਾ ਕਾਰਨ ਉਹ ਫੇਰ ਅਸੰਤੁਸ਼ਟ ਹੋ ਗਿਆ। ਉਹਨੂੰ ਪਤਾ ਲੱਗਾ ਕਿ ਕਈ ਜ਼ਿਮੀਂਦਾਰ ਉੱਥੋਂ ਕੁਝ ਦੂਰ ਸਸਤੇ ਭਾਅ ਬਹੁਤ ਸਾਰੀ ਜ਼ਮੀਨ ਮੁੱਲ ਲੈ ਲੈਂਦੇ ਹਨ ਅਤੇ ਉਸਨੂੰ ਅੱਗੇ ਕਿਰਾਏ 'ਤੇ ਚਾੜ ਦਿੰਦੇ ਹਨ। ਸੋ ਉਹਨੇ ਵੀ ਇਸ ਤਰ੍ਹਾਂ ਕਰਨ ਦਾ ਮਨਸੂਬਾ ਬਣਾਇਆ। ਉਹਨੂੰ ਇੱਕ ਕਿਸਾਨ ਮਿਲਿਆ ਜੋ ਆਪਣੇ 1300 ਏਕੜ ਜ਼ਮੀਨ ਵੇਚ ਰਿਹਾ ਸੀ। ਪਾਹਮ ਨੇ ਉਸ ਪਾਸੋਂ 1300 ਰੂਬਲ 'ਚੋਂ ਉਹ ਸਾਰੀ ਜ਼ਮੀਨ ਦਾ ਸੌਦਾ ਕਰ ਲਿਆ। ਹਾਲੇ ਇਹ ਗੱਲਬਾਤ ਚੱਲ ਹੀ ਰਹੀ ਸੀ ਕਿ ਪਾਹਮ ਪਾਸ ਇੱਕ ਵਪਾਰੀ ਇੱਕ ਰਾਤ ਲਈ ਠਹਿਰਿਆ। ਉਹਨੇ ਦੱਸਿਆ ਕਿ ਉਹ ਬਸ਼ਿਕਰਾਂ ਦੇ ਦੇਸ਼ ਤੋਂ ਆ ਰਿਹਾ ਹੈ, ਜਿੱਥੇ ਕਿ ਉਸਨੇ 1000 ਰੂਬਲ ਤੋਂ 13000 ਏਕੜ ਜ਼ਮੀਨ ਮੁੱਲ ਲਈ ਹੈ। ਹੋਰ ਪੁੱਛਗਿੱਛ ਕਰਨ 'ਤੇ ਵਪਾਰੀ ਨੇ ਦੱਸਿਆ, ਜੇ ਬਸ਼ਕੀਰਾਂ ਦੇ ਸਰਦਾਰ ਨਾਲ ਦੋਸਤੀ ਗੰਢ ਲਓ ਤਾਂ ਬੇਸ਼ੱਕ ਜ਼ਮੀਨ ਕੋਡੀਆਂ ਦੇ ਭਾਅ ਹੀ ਲੈ ਲਓ। ਮੈਂ ਸਰਦਾਰ ਨੂੰ ਖੁਸ਼ ਕਰਨ ਲਈ ਉਹਨੂੰ 1000 ਰੂਬਲ ਦੇ ਮੁੱਲ ਦੀ ਇੱਕ ਰੇਸ਼ਮੀ ਪੁਸ਼ਾਕ, ਇੱਕ ਪੇਟੀ ਚਾਹ ਦੀ ਅਤੇ ਕੁਝ ਸ਼ਰਾਬ ਭੇਟਾਂ ਵਜੋਂ ਦਿੱਤੀ ਅਤੇ ਉਹਨੇ ਮੈਨੂੰ 8 ਕੋਪੈਕ ਪ੍ਰਤੀ ਏਕੜ ਦੇ ਹਿਸਾਬ ਜ਼ਮੀਨ ਦੇ ਦਿੱਤੀ। ਜ਼ਮੀਨ ਦਰਿਆ ਦੇ ਕੰਢੇ 'ਤੇ ਨਿਰਾ ਸੋਨਾ ਹੈ। ਪਾਹਮ ਵੱਲੋਂ ਹੋਰ ਸਵਾਲ ਪੁੱਛੇ ਜਾਣ 'ਤੇ ਵਪਾਰੀ ਨੇ ਕਿਹਾ, ਭਾਵੇਂ ਸਾਰਾ ਸਾਲ ਪੈਂਡਾ ਕਰਦੇ ਰਹੀਏ ਤਾਂ ਵੀ ਅਸੀਂ ਉਸ ਸਾਰੀ ਜ਼ਮੀਨ ਦੀ ਪਰਿਕਰਮਾ ਵੀ ਨਹੀਂ ਕਰ ਸਕਦੇ। ਇਹ ਸਾਰੀ ਜ਼ਮੀਨ ਬਸ਼ਕੀਰਾਂ ਦੀ ਹੈ ਅਤੇ ਬੜੇ ਸਿੱਧੇ ਸਾਦੇ ਲੋਕ ਨੇ। ਪਾਹਮ ਨੇ ਸੋਚਿਆ, ਜੇ ਜ਼ਮੀਨ ਉੱਥੇ ਇੰਨੀ ਸਸਤੀ ਮਿਲਦੀ ਹੈ ਤਾਂ ਮੈਂ ਖਾਮ ਖਾ ਇੱਥੇ ਇੰਨੇ ਰੁਪਏ ਰੋੜਨੇ ਨੇ।
ਸੋ ਆਪਣੀ ਵਹੁਟੀ ਤੇ ਬੱਚਿਆਂ ਨੂੰ ਕਾਰੋਬਾਰ ਦਾ ਧਿਆਨ ਰੱਖਣ ਲਈ ਪਿਛਾਂਹ ਛੱਡ ਕੇ ਬਸ਼ਕੀਰਾਂ ਦੇ ਦੇਸ਼ ਵੱਲ ਤੁਰ ਪਿਆ। ਰਾਹ ਵਿੱਚ ਉਹਨੇ ਇੱਕ ਚਾਹ ਦੀ ਪੇਟੀ, ਕੁਝ ਸ਼ਰਾਬ ਤੇ ਹੋਰ ਸੁਗਾਤਾਂ ਖਰੀਦ ਲਈਆਂ। 7 ਦਿਨਾਂ ਦੇ ਸਫ਼ਰ ਤੋਂ ਪਿੱਛੋਂ ਉਹ ਬਸ਼ਕੀਰਾਂ ਦੇ ਦੇਸ਼ ਪਹੁੰਚ ਗਿਆ। ਇਹ ਲੋਕ ਇੱਕ ਵਿਸ਼ਾਲ ਘਾਟੀ ਵਿੱਚ ਇੱਕ ਨਦੀ ਦੇ ਕੰਢੇ 'ਤੇ ਤੰਬੂਆਂ ਵਿੱਚ ਰਹਿੰਦੇ ਸਨ। ਨਾ ਹੀ ਉਹ ਵਾਹੀ ਕਰਦੇ ਸਨ ਅਤੇ ਨਾ ਹੀ ਅੰਨ ਖਾਂਦੇ ਸਨ। ਉਹਨਾਂ ਦੀ ਖੁਰਾਕ ਕੇਵਲ ਘੋੜੀਆਂ ਦਾ ਦੁੱਧ ਸੀ, ਜਿਸ ਤੋਂ ਪਨੀਰ ਅਤੇ ਲੱਸੀ ਵਗੈਰਾ ਇੱਕ ਪੀਣ ਦਾ ਵਾਲਾ ਪਦਾਰਥ ਤਿਆਰ ਕਰਦੇ ਸਨ, ਜਿਸ ਨੂੰ ਕਿਊਮਿਸ ਕਹਿੰਦੇ ਸਨ। ਆਦਮੀ ਸਾਰਾ ਸਾਲ ਵਿਹਲੇ ਰਹਿੰਦੇ ਸਨ ਅਤੇ ਕਿਊਮਿਸ 'ਤੇ ਚਾਹ ਪੀ ਕੇ, ਮਾਸ ਖਾ ਕੇ ਅਤੇ ਗਾ ਵਜਾ ਕੇ ਮੌਜ ਵਿੱਚ ਦਿਨ ਕੱਟਦੇ ਸਨ ਅਤੇ ਸੁਭਾਅ ਦੇ ਬੜੇ ਨੇਕ ਸਨ। ਪਾਹਮ ਨੂੰ ਆਉਂਦਿਆਂ ਵੇਖ ਕੇ ਉਹ ਉਹਦੇ ਸਵਾਗਤ ਲਈ ਆਪਣੇ ਤੰਬੂਆਂ ਵਿੱਚੋਂ ਨਿਕਲ ਆਏ ਅਤੇ ਉਹਦੇ ਗਿਰਦ ਝੁਰਮਟ ਪਾ ਕੇ ਖੜ੍ਹੇ ਹੋ ਗਏ। ਪਾਹਮ ਨੇ ਦੱਸਿਆ ਕਿ ਉਹ ਉੱਥੇ ਜ਼ਮੀਨ ਮੁੱਲ ਲੈਣ ਲਈ ਆਇਆ ਹੈ। ਇਹ ਸੁਣ ਕੇ ਉਹ ਬੜੇ ਖੁਸ਼ ਹੋਏ ਅਤੇ ਉਹਨੂੰ ਇੱਕ ਬਹੁਤ ਵੱਡੇ ਸਾਰੇ ਤੰਬੂ ਵਿੱਚ ਲੈ ਗਏ ਅਤੇ ਉਹਦੀ ਬੜੀ ਖਾਤਰ ਕੀਤੀ। ਪਾਹਮ ਨੇ ਉਹਨੂੰ ਤੋਹਫੇ ਭੇਟ ਕੀਤੇ। ਉਹਨਾਂ ਦਾ ਸਰਦਾਰ ਤੋਹਫੇ ਲੈ ਕੇ ਕਹਿਣ ਲੱਗਾ, ਅਸੀਂ ਤੇਰੇ 'ਤੇ ਬੜੇ ਖੁਸ਼ ਹਾਂ, ਸਾਥੋਂ ਤੂੰ ਇਸ ਬਦਲੇ ਮੂੰਹੋਂ ਮੰਗੀ ਚੀਜ਼ ਲੈ ਸਕਦਾ ਹੈ। ਪਾਹਮ ਨੇ ਕਿਹਾ, ਮੈਨੂੰ ਸਭ ਤੋਂ ਜ਼ਿਆਦਾ ਤੁਹਾਡੀ ਜ਼ਮੀਨ ਚੰਗੀ ਲੱਗੀ ਹੈ। ਇਹੋ ਜਿਹੀ ਉਪਜਾਊ ਧਰਤੀ ਅੱਗੇ ਮੈਂ ਕਿਤੇ ਵੀ ਨਹੀਂ ਵੇਖੀ। ਮੈਂ ਜ਼ਮੀਨ ਲੈਣ ਲਈ ਤੁਹਾਡੇ ਪਾਸ ਆਇਆ ਹਾਂ। ਸਰਦਾਰ ਨੇ ਕਿਹਾ, ਅਸੀਂ ਤੇਰੇ ਤੋਹਫੇ ਲੈ ਕੇ ਬੜੇ ਖੁਸ਼ ਹਾਂ। ਤੂੰ ਕੇਵਲ ਇਸ਼ਾਰਾ ਕਰ ਦੇ ਕਿ ਤੈਨੂੰ ਕਿੰਨੀ ਅਤੇ ਕਿਹੜੀ ਜ਼ਮੀਨ ਚਾਹੀਦੀ ਹੈ, ਬਸ ਤੂੰ ਸਮਝ ਕੇ ਉਹ ਤੇਰੀ ਹੋਈ। ਇਹ ਸੁਣ ਕੇ ਪਾਹਮ ਸੋਚਣ ਲੱਗਾ, ਲਿਖਤ ਤੋਂ ਬਿਨਾਂ ਮੈਂ ਜ਼ਮੀਨ ਦਾ ਮਾਲਕ ਕਿਵੇਂ ਬਣ ਸਕਦਾ ਹੈ? ਹੋ ਸਕਦਾ ਹੈ ਕੱਲ੍ਹ ਨੂੰ ਇਹ ਮੁੱਕਰ ਹੀ ਜਾਣ। ਇਸ ਲਈ ਉਹ ਕਹਿਣ ਲੱਗਾ, ਮੈਂ ਤੁਹਾਡਾ ਬੜਾ ਧੰਨਵਾਦੀ ਹਾਂ। ਤੁਹਾਡੇ ਪਾਸ ਬੜੀ ਜ਼ਮੀਨ ਹੈ, ਮੈਂ ਇਸ ਵਿੱਚੋਂ ਥੋੜ੍ਹੀ ਜਿਹੀ ਲੈਣਾ ਚਾਹੁੰਦਾ ਹਾਂ। ਮੈਂ ਇਹ ਪੱਕਾ ਕਰਨਾ ਚਾਹੁੰਦਾ ਹਾਂ ਕਿ ਮੇਰੇ ਹਿੱਸੇ ਦੀ ਕਿਹੜੀ ਜ਼ਮੀਨ ਹੈ ਕਿ ਮੇਰੇ ਨਾਵੇਂ ਕੀਤੀ ਜ਼ਮੀਨ ਦੀ ਮਿਣਤੀ ਨਹੀਂ ਹੋ ਸਕਦੀ। ਜ਼ਿੰਦਗੀ ਦਾ ਕੀ ਭਰੋਸਾ ਹੈ? ਤੁਸੀਂ ਤਾਂ ਮੇਰੇ ਹਵਾਲੇ ਕਰ ਦਿੱਤੀ, ਪਰ ਨਾ ਜਾਣੀਏ ਜੇ ਤੁਹਾਡੇ ਪੁੱਤਰ ਪੋਤਰੇ ਹੀ ਮੈਥੋਂ ਖੋਹ ਲੈਣ ਤੇ ਫਿਰ? ਬਸ਼ਕੀਰਾਂ ਦਾ ਸਰਦਾਰ ਕਹਿਣ ਲੱਗਾ, ਤੂੰ ਬਿਲਕੁਲ ਠੀਕ ਕਿਹਾ ਹੈ। ਅਸੀਂ ਉਹ ਜ਼ਮੀਨ ਸਰਕਾਰੀ ਤੌਰ 'ਤੇ ਤੇਰੇ ਨਾਂ ਕਰ ਦਿੰਦੇ ਹਾਂ, ਪਰ ਉਸ ਜ਼ਮੀਨ ਦਾ ਮੁੱਲ ਕੀ ਹੋਏਗਾ? ਪਾਹਮ ਨੇ ਪੁੱਛਿਆ। ਸਰਦਾਰ ਨੇ ਉੱਤਰ ਦਿੱਤਾ, ਕੇਵਲ 1000 ਰੂਬਲ। ਪਾਹਮ ਨੇ ਫਿਰ ਪੁੱਛਿਆ, ਪਰ ਉਹ ਜ਼ਮੀਨ ਹੋਏਗੀ ਕਿੰਨੀ? ਸਰਦਾਰ ਨੇ ਉੱਤਰ ਦਿੱਤਾ, ਸਾਨੂੰ ਮਿਣਤੀ ਦਾ ਵੱਲ ਨਹੀਂ ਆਉਂਦਾ, ਅਸੀਂ ਤਾਂ ਜ਼ਮੀਨ ਦਿਨ ਦੇ ਹਿਸਾਬ ਨਾਲ ਵੇਚਦੇ ਹਾਂ। ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਦੇ ਡੁੱਬਣ ਤੱਕ ਜਿੰਨੀ ਜ਼ਮੀਨ ਤੂੰ ਇੱਕ ਦਿਨ ਵਿੱਚ ਗਾ ਲਵੇਂ, ਉਹ ਤੇਰੀ ਹੋਈ। ਇਹ ਸੁਣ ਕੇ ਪਾਹਮ ਬੜਾ ਹੈਰਾਨ ਹੋਇਆ ਅਤੇ ਕਹਿਣ ਲੱਗਾ, ਪਰ ਇੱਕ ਦਿਨ ਵਿੱਚ ਇੱਕ ਜ਼ਿਲ੍ਹਾ ਵੀ ਤਾਂ ਗਾਇਆ ਜਾ ਸਕਦਾ ਹੈ। ਸਰਦਾਰ ਬੜੀ ਉੱਚੀ ਸਾਰੀ ਹੱਸਦਾ ਹੋਇਆ ਬੋਲਿਆ, ਇਸ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ, ਪਰ ਇੱਕ ਸ਼ਰਤ ਹੈ ਕਿ ਸੂਰਜ ਡੁੱਬਣ ਤੋਂ ਪਹਿਲਾਂ ਜ਼ਮੀਨ ਨੂੰ ਵਲਦਿਆਂ ਹੋਇਆਂ ਤੂੰ ਉਸੇ ਥਾਂ 'ਤੇ ਪਹੁੰਚ ਜਾਣਾ ਹੈ ਜਿੱਥੋਂ ਤੂੰ ਤੁਰਿਆ ਸੀ, ਨਹੀਂ ਤਾਂ ਤੇਰੀ ਰਕਮ ਮਾਰੀ ਜਾਏਗੀ। ਪਾਹਮ ਨੇ ਪੁੱਛਿਆ, ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਕਿਹੜੇ ਰਸਤਿਓਂ ਲੰਘਿਆ? ਸਰਦਾਰ ਨੇ ਉਹਨੂੰ ਦੱਸਿਆ, ਤੂੰ ਥੋੜ੍ਹੀ ਵਿੱਥ 'ਤੇ ਬੇਲਚਾ ਲੈ ਕੇ ਨਿਸ਼ਾਨ ਲਾਈ ਜਾ। ਜਿਸ ਥਾਂ ਤੋਂ ਤੂੰ ਮੁੜਨ ਲੱਗੇ ਉੱਥੇ ਇੱਕ ਟੋਇਆ ਪੁੱਟ ਕੇ ਮਿੱਟੀ ਦੀਆਂ ਢੇਰੀਆਂ ਲਾਈ ਜਾਈ, ਪਰ ਇਹ ਖਿਆਲ ਰੱਖੀ ਕਿ ਸ਼ਾਮ ਤੱਕ ਤੂੰ ਉੱਥੇ ਮੁੜ ਆਈ ਜਿੱਥੋਂ ਤੂੰ ਤੁਰਿਆ ਸੈਂ। ਉਹ ਵਲੀ ਹੋਈ ਜ਼ਮੀਨ ਸਾਰੀ ਦੀ ਸਾਰੀ ਤੇਰੀ ਹੋਏਗੀ। ਇਹ ਸੁਣ ਕੇ ਪਾਹਮ ਬੜਾ ਖੁਸ਼ ਹੋਇਆ। ਉਹ ਅਗਲੇ ਪਲਕ ਸਵੇਰੇ ਉੱਠਦਿਆਂ ਹੀ ਇਸ ਕੰਮ ਨੂੰ ਸ਼ੁਰੂ ਕਰਨ ਦਾ ਮਨ ਬਣਾ ਲਿਆ। ਖਾਣਾ ਖਾਣ ਪਿੱਛੋਂ ਰਾਤ ਨੂੰ ਬਿਸਤਰੇ 'ਤੇ ਲੇਟ ਗਿਆ, ਪਰ ਉਹਨੂੰ ਪਲ ਭਰ ਵੀ ਨੀਂਦ ਨਾ ਆਈ। ਉਹ ਸੋਚਣ ਲੱਗਾ, ਮੈਂ ਇੱਕ ਦਿਨ ਵਿੱਚ ਸੁਖਾਲੇ ਹੀ 35 ਮੀਲ ਤੁਰ ਸਕਦਾ ਹਾਂ। ਅੱਜ ਕੱਲ੍ਹ ਦਿਨ ਵੀ ਵੱਡੇ ਨੇ ਅਤੇ 35 ਮੀਲ ਦੇ ਘੇਰੇ ਵਿੱਚ ਖਾਸੀ ਜ਼ਮੀਨ ਵਲੀ ਜਾ ਸਕਦੀ ਹੈ। ਬੰਜਰ ਹਿੱਸਾ ਜਾਂ ਤਾਂ ਮੈਂ ਵੇਚ ਦਿਆਂਗਾ ਜਾਂ ਕਿਰਾਏ 'ਤੇ ਦੇ ਦਿਆਂਗਾ ਅਤੇ ਵਧੀਆ ਜ਼ਮੀਨ ਆਪਣੇ ਪਾਸ ਰੱਖ ਲਵਾਂਗਾ। ਉਹਨੂੰ ਵਾਹੁਣ ਲਈ ਮੈਂ ਬੈਲਾਂ ਦੇ ਜੋੜੇ ਖਰੀਦ ਲਵਾਂਗਾ ਅਤੇ 2 ਨੌਕਰ ਰੱਖ ਲਵਾਂਗਾ। 150 ਏਕੜ ਵਾਹੀ ਲਈ ਅਤੇ ਬਾਕੀ ਦੀ ਆਪਣੇ ਪਸ਼ੂਆਂ ਦੇ ਚਰਨ ਲਈ ਰਹਿਣ ਦਿਆਂਗਾ। ਇਸ ਤਰ੍ਹਾਂ ਸੋਚਦਿਆਂ ਨੂੰ ਸਵੇਰ ਹੋ ਗਈ। ਅਚਾਨਕ ਇੱਕ ਪਲ ਲਈ ਉਹਦੀ ਅੱਖ ਲੱਗ ਗਈ ਅਤੇ ਉਹਨੂੰ ਇੱਕ ਸੁਪਨਾ ਆਇਆ। ਸੁਪਨੇ ਵਿੱਚ ਉਹਨੂੰ ਆਪਣੇ ਤੰਬੂ ਤੋਂ ਬਾਹਰ ਕਿਸੇ ਦੇ ਉੱਚੀ ਹੱਸਣ ਦੀ ਆਵਾਜ਼ ਆਈ। ਉਹਨੇ ਬਾਹਰ ਜਾ ਕੇ ਵੇਖਿਆ ਕਿ ਬਸ਼ਕੀਰ ਸਰਦਾਰ ਹੱਸ ਕੇ ਦੂਰਾ ਹੋ ਰਿਹਾ ਹੈ, ਪਰ ਪਾਹਮ ਜਦ ਉਹਦੇ ਨੇੜੇ ਗਿਆ ਤਾਂ ਪਤਾ ਲੱਗਿਆ ਕਿ ਉਹ ਸਰਦਾਰ ਨਹੀਂ, ਬਲਕਿ ਉਹ ਉਹੀ ਵਪਾਰੀ ਸੀ ਜਿਹੜਾ ਪਾਹਮ ਦੇ ਘਰ ਠਹਿਰਿਆ ਸੀ ਅਤੇ ਜਿਹਨੇ ਪਾਹਮ ਨੂੰ ਬਸ਼ਕੀਰਾਂ ਦੇ ਦੇਸ਼ ਵੱਲ ਜਾਣ ਲਈ ਉਕਸਾਇਆ ਸੀ। ਪਾਹਮ ਉਹਨੂੰ ਕੁਝ ਪੁੱਛਣ ਹੀ ਲੱਗਾ ਸੀ ਕਿ ਉਹਦੀ ਸ਼ਕਲ ਸ਼ੈਤਾਨ ਦੇ ਰੂਪ ਵਿੱਚ ਬਦਲ ਗਈ, ਜਿਹਦਾ ਮੂੰਹ ਮਨੁੱਖ ਵਰਗਾ ਸੀ ਅਤੇ ਧੜ ਪਸ਼ੂਆਂ ਵਰਗਾ। ਉਹਦੇ ਕੋਲ ਹੀ ਪੁੰਜੇ ਇੱਕ ਆਦਮੀ ਲੇਟਿਆ ਪਿਆ ਸੀ। ਇਹ ਵੇਖਣ ਲਈ ਕਿ ਉਹ ਆਦਮੀ ਕੌਣ ਹੈ ਅਤੇ ਕੀ ਕਰ ਰਿਹਾ ਹੈ, ਪਾਹਮ ਸੁਪਨੇ ਵਿੱਚ ਹੀ ਅਗਾਂਹ ਵਧਿਆ। ਉਹਨੇ ਵੇਖਿਆ ਕਿ ਉਹ ਆਦਮੀ ਮਰਿਆ ਹੋਇਆ ਸੀ ਅਤੇ ਉਹ ਪਾਹਮ ਆਪ ਹੀ ਸੀ। ਡਰ ਅਤੇ ਘਬਰਾਹਟ ਕਾਰਨ ਉਹਨੂੰ ਇੱਕਦਮ ਜਾਗ ਆ ਗਈ ਅਤੇ ਉਹ ਕਹਿਣ ਲੱਗਾ, ਵੇਖੋ ਕਈ ਸੁਪਨੇ ਵੀ ਕੈਸੇ ਚੰਦਰੇ ਹੁੰਦੇ ਨੇ। ਇਹ ਕਹਿ ਕੇ ਉਹ ਉੱਠ ਪਿਆ, ਕਿਉਂਕਿ ਲੋ ਲੱਗ ਚੁੱਕੀ ਸੀ ਅਤੇ ਜ਼ਮੀਨ ਨੂੰ ਵਲਣ ਦਾ ਕੰਮ ਕਰਨ ਦਾ ਵੇਲਾ ਸ਼ੁਰੂ ਹੋਣ ਵਾਲਾ ਸੀ। ਉਹ ਤਿਆਰ ਹੋ ਕੇ ਸਿੱਧਾ ਸਰਦਾਰ ਪਾਸ ਗਿਆ। ਉਹਨੇ ਪਾਹਮ ਨੂੰ ਕਿਊਮਸ ਅਤੇ ਚਾਹ ਪੀਣ ਲਈ ਕਿਹਾ, ਪਰ ਉਹ ਕਹਿਣ ਲੱਗਾ ਕਿ ਹੁਣ ਜ਼ਮੀਨ ਦੀ ਪੈਮਾਇਸ਼ ਕਰਨ ਦਾ ਵੇਲਾ ਹੋ ਗਿਆ, ਖਾਣਾ ਪੀਣਾ ਬਾਅਦ ਵਿੱਚ ਵੇਖਿਆ ਜਾਏਗਾ। ਇਸ 'ਤੇ ਸਭ ਤਿਆਰ ਹੋ ਕੇ ਜ਼ਮੀਨ ਵੱਲ ਤੁਰ ਪਏ, ਕਈ ਘੋੜਿਆਂ 'ਤੇ ਅਤੇ ਕਈ ਘੋੜਾ ਗੱਡੀਆਂ 'ਤੇ। ਪਾਹਮ ਵੀ ਬੇਲਚਾ ਲੈ ਕੇ ਆਪਣੀ ਘੋੜਾ ਗੱਡੀ ਵਿੱਚ ਬੈਠ ਗਿਆ। ਕੁਝ ਦੂਰ ਜਾ ਕੇ ਸਭ ਜਣੇ ਇੱਕ ਨਿੱਕੀ ਜਿਹੀ ਪਹਾੜੀ 'ਤੇ ਚੜ੍ਹ ਗਏ ਅਤੇ ਇੱਕ ਥਾਂ 'ਤੇ ਇਕੱਠੇ ਹੋ ਗਏ। ਬਸ਼ਕੀਰਾਂ ਦੇ ਸਰਦਾਰ ਨੇ ਸਾਹਮਣੇ ਦੂਰ ਤੱਕ ਫੈਲੇ ਹੋਏ ਵਿਸ਼ਾਲ ਮੈਦਾਨ ਵੱਲ
ਇਸ਼ਾਰਾ ਕਰਦਿਆਂ ਕਿਹਾ, ਜਿੱਥੋਂ ਤੱਕ ਨਜ਼ਰ ਜਾਂਦੀ ਏ, ਜੇ ਹਿੰਮਤ ਕਰੇ ਤਾਂ ਤੂੰ ਇਹ ਸਾਰੀ ਜ਼ਮੀਨ ਹਾਸਲ ਕਰ ਸਕਦਾ ਹੈ। ਉਹ ਮੀਲਾਂ ਮੀਲ ਫੈਲਿਆ ਵਿਸ਼ਾਲ ਮੈਦਾਨ ਵੇਖ ਕੇ ਪਾਹਮ ਦੀਆਂ ਅੱਖਾਂ ਲਿਸ਼ਕ ਪਈਆਂ। ਇਹ ਕਾਲੀ ਮਿੱਟੀ ਦੀ ਜ਼ਮੀਨ ਸੀ, ਪੱਧਰੀ ਤੇ ਕਮਾਲ ਦੀ ਉਪਜਾਊ। ਬਸ਼ਕੀਰਾਂ ਦੇ ਸਰਦਾਰ ਨੇ ਆਪਣੀ ਟੋਪੀ ਸਿਰ ਤੋਂ ਲਾਈ ਤੇ ਜ਼ਮੀਨ ਤੇ ਟਿਕਾ ਦਿੱਤੀ। ਉਹ ਕਹਿਣ ਲੱਗਾ, ਇਹ ਨਿਸ਼ਾਨ ਏ, ਤੂੰ ਇੱਥੋਂ ਜ਼ਮੀਨ ਮਿਣਨੀ ਸ਼ੁਰੂ ਕਰ ਦੇ। ਜਿੰਨੀ ਜ਼ਮੀਨ ਤੂੰ ਸੂਰਜ ਡੁੱਬਦਿਆਂ ਤੱਕ ਵੱਲ ਲਏਂਗਾ, ਤੇਰੀ ਹੀ ਮਲਕੀਅਤ ਬਣ ਜਾਏਗੀ। ਪਾਹਮ ਨੇ ਆਪਣੇ ਕੋਟ ਦੀ ਜੇਬ ਵਿੱਚ ਰੋਟੀ ਰੱਖ ਲਈ ਤੇ ਪੇਟੀ ਆਪਣੇ ਲੱਕ ਨਾਲ ਕੱਸ ਕੇ ਬੰਨ੍ਹ ਲਈ। ਉਸਦੇ ਇੱਕ ਪਾਸੇ ਪਾਣੀ ਦੀ ਭਰੀ ਹੋਈ ਬੋਤਲ ਟੰਗ ਲਈ। ਫਿਰ ਹੱਥ ਵਿੱਚ ਬੇਲਚਾ ਲੈ ਕੇ ਉਹ ਚੜ੍ਹਦੇ ਸੂਰਜ ਦੀ ਦਿਸ਼ਾ ਵੱਲ ਤੁਰ ਪਿਆ। ਕੋਈ 1000 ਗਜ਼ ਦੂਰ ਜਾ ਕੇ ਉਹਨੇ ਇੱਕ ਟੋਇਆ ਪੁੱਟਿਆ ਤੇ ਲਾਗੇ ਹੀ ਮਿੱਟੀ ਦਾ ਇੱਕ ਢੇਰ ਲਾ ਦਿੱਤਾ। ਇਸੇ ਤਰ੍ਹਾਂ ਇੰਨੇ ਹੀ ਫਾਸਲੇ ਤੇ ਇੱਕ ਹੋਰ ਅਗਾਂਹ ਮਿੱਟੀ ਦਾ ਢੇਰ ਇੱਕ ਹੋਰ ਲਾ ਦਿੱਤਾ। ਫਿਰ ਉਹਦੇ ਪਿਛਾਂਹ ਵੱਲ ਮੁੜ ਕੇ ਦੇਖਿਆ, ਪਹਾੜੀ ਕੋਈ 3 ਕੁ ਮੀਲ ਪਿਛਾਂਹ ਰਹਿ ਗਈ ਸੀ। ਹੁਣ ਧੁੱਪ ਵੀ ਤੇਜ਼ ਹੋ ਗਈ ਸੀ, ਇਸ ਲਈ ਉਹਨੇ ਆਪਣਾ ਕੋਟ ਲਾ ਕੇ ਮੋਢਿਆਂ 'ਤੇ ਸੁੱਟ ਲਿਆ ਤੇ ਆਪਣੀ ਚਾਲ ਤੇਜ਼ ਕਰ ਲਈ। ਕੁਝ ਦੂਰ ਹੋਰ ਜਾ ਕੇ ਉਹਨੇ ਆਪਣੇ ਬੂਟ ਵੀ ਲਾ ਲਏ ਤੇ ਆਪਣੀ ਪੇਟੀ ਨਾਲ ਟੰਗ ਲਏ। ਬੂਟਾਂ ਤੋਂ ਬਿਨਾਂ ਉਹ ਜ਼ਿਆਦਾ ਆਸਾਨੀ ਨਾਲ ਤੁਰ ਸਕਦਾ ਸੀ। ਉਹ ਸੋਚਣ ਲੱਗਾ, ਮੈਂ 3 ਕੁ ਮੀਲ ਹੋਰ ਅਗਾਂਹ ਜਾ ਕੇ ਫਿਰ ਖੱਬੇ ਹੱਥ ਮੁੜਾਂਗਾ। ਇਹ ਜ਼ਮੀਨ ਇਤਨੀ ਸੋਹਣੀ ਹੈ ਕਿ ਇਸ ਵਿੱਚੋਂ 1 ਇੰਚ ਵੀ ਹੱਥੋਂ ਗਵਾਣੀ ਮੂਰਖਤਾ ਹੋਵੇਗੀ। ਸੋ ਕੁਝ ਦੂਰ ਅਗਾਂਹ ਜਾ ਕੇ ਉਹਨੇ ਪਿਛਾਂਹ ਵੱਲ ਝਾਤੀ ਮਾਰੀ। ਹੁਣ ਉਹ ਪਹਾੜੀ ਜਿੱਥੋਂ ਤੁਰਿਆ ਸੀ, ਧੁੰਦ ਵਿੱਚ ਮੱਧਮ ਪੈ ਗਈ ਸੀ। ਉੱਥੇ ਖੜ੍ਹੇ ਲੋਕ ਕੀੜੀਆਂ ਦੀ ਨਿਆਈ ਨਿੱਕੇ ਨਿੱਕੇ ਲੱਗ ਰਹੇ ਸਨ। ਪਾਹਮ ਨੇ ਸੋਚਿਆ, ਮੈਂ ਬੜੀ ਦੂਰ ਆ ਚੁੱਕਾ ਹੈ, ਲੱਗਦਾ ਹੁਣ ਮੈਨੂੰ ਮੁੜ ਪੈਣਾ ਚਾਹੀਦਾ ਹੈ। ਗਰਮੀ ਦੇ ਤੇਹ ਨਾਲ ਮੈਂ ਬੇਦਿਲ ਹੋ ਗਿਆ ਹਾਂ। ਸੋ ਪਾਹਮ ਉੱਥੇ ਹੀ ਰੁਕ ਗਿਆ ਤੇ ਇੱਕ ਟੋਆ ਪੁੱਟ ਕੇ ਲਾਗੇ ਹੀ ਮਿੱਟੀ ਦੀ ਢੇਰੀ ਲਾ ਦਿੱਤੀ। ਫਿਰ ਬੋਤਲ ਵਿੱਚੋਂ ਥੋੜ੍ਹਾ ਜਿਹਾ ਪਾਣੀ ਪੀ ਕੇ ਤੇਹ ਬੁਝਾਈ ਤੇ ਉੱਥੋਂ ਖੱਬੀ ਦਿਸ਼ਾ ਵੱਲ ਤੁਰ ਪਿਆ। ਤੁਰਦਿਆਂ ਤੁਰਦਿਆਂ ਸੂਰਜ ਸਿਖਰ 'ਤੇ ਆ ਗਿਆ ਤੇ ਧੁੱਪ ਤੇਜ਼ ਹੋ ਗਈ। ਉਹ ਹੁਣ ਬੜਾ ਥੱਕ ਗਿਆ ਸੀ, ਇਸ ਲਈ ਉਹ ਇੱਕ ਥਾਂ ਬੈਠ ਕੇ ਰੋਟੀ ਖਾਣ ਲੱਗ ਪਿਆ, ਪਰ ਬਿਨਾਂ ਆਰਾਮ ਕੀਤਿਆਂ ਹੀ ਉਹ ਸਫ਼ਰ 'ਤੇ ਤੁਰ ਪਿਆ। ਉਸ ਨੂੰ ਡਰ ਸੀ ਕਿ ਜੇ ਉਹ ਲੇਟ ਹੋ ਗਿਆ ਤਾਂ ਕਿਤੇ ਉਹਦੀ ਅੱਖ ਹੀ ਨਾ ਲੱਗ ਜਾਏ ਤੇ ਕੀਤਾ ਕਰਾਇਆ ਖੂਹ ਵਿੱਚ ਪੈ ਜਾਏ। ਰੋਟੀ ਨਾਲ ਉਸਨੂੰ ਕੁਝ ਤਰਾਸ ਹੋ ਗਿਆ ਸੀ, ਇਸ ਲਈ ਕੁਝ ਰਸਤਾ ਤਾਂ ਮੌਜ ਵਿੱਚ ਤੁਰਿਆ ਗਿਆ, ਪਰ ਧੁੱਪ ਦੀ ਤੇਜ਼ੀ ਕਾਰਨ ਉਸਨੂੰ ਫਿਰ ਸੁਸਤੀ ਚੜ੍ਹ ਗਈ ਤੇ ਅੱਖਾਂ ਵਿੱਚ ਨੀਂਦ ਭਰ ਗਈ। ਫਿਰ ਵੀ ਉਹ ਹੱਠ ਕਰਕੇ ਤੁਰਦਾ ਹੀ ਗਿਆ। ਉਹਦੇ ਮਨ ਵਿੱਚ ਕਿਹਾ, ਇੱਕ ਘੜੀ ਦਾ ਦੁੱਖ ਤੇ ਸਾਰੀ ਉਮਰ ਦਾ ਸੁੱਖ। ਕੁਝ ਦੂਰ ਹੋਰ ਜਾ ਕੇ ਉਹ ਫਿਰ ਖੱਬੀ ਦਿਸ਼ਾ ਵੱਲ ਮੁੜਨ ਹੀ ਲੱਗਾ ਸੀ ਕਿ ਸਾਹਮਣੇ ਉਹਨੂੰ ਨੀਵੀਂ ਤੇ ਸਿੱਲੀ ਧਰਤੀ ਨਜ਼ਰੀ ਪਈ। ਉਹਨੇ ਕਿਹਾ, ਮੈਂ ਮੂਰਖ ਹੋਵਾਂਗਾ ਜੇ ਜ਼ਮੀਨ ਵੀ ਵਲਗਣ ਵਿੱਚ ਨਾ ਲੈ ਲਵਾਂ। ਇੱਥੇ ਪਟਸਨ ਬੜੀ ਸੋਹਣੀ ਉੱਗ ਸਕਦੀ ਹੈ। ਸੋ ਉਹਨੇ ਸਾਰੀ ਜ਼ਮੀਨ ਵੀ ਵੱਲ ਲਈ ਤੇ ਨਿਸ਼ਾਨੀ ਵਜੋਂ ਇੱਕ ਟੋਆ ਪੁੱਟ ਕੇ ਫਿਰ ਖੱਬੀ ਦਿਸ਼ਾ ਵੱਲ ਮੁੜ ਗਿਆ। ਉਹਨੇ ਸੋਚਿਆ ਕਿ ਉਹਨੇ ਵਲਗਣ ਦਾ ਇਹ ਪਾਸਾ ਬਹੁਤ ਹੀ ਲੰਮਾ ਕਰ ਲਿਆ ਹੈ, ਇਸ ਲਈ ਪਹਾੜੀ ਕੋਲ ਪਹੁੰਚਣ ਲਈ ਤੀਜਾ ਪਾਸਾ ਛੋਟਾ ਕਰਨਾ ਜ਼ਰੂਰੀ ਹੈ। ਉਹ ਵਰਗ ਦੀ ਤੀਜੀ ਦਿਸ਼ਾ ਵਿੱਚ ਕੋਈ 2 ਕੁ ਮੀਲ ਹੀ ਗਿਆ ਹੋਣਾ ਹੈ ਕਿ ਉਹਨੇ ਮਹਿਸੂਸ ਕੀਤਾ ਕਿ ਦਿਨ ਕਾਫੀ ਢਲ ਗਿਆ ਹੈ। ਇਸ ਵੇਲੇ ਉਹ ਪਹਾੜੀ ਤੋਂ ਕੋਈ 10 ਮੀਲ ਦੂਰ ਸੀ ਤੇ ਵਕਤ ਬਹੁਤ ਥੋੜ੍ਹਾ ਰਹਿ ਗਿਆ ਸੀ, ਇਸ ਲਈ ਉਹ ਕੁਝ ਘਬਰਾ ਗਿਆ। ਉਹਨੇ ਉਸ ਥਾਂ ਇੱਕ ਟੋਇਆ ਪੁੱਟਿਆ ਤੇ ਉੱਥੋਂ ਸਿੱਧਾ ਉਸ ਥਾਂ ਵੱਲ ਤੁਰ ਪਿਆ ਜਿੱਥੋਂ ਉਹਨੇ ਵਲਗਣ ਵਲਣੀ ਸ਼ੁਰੂ ਕੀਤੀ ਸੀ। ਪਾਹਮ ਹੁਣ ਧੁੱਪ ਤੇ ਥਕਾਵਟ ਕਾਰਨ ਬਿਲਕੁਲ ਨਿਡਾਲ ਹੋ ਚੁੱਕਾ ਸੀ। ਉਹਦਾ ਜੀਅ ਕਰਦਾ ਸੀ ਕਿ ਉਹ ਆਰਾਮ ਕਰਨ ਲਈ ਲੇਟ ਜਾਵੇ, ਪਰ ਉਹ ਮਜਬੂਰ ਸੀ ਕਿਉਂਕਿ ਧੁੱਪ ਬੜੀ ਤੇਜ਼ੀ ਨਾਲ ਢਲ ਰਹੀ ਸੀ। ਉਹ ਮਨ ਵਿੱਚ ਕਹਿਣ ਲੱਗਾ, ਮੈਂ ਜ਼ਿਆਦਾ ਜ਼ਮੀਨ ਦੇ ਲਾਲਚ ਵਿੱਚ ਆ ਕੇ ਕਿੱਡੀ ਮੂਰਖਤਾ ਕੀਤੀ ਏ। ਜੇ ਮੈਂ ਵੇਲੇ ਸਿਰ ਆਪਣੇ ਟਿਕਾਣੇ 'ਤੇ ਨਾ ਪੜ ਸਕਿਆ ਤਾਂ ਕੀ ਹੋਊ। ਡਰ ਤੇ ਘਬਰਾਹਟ ਕਾਰਨ ਉਹਨੇ ਆਪਣਾ ਕੋਟ, ਪਾਣੀ ਦੀ ਬੋਤਲ, ਬੂਟ, ਟੋਪੀ ਆਦਿ ਸਭ ਵਗਾਹ ਮਾਰੇ ਤੇ ਵਾਹੋ ਦਾ ਹੀ ਨੱਸਣਾ ਸ਼ੁਰੂ ਕਰ ਦਿੱਤਾ। ਪਸੀਨੇ ਨਾਲ ਉਹਦੇ ਕੱਪੜੇ ਪਾਣੀ ਪਾਣੀ ਹੋ ਗਏ ਤੇ ਮੂੰਹ ਸੁੱਕ ਗਿਆ। ਉਹਦਾ ਦਿਲ ਧੱਕ ਧੱਕ ਕਰ ਰਿਹਾ ਸੀ। ਇੰਝ ਲੱਗਦਾ ਸੀ ਕਿ ਉਹਦੀਆਂ ਲੱਤਾਂ ਵਿੱਚ ਜਾਨ ਨਹੀਂ ਰਹੀ, ਪਰ ਫਿਰ ਵੀ ਉਹ ਦੌੜਦਾ ਹੀ ਗਿਆ। ਉਹ ਸੋਚਣ ਲੱਗਾ ਕਿ ਜੇ ਮੈਂ ਹੁਣ ਰੁਕ ਗਿਆ ਤਾਂ ਉਹ ਸਾਰੇ ਮੈਨੂੰ ਮੂਰਖ ਸਮਝਣਗੇ। ਇਸ ਲਈ ਥਕਾਵਟ ਤੇ ਘਬਰਾਹਟ ਦੇ ਬਾਵਜੂਦ ਵੀ ਉਹਨੇ ਆਪਣੀ ਰਫ਼ਤਾਰ ਹੌਲੀ ਨਾ ਹੋਣ ਦਿੱਤੀ। ਹੁਣ ਉਹਨੂੰ ਦੂਰ ਸਾਰੇ ਬਸ਼ਕੀਰਾਂ ਦੀਆਂ ਆਵਾਜ਼ਾਂ ਵੀ ਸੁਣਾਈ ਦੇਣ ਲੱਗ ਪਈਆਂ। ਉਹ ਪਾਹਮ ਨੂੰ ਦੂਰੋਂ ਹੱਲਾਸ਼ੇਰੀ ਦੇ ਰਹੇ ਸਨ, ਜਿਸ ਨਾਲ ਉਹਦਾ ਹੌਸਲਾ ਵੱਧ ਗਿਆ ਤੇ ਉਹ ਵਾਹੋ ਦਾਈ ਦੌੜਦਾ ਹੀ ਗਿਆ। ਹੁਣ ਸੂਰਜ ਦੂਰ ਪੱਛਮ ਵੱਲ ਪਹਾੜੀ ਦੀ ਚੋਟੀ ਕੋਲ ਪਹੁੰਚ ਚੁੱਕਾ ਸੀ ਤੇ ਸੁਹਾ ਲਾਲ ਦਿਖਾਈ ਦੇ ਰਿਹਾ ਸੀ, ਪਰ ਪਾਹਮ ਵੀ ਟਿਕਾਣੇ ਲਾਗੇ ਪਹੁੰਚ ਹੀ ਚੁੱਕਾ ਸੀ। ਉਹਨੂੰ ਪੁੰਜੇ ਪਈ ਜੱਤ ਵਾਲੀ ਟੋਪੀ ਤੇ ਲਾਗੇ ਹੀ ਬੈਠਾ ਬਸ਼ਕੀਰਾਂ ਦਾ ਸਰਦਾਰ ਸਾਫ਼ ਦਿਸ ਰਿਹਾ ਸੀ। ਇਹ ਵੇਖ ਕੇ ਪਾਹਮ ਨੂੰ ਆਪਣਾ ਸਵੇਰ ਵਾਲਾ ਸੁਪਨਾ ਯਾਦ ਆ ਗਿਆ। ਪਾਹਮ ਨੂੰ ਮਨ ਵਿੱਚ ਖਿਆਲ ਆਇਆ ਕਿ ਜ਼ਮੀਨ ਤਾਂ ਮੈਂ ਕਾਫੀ ਵੱਲ ਲਈ ਏ, ਪਰ ਪਤਾ ਨਹੀਂ ਮੇਰਾ ਇਸ 'ਤੇ ਵਸਣਾ ਨਸੀਬਾਂ ਵਿੱਚ ਹੈ ਕਿ ਨਹੀਂ। ਮੇਰੇ ਵਿੱਚ ਹੁਣ ਜ਼ਰਾ ਜਿੰਨਾ ਸਾਹ ਸੱਤ ਨਹੀਂ ਰਿਹਾ। ਮੌਤ ਮੈਨੂੰ ਆਵਾਜ਼ਾਂ ਮਾਰ ਲਈ ਲੱਗਦੀ ਏ। ਸੂਰਜ ਦੀ ਟਿੱਕੀ ਪਹਾੜੀ ਦੀ ਚੋਟੀ ਨਾਲ ਜਾ ਲੱਗੀ ਤੇ ਇਸ ਬਾਕੀ ਪਲਾਂ ਦੀ ਹੀ ਖੇਡ ਸੀ, ਇਸ ਲਈ ਉਹਨੇ ਪੂਰਾ ਤਾਣ ਲਾ ਕੇ ਇੱਕ ਹੋਰ ਹੰਬਲਾ ਮਾਰਿਆ ਤੇ ਪਹਾੜੀ ਦੇ ਦਾਮਨ ਲਾਗੇ ਪਹੁੰਚਿਆ ਹੀ ਸੀ ਕਿ ਸੂਰਜ ਪਹਾੜੀ ਪਿੱਛੇ ਡੁੱਬ ਗਿਆ। ਉਹਦੇ ਮੂੰਹੋਂ ਬੇਮੁਹਾਰੇ ਇੱਕ ਚੀਕ ਨਿਕਲ ਗਈ, ਹਾਏ ਮੇਰੀ ਸਾਰੀ ਕੋਸ਼ਿਸ਼ ਅਜਾਈ ਹੀ ਗਈ। ਉਹ ਨਿਰਾਸ਼ ਹੋ ਕੇ ਰੁਕਣ ਹੀ ਲੱਗਾ ਸੀ ਕਿ ਪਹਾੜੀ ਉੱਪਰੋਂ ਬਸ਼ਕੀਰਾਂ ਦੀ ਹੱਲਾਸ਼ੇਰੀ ਨੇ ਉਹਨੂੰ ਫੇਰ ਕੁਝ ਹੌਸਲਾ ਦਿੱਤਾ। ਭਾਵੇਂ ਪਹਾੜੀ ਦੇ ਦਾਮਨ ਤੋਂ ਸੂਰਜ ਨਜ਼ਰ ਨਹੀਂ ਸੀ ਆ ਰਿਹਾ, ਪਰ ਪਹਾੜੀ ਦੀ ਚੋਟੀ ਤੋਂ ਹਾਲੀ ਵੀ ਦਿਸ ਰਿਹਾ ਸੀ। ਉਹਨੂੰ ਸਾਹ ਚੜਿਆ ਹੋਇਆ ਸੀ, ਪਰ ਉਹਨੇ ਹਿੰਮਤ ਕਰਕੇ ਇੱਕ ਹੋਰ ਹੰਬਲਾ ਮਾਰਿਆ। ਉਹ ਆਪਣੇ ਟਿਕਾਣੇ ਪਹੁੰਚ ਗਿਆ।
ਲਾਗੇ ਹੀ ਬਸ਼ਕੀਰਾਂ ਦਾ ਸਰਦਾਰ ਬੈਠਾ ਹੱਸ ਰਿਹਾ ਸੀ। ਪਾਹਮ ਨੂੰ ਆਪਣਾ ਸਵੇਰ ਵਾਲਾ ਸੁਪਨਾ ਫਿਰ ਯਾਦ ਆ ਗਿਆ ਤੇ ਉਹਦੇ ਮੂੰਹੋਂ ਬੇਮੁਹਾਰੇ ਹੀ ਇੱਕ ਚੀਕ ਨਿਕਲ ਗਈ। ਉਹ ਲਪਕ ਕੇ ਅਗਾਂਹ ਵੱਲ ਨੂੰ ਜਾ ਪਿਆ ਤੇ ਹੱਥ ਅਗਾਂਹ ਕਰਕੇ ਟੋਪੀ ਨੂੰ ਛੂਹ ਲਿਆ। ਬਸ਼ਕੀਰਾਂ ਦਾ ਸਰਦਾਰ ਕਹਿਣ ਲੱਗਾ, ਇਹ ਬੜਾ ਹਿੰਮਤੀ ਤੇ ਦਲੇਰ ਬੰਦਾ ਏ, ਵੇਖੋ ਇਹਨੇ ਇੱਕੋ ਦਿਨ ਵਿੱਚ ਕਿੰਨੀ ਜ਼ਮੀਨ ਵੱਲ ਲਈ ਏ। ਪਾਹਮ ਦੇ ਨੌਕਰ ਦੌੜੇ ਤੇ ਉਹਨਾਂ ਨੇ ਪਾਹਮ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਮੂੰਹ ਵਿੱਚੋਂ ਲਹੂ ਨਿਕਲ ਰਿਹਾ ਸੀ ਤੇ ਉਹ ਸਵਾਸ ਤਿਆਗ ਚੁੱਕਾ ਸੀ। ਇਹ ਵੇਖ ਕੇ ਬਸ਼ਕੀਰਾਂ ਨੂੰ ਬੜਾ ਦੁੱਖ ਹੋਇਆ। ਉਹਨਾਂ ਨੇ ਪਾਹਮ ਦਾ ਹੀ ਬੇਲਚਾ ਲਿਆ ਤੇ ਉਹਦੇ ਸਰੀਰ ਦੀ ਲੰਬਾਈ ਜਿੰਨੀ ਕਬਰ ਪੁੱਟ ਕੇ ਉਹਨੂੰ ਉਸੇ ਵਿੱਚ ਦਬਾ ਦਿੱਤਾ। ਪਾਹਮ ਨੂੰ ਹੁਣ ਕੇਵਲ ਸਿਰ ਤੋਂ ਪੈਰਾਂ ਤੱਕ 6 ਫੁੱਟ ਲੰਮੀ ਜ਼ਮੀਨ ਹੀ ਕਾਫੀ ਸੀ। ਇੱਕ ਨਿੱਕੀ ਜਿਹੀ ਚੰਗਿਆੜੀ ਤੋਂ ਬਲਿਆ ਭਾਂਬੜ। ਕਿਸੇ ਪਿੰਡ ਵਿੱਚ ਆਈਵਨ ਨਾਂ ਦਾ ਇੱਕ ਕਿਸਾਨ ਰਹਿੰਦਾ ਸੀ। ਉਹਨੇ ਆਪਣੇ ਜੀਵਨ ਦੇ ਦਿਨ ਬੜੀ ਖੁਸ਼ੀ ਵਿੱਚ ਗੁਜ਼ਾਰੇ ਸਨ ਤੇ ਉਹਨੇ ਹੁਣੇ ਜਿਹੀ ਬੁਢਾਪੇ ਵਿੱਚ ਕਦਮ ਰੱਖਿਆ ਸੀ। ਉਹਦੇ 3 ਲੜਕੇ ਸਨ। ਸਭ ਤੋਂ ਵੱਡੇ ਲੜਕੇ ਦਾ ਵਿਆਹ ਹੋ ਚੁੱਕਾ ਸੀ ਤੇ ਵਿਚਕਾਰਲੇ ਦਾ ਵਿਆਹ ਹੋਣ ਵਾਲਾ ਸੀ। ਸਭ ਤੋਂ ਛੋਟਾ ਲੜਕਾ, ਜੋ ਸਭ ਨਾਲੋਂ ਤਕੜਾ ਸੀ, ਆਪਣੇ ਘੋੜਿਆਂ ਦੀ ਦੇਖਭਾਲ ਕਰਦਾ ਸੀ। ਉਹਨੇ ਹੁਣੇ ਜਿਹੀ ਹਲ ਵਾਹੁਣਾ ਸਿੱਖਣਾ ਸ਼ੁਰੂ ਕੀਤਾ ਸੀ। ਆਈਵਨ ਦੀ ਪਤਨੀ ਘਰੋਗੀ ਮਾਮਲਿਆਂ ਵਿੱਚ ਬੜੀ ਸੂਝ ਸਿਆਣਪ ਰੱਖਦੀ ਸੀ ਤੇ ਉਹਦੀ ਨੂੰਹ ਵੀ ਚੁੱਪ ਜਿਹੀ ਕੀਤੀ ਗਈ ਤੇ ਮਿਹਨਤੀ ਲੜਕੀ ਸੀ। ਇਸ ਲਈ ਪਰਿਵਾਰ ਵਿੱਚ ਸਭ ਜਣੇ ਖੁਸ਼ ਰਹਿੰਦੇ ਸਨ। ਕੇਵਲ ਆਈਵਨ ਦੀ ਬਿਰਧ ਮਾਤਾ, ਜੋ 7 ਕੁ ਸਾਲ ਤੋਂ ਬਿਮਾਰੀ 'ਤੇ ਸੀ, ਬਿਸਤਰੇ 'ਤੇ ਪਿਆ ਸੀ। ਆਈਵਨ ਕੋਲ ਗੁਜ਼ਾਰੇ ਲਈ ਕਾਫੀ ਕੁਝ ਸੀ। 4 ਘੋੜੇ, 1 ਗਊ ਤੇ 15 ਭੇਡਾਂ। ਹੋਰ ਕੰਮਕਾਰਾਂ ਤੋਂ ਇਲਾਵਾ ਘਰ ਦੇ ਗੁਜ਼ਾਰੇ ਲਈ ਕੱਪੜਾ ਵੀ ਘਰ ਦੀਆਂ ਇਸਤਰੀਆਂ ਹੀ ਕੱਤ ਬੁਣ ਲੈਂਦੀਆਂ ਸਨ। ਆਦਮੀ ਵਾਹੀ ਕਰਦੇ ਸਨ ਤੇ ਦਾਣਾ ਫੱਕਾ ਲੋੜ ਤੋਂ ਜ਼ਿਆਦਾ ਇਕੱਠਾ ਹੋ ਜਾਂਦਾ ਸੀ, ਜਿਸ ਵਿੱਚੋਂ ਵੇਚ ਵੱਟ ਵੀ ਲੈਂਦੇ ਸਨ। ਉਹਨਾਂ ਦਾ ਸਾਰਾ ਜੀਵਨ ਖੂਬ ਮੌਜ ਵਿੱਚ ਲੰਘ ਜਾਂਦਾ, ਜੇ ਕਿਤੇ ਇਸ ਟੱਬਰ ਦੀ ਆਪਣੇ ਲੰਗੜੇ ਗਵਾਂਢੀ ਗੈਬਰੀਅਲ ਨਾਲ ਝਗੜਾ ਨਾ ਹੋ ਜਾਂਦਾ। ਜਿੰਨਾ ਚਿਰ ਤਾਂ ਵੱਡਿਆਂ ਦੀ ਮੰਨੀ ਜਾਂਦੀ ਰਹੀ, ਗਵਾਂਢੀ ਆਪਸ ਵਿੱਚ ਮਿਲ ਵਰਤ ਕੇ ਰਹਿੰਦੇ ਰਹੇ। ਜੇ ਇੱਕ ਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਤਾਂ ਦੂਜੇ ਕੋਲੋਂ ਮੰਗ ਕੇ ਵਕਤ ਟਪਾ ਲੈਂਦਾ। ਜੇ ਕਿਸੇ ਦਾ ਪਸ਼ੂ ਗਵਾਂਢੀ ਦੀ ਪੈਲੀ ਵਿੱਚ ਵੜ ਜਾਂਦਾ ਤਾਂ ਉਹਨੂੰ ਹਿੱਕ ਕੇ ਬਾਹਰ ਕੱਢ ਦਿੰਦਾ ਤੇ ਕੇਵਲ ਇੰਨਾ ਹੀ ਕਹਿੰਦਾ, ਬਈ ਆਪਣੇ ਪਸ਼ੂ ਨੂੰ ਜ਼ਰਾ ਸੰਭਾਲ ਕੇ ਰੱਖਿਆ ਕਰ। ਘੜਾਂ ਦੇ ਕੁਆਰ ਸਦਾ ਖੁੱਲ੍ਹੇ ਰਹਿੰਦੇ ਤੇ ਚੋਰੀ ਚਾਰੀ ਦੀ ਕਦੀ ਵੀ ਕੋਈ ਵਾਰਦਾਤ ਨਹੀਂ ਸੀ ਹੋਈ, ਨਾ ਹੀ ਉੱਥੇ ਕੋਈ ਇੱਕ ਦੂਜੇ ਦੀ ਚੁਗਲੀ ਨਿੰਦਿਆ ਕਰਦਾ ਸੀ। ਪਰ ਜਦੋਂ ਉਹਨਾਂ ਨੇ ਪੁੱਤਰਾਂ ਨੇ ਜਵਾਨ ਹੋ ਕੇ ਆਪੋ ਆਪਣੇ ਘਰਾਂ ਦੀ ਵਾਗਡੋਰ ਸੰਭਾਲ ਲਈ ਤਾਂ ਸਾਰਾ ਨਕਸ਼ਾ ਹੀ ਬਦਲ ਗਿਆ। ਇਹ ਸਭ ਪੁਆੜਾ ਇੱਕ ਮਾਮੂਲੀ ਜਿਹੀ ਘਟਨਾ ਤੋਂ ਪਿਆ। ਆਈਵਨ ਦੀ ਨੂੰਹ ਨੇ ਇੱਕ ਕੁੱਕੜੀ ਰੱਖੀ ਹੋਈ ਸੀ, ਜੋ ਇੱਕ ਵਾਰ ਮੌਸਮ ਤੋਂ ਕੁਝ ਪਹਿਲਾਂ ਹੀ ਆਂਡੇ ਦੇਣ ਲੱਗ ਪਈ। ਉਹ ਹਰ ਰੋਜ਼ ਘੋੜਾ ਗੱਡੀ ਰੱਖਣ ਵਾਲੇ ਤਬੇਲੇ ਵਿੱਚ ਆਂਡਾ ਦਿੰਦੀ ਤੇ ਆਈਵਨ ਦੀ ਨੂੰਹ ਉਹ ਆਂਡਾ ਚੁੱਕ ਲਿਆਉਂਦੀ। ਪਰ ਇੱਕ ਦਿਨ ਮੁੰਡਿਆਂ ਦੇ ਰੌਲੇ ਗੋਲੇ ਤੋਂ ਡਰ ਕੇ ਕੁੱਕੜੀ ਗੁਆਂਢੀ ਦੇ ਵਿਹੜੇ ਵਿੱਚ ਜਾ ਵੜੀ ਤੇ ਆਂਡਾ ਉੱਥੇ ਦੇ ਆਈ। ਆਂਡਾ ਹਰ ਰੋਜ਼ ਵਾਲੀ ਥਾਂ ਨਾ ਪਿਆ ਵੇਖ ਕੇ ਆਈਵਨ ਦੀ ਨੂੰਹ ਨੇ ਗੁਆਂਢੀ ਗੈਬਰੀਅਲ ਦੇ ਘਰ ਦਾ ਜਾ ਬੂਹਾ ਖੜਕਾਇਆ। ਗੈਬਰੀਅਲ ਦੀ ਮਾਂ ਬਾਹਰ ਆਈ ਤੇ ਪੁੱਛਣ ਲੱਗੀ, ਕੀ ਗੱਲ ਹੈ ਬੀਬਾ? ਆਈਵਨ ਦੀ ਨੂੰਹ ਨੇ ਉੱਤਰ ਦਿੱਤਾ, ਮਾਂ, ਅੱਜ ਸਵੇਰੇ ਸਾਡੀ ਕੁੱਕੜੀ ਤੁਹਾਡੇ ਵਿਹੜੇ ਵਿੱਚ ਵੜ ਗਈ ਸੀ, ਕਿਤੇ ਆਂਡਾ ਉੱਥੇ ਤਾਂ ਨਹੀਂ ਦੇ ਆਈ? ਗੈਬਰੀਅਲ ਦੀ ਮਾਂ ਕਹਿਣ ਲੱਗੀ, ਅਸੀਂ ਤਾਂ ਆਂਡਾ ਕਿਤੇ ਨਹੀਂ ਵੇਖਿਆ। ਸਾਡੀ ਆਪਣੀ ਕੁੱਕੜੀ ਚਿਰਾਂ ਤੋਂ ਆਂਡੇ ਦਿੰਦੀ ਆ ਰਹੀ ਏ। ਸਾਡੇ ਲਈ ਉਹੀ ਕਾਫੀ ਨੇ। ਦੂਜਿਆਂ ਦੇ ਆਂਡੇ ਅਸੀਂ ਸਿਰ ਮਾਰਨੇ ਨੇ, ਨਾਲੇ ਆਪਣੀ ਕੁੱਕੜੀ ਦੇ ਆਂਡੇ ਲੱਭਣ ਲਈ ਦੂਜਿਆਂ ਦੇ ਵਿਹੜੇ ਥੋੜ੍ਹੀ ਜਾ ਫੋਲੀ ਦੇ ਨੇ। ਇਹ ਟੋਕ ਸੁਣ ਕੇ ਆਈਵਨ ਦੇ ਨੂੰਹ ਦਾ ਪਾਰਾ ਚੜ੍ਹ ਗਿਆ। ਗੁੱਸੇ ਵਿੱਚ ਉਹਦੇ ਮੂੰਹੋਂ ਵੱਧ ਘੱਟ ਸ਼ਬਦ ਵੀ ਨਿਕਲ ਗਏ। ਉਹਦੀ ਗਵਾਂਢਣ ਨੇ ਜਵਾਬ ਵਿੱਚ ਅੱਗੋਂ 2-4 ਹੋਰ ਸੁਣਾਈਆਂ। ਆਈਵਨ ਦੀ ਵਹੁਟੀ, ਜੋ ਖੂਹ 'ਤੇ ਪਾਣੀ ਭਰਨ ਗਈ ਹੋਈ ਸੀ, ਉੱਥੋਂ ਲੰਘੀ। ਉਹਨੇ ਵੀ 2 ਕੁ ਪੁੱਠੀਆਂ ਸਿੱਧੀਆਂ ਮਾਰੀਆਂ। ਇਹ ਵੇਖ ਕੇ ਗੈਬਰੀਅਲ ਦੀ ਵਹੁਟੀ ਵੀ ਬਾਹਰ ਨਿਕਲ ਆਈ ਤੇ ਲੜਾਈ ਦਾ ਬਾਜ਼ਾਰ ਗਰਮ ਹੋ ਗਿਆ। ਪਿਛਲੇ ਗੁੱਸੇ ਗਿਲੇ ਕੱਢਣ ਲਈ ਕਈ ਹੋਰ ਆਂਢੀ ਗੁਆਂਢੀ ਵੀ ਝਗੜੇ ਵਿੱਚ ਸ਼ਾਮਲ ਹੋ ਗਏ। ਬਸ ਇਹੀ ਸੁਣਾਈ ਦੇ ਰਿਹਾ ਸੀ, ਤੂੰ ਚੋਰ ਹੈ, ਤੂੰ ਸ਼ੋਧੀ ਹੈ, ਕਲੈਣੀ ਹੈ, ਤੂੰ ਮੰਗਤਿਆਂ ਵਾਂਗ ਰੋਜ਼ ਦੁੱਧ ਚੋਣ ਲਈ ਸਾਡੀ ਬਾਲਟੀ ਮੰਗਣ ਆ ਜਾਂਦੀ ਹੈ। ਕੱਲ ਕਰ ਮੇਰੀ ਬਾਲਟੀ ਉਰੇ। ਤੂੰ ਮੈਨੂੰ ਮੇਰਾ ਥੈਲਾ ਲੀਰੋ ਲੀਰ ਕਰਕੇ ਮੋੜਿਆ ਸੀ, ਯਾਦ ਹੀ? ਇਸ ਪਿੱਛੋਂ ਉਹਨਾਂ ਨੇ ਬਾਲਟੀ ਦਾ ਦੁੱਧ ਰੋੜ ਦਿੱਤਾ ਤੇ ਇੱਕ ਦੂਜੇ ਦਾ ਝਾਟਾ ਪੁੱਟਣ ਲੱਗ ਪਈਆਂ। ਉੱਧਰ ਗੈਬਰੀਅਲ, ਜੋ ਸ਼ਾਮ ਨੂੰ ਪਿਆਲੀਆਂ ਤੋਂ ਵਾਪਸ ਆ ਰਿਹਾ ਸੀ, ਆਪਣੀ ਵਹੁਟੀ ਦੀ ਮਦਦ 'ਤੇ ਆ ਗਿਆ। ਇਸ 'ਤੇ ਆਈਵਨ ਤੇ ਉਹਦਾ ਪੁੱਤਰ ਬਾਹਰ ਨਿਕਲ ਆਏ। ਆਈਵਨ ਸਰੀਰ ਦਾ ਤਕੜਾ ਸੀ। ਉਹਨੇ ਰੁੱਗ ਭਰ ਕੇ ਗੈਬਰੀਅਲ ਦੀ ਦਾੜੀ 'ਤੇ ਵਾਲ ਪੁੱਟ ਲਏ। ਹੌਲੀ ਹੌਲੀ ਆਲੇ ਦੁਆਲੇ ਦੋਹਾਂ ਦੇ ਹਮਦਰਦੀ ਇਕੱਠੀ ਹੋ ਗਏ ਤੇ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਦੋਹਾਂ ਨੂੰ ਠੰਡਿਆਂ ਕੀਤਾ। ਗੈਬਰੀਅਲ ਆਪਣੀ ਦਾੜੀ ਦੇ ਪੁੱਟੇ ਗਏ ਵਾਲ ਇੱਕ ਲਿਫਾਫੇ ਵਿੱਚ ਪਾ ਕੇ ਆਈਵਨ 'ਤੇ ਮੁਕੱਦਮਾ ਕਰਨ ਲਈ ਕਚਹਿਰੀ ਨੂੰ ਚਲਾ ਗਿਆ ਤੇ ਕਹਿਣ ਲੱਗਾ, ਮੈਂ ਦਾੜੀ ਦੇ ਵਾਲ ਇਸ ਲਈ ਨਹੀਂ ਰੱਖੇ ਕਿ ਗਲੀਜ਼ ਆਈਵਨ ਇਹਨਾਂ 'ਤੇ ਹੱਥ ਪਾਏ। ਉਹਦੀ ਵਹੁਟੀ ਆਈਵਨ ਨੂੰ ਬਦਨਾਮ ਕਰਨ ਲਈ ਕਰ ਕਹਿੰਦੀ ਫਿਰਦੀ ਸੀ, ਵੇਖਿਓ ਆਈਵਨ ਨੂੰ ਹੁਣ ਸਾਈਬੇਰੀਆ ਵਿੱਚ ਦੇਸ਼ ਨਿਕਾਲਾ ਮਿਲ ਜਾਣਾ ਹੈ। ਆਈਵਨ ਦੇ ਬੁੱਢੇ ਬਿਮਾਰ ਪਿਓ ਨੇ ਆਪਣੇ ਮੁੰਡਿਆਂ ਨੂੰ ਬਥੇਰਾ ਸਮਝਾਇਆ, ਇੱਕ ਮਾਮੂਲੀ ਜਿਹੇ ਆਂਡੇ ਤੋਂ ਇੰਨਾ ਝਗੜਾ ਵਧਾਉਣ ਦਾ ਕੀ ਲਾਭ? ਸ਼ਾਇਦ ਆਂਡਾ ਕੋਈ ਸ਼ਰਾਰਤੀ ਲੜਕਾ ਹੀ ਚੁੱਕ ਕੇ ਲੈ ਗਿਆ ਹੋਵੇ, ਪਰ ਜੇ ਝਗੜਾ ਹੋ ਵੀ ਗਿਆ ਤਾਂ ਉਸਨੂੰ ਭੁੱਲ ਭੁਲਾ ਜਾਣ ਵਿੱਚ ਹੀ ਸਭਨਾਂ ਦਾ ਭਲਾ ਹੈ। ਪਰ ਉਹਦੇ ਲੜਕਿਆਂ ਨੇ ਉਹਦੀ ਇੱਕ ਨਾ ਸੁਣੀ। ਉਹ ਕਹਿਣ ਲੱਗੇ, ਜੇ ਅਸੀਂ ਚੁੱਪ ਕਰ ਜਾਈਏ ਤਾਂ ਲੋਕਾਂ ਸਾਹਮਣੇ ਮੂੰਹ ਦੇ ਖਾਣ ਜੋਗੇ ਕਿਵੇਂ ਰਹਾਂਗੇ? ਆਈਵਨ ਦਾ ਪੁੱਤਰ ਕਹਿਣ ਲੱਗਾ, ਮੈਨੂੰ ਉਹਦੀ ਦਾੜੀ ਪੁੱਟਣ ਦੀ ਕੀ ਲੋੜ ਹੈ? ਉਹਨੇ ਆਪੇ ਪੁੱਟੀ ਹੋਣੀ ਹੈ। ਆਹ ਵੇਖੋ, ਸਗੋਂ ਉਹਦੇ ਪੁੱਤਰ ਨੇ ਮੇਰੀ ਕਮੀਜ਼ ਲੀਰੋ ਲੀਰ ਕਰ ਦਿੱਤੀ ਹੈ। ਇਸ ਤਰ੍ਹਾਂ ਆਈਵਨ ਦੇ ਪੁੱਤਰ ਨੇ ਵੀ ਗੈਬਰੀਅਲ 'ਤੇ ਮੁਕੱਦਮਾ
ਕਰ ਦਿੱਤਾ। ਉਧਰ ਕਚਹਿਰੀ ਵਿੱਚ ਝਗੜਾ ਖੜਾ ਹੋ ਗਿਆ। ਦੂਜੇ ਪਾਸੇ ਆਏ ਦਿਨ ਉਹ ਇੱਕ ਦੂਜੇ ਦੇ ਵਿਰੁੱਧ ਕੋਈ ਨਾ ਕੋਈ ਨਵਾਂ ਸ਼ੋਸ਼ਾ ਛੇੜੀ ਰੱਖਦੇ। ਵੱਡਿਆਂ ਨੂੰ ਗਾਲੋ ਗਾਲੀ ਹੁੰਦਿਆਂ ਵੇਖ ਕੇ ਉਹਨਾਂ ਦੇ ਬੱਚੇ ਵੀ ਘਸੁੰਨਮੁਖੀ ਹੋਣ ਲੱਗ ਪਏ। ਜਦੋਂ ਔਰਤਾਂ ਨਦੀ 'ਤੇ ਕੱਪੜੇ ਧੋਣ ਜਾਂਦੀਆਂ ਤਾਂ ਉਹਨਾਂ ਦੀ ਜ਼ੁਬਾਨ ਇੱਕ ਦੂਜੇ ਦੇ ਵਿਰੁੱਧ ਕੈਂਚੀ ਵਾਂਗ ਚੱਲਦੀ। ਇਸ ਤਰ੍ਹਾਂ ਗੱਲ ਵੱਧਦੀ ਗਈ। ਜੱਜ ਵੀ ਉਹਨਾਂ ਦੇ ਨਿੱਤ ਨਵੇਂ ਝਗੜੇ ਸੁਣ ਕੇ ਤੰਗ ਆ ਗਏ। ਪਹਿਲਾਂ ਆਈਵਨ ਨੂੰ ਜੁਰਮਾਨਾ ਹੋਇਆ, ਫਿਰ ਗੈਬਰੀਅਲ ਨੂੰ, ਫਿਰ ਕਈ ਵਾਰ ਆਈਵਨ ਨੂੰ ਕੈਦ ਹੋ ਜਾਂਦੀ ਅਤੇ ਕਈ ਵਾਰ ਗੈਬਰੀਅਲ ਨੂੰ। ਲਗਾਤਾਰ 6 ਸਾਲ ਇਹ ਮਾਮਲਾ ਇਸ ਤਰ੍ਹਾਂ ਚੱਲਦਾ ਰਿਹਾ। 7ਵੇਂ ਸਾਲ ਇੱਕ ਸ਼ਾਦੀ 'ਤੇ ਆਈਵਨ ਦੀ ਨੂੰਹ ਨੇ ਗੈਬਰੀਅਲ 'ਤੇ ਦੂਸ਼ਣ ਲਾਇਆ ਕਿ ਉਹ ਉਹਦਾ ਘੋੜਾ ਚੁਰਾਉਂਦਾ ਪਕੜਿਆ ਗਿਆ ਹੈ। ਗੈਬਰੀਅਲ ਉਸ ਵੇਲੇ ਨਸ਼ੇ ਵਿੱਚ ਸੀ, ਇਸ ਲਈ ਆਪਣੇ ਗੁੱਸੇ 'ਤੇ ਕਾਬੂ ਨਾ ਪਾ ਸਕਿਆ। ਉਹਨੇ ਆਈਵਨ ਦੀ ਨੂੰਹ ਨੂੰ ਇੱਕ ਐਸੀ ਟਿਕਾਈ ਕਿ ਉਹ ਵਿਚਾਰੀ ਹਫ਼ਤਾ ਭਰ ਮੰਜੇ 'ਤੇ ਪਈ ਰਹੀ। ਆਈਵਨ ਇਸ ਘਟਨਾ 'ਤੇ ਬੜਾ ਖੁਸ਼ ਹੋਇਆ। ਉਹ ਕਹਿਣ ਲੱਗਾ, ਚੰਗਾ ਹੋਇਆ ਮੈਂ ਕਚਹਿਰੀ ਜਾਂਦਾ ਅਤੇ ਗੈਬਰੀਅਲ ਨੂੰ ਸਾਇਬੇਰੀਆ ਵਿੱਚ ਦੇਸ਼ ਨਿਕਾਲਾ ਦਿਵਾ ਕੇ ਉਸ ਤੋਂ ਸਦਾ ਲਈ ਪਿੱਛਾ ਛੁਡਾਉਂਦਾ ਹਾਂ। ਪਰ ਜੱਜਾਂ ਨੇ ਗੈਬਰੀਅਲ ਨੂੰ ਕੇਵਲ 20 ਕੋਰੜੇ ਮਾਰਨ ਦੀ ਸਜ਼ਾ ਹੀ ਦਿੱਤੀ। ਇਹ ਸਜ਼ਾ ਸੁਣ ਕੇ ਗੈਬਰੀਅਲ ਦਾ ਚਿਹਰਾ ਪੀਲਾ ਪੈ ਗਿਆ ਅਤੇ ਉਹ ਇੱਕ ਪਾਸੇ ਹੋ ਕੇ ਕਹਿਣ ਲੱਗਾ, ਕੋਟੜਿਆਂ ਨਾਲ ਮੇਰੀ ਪਿੱਠ ਤਾਂ ਜ਼ਰੂਰ ਸੜੇਗੀ, ਪਰ ਇਸੇ ਭੰਬੜ ਤੋਂ ਇਹ ਆਪ ਵੀ ਨਹੀਂ ਬਚ ਸਕੇਗਾ। ਆਈਵਨ ਦੌੜਿਆ ਜੱਜਾਂ ਪਾਸ ਗਿਆ ਅਤੇ ਸ਼ਿਕਾਇਤ ਕਰਨ ਲੱਗਾ, ਵੇਖੋ ਇਹ ਕੀ ਕਹਿ ਰਿਹਾ ਹੈ, ਇਹ ਮੇਰੇ ਹੀ ਘਰ ਨੂੰ ਅੱਗ ਲਾ ਦੇਵੇਗਾ। ਜੱਜ ਨੇ ਗੈਬਰੀਅਲ ਨੂੰ ਬੁਲਾ ਕੇ ਪੁੱਛਿਆ, ਕੀ ਤੂੰ ਇਹ ਗੱਲ ਕਹੀ ਹੈ? ਗੈਬਰੀਅਲ ਨੇ ਉੱਤਰ ਦਿੱਤਾ, ਮੈਂ ਇਹ ਗੱਲ ਬਿਲਕੁਲ ਨਹੀਂ ਕਹੀ। ਬੇਸ਼ੱਕ ਮੈਨੂੰ ਜਿੰਨਾ ਜੀ ਚਾਹੇ ਮਾਰੋ, ਮੈਨੂੰ ਪਤਾ ਹੈ ਭਾਵੇਂ ਮੈਂ ਬਿਲਕੁਲ ਨਿਰਦੋਸ਼ ਹਾਂ, ਪਰ ਫਿਰ ਵੀ ਸਜ਼ਾ ਮੈਨੂੰ ਹੀ ਮਿਲਣੀ ਹੈ। ਗੈਬਰੀਅਲ ਦਾ ਸਾਰਾ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ, ਪਰ ਉਹ ਕੰਧ ਵੱਲ ਮੂੰਹ ਕਰਕੇ ਕੋਟੜੇ ਖਾਣ ਲਈ ਤਿਆਰ ਹੋ ਕੇ ਖੜਾ ਹੋ ਗਿਆ। ਇਹ ਵੇਖ ਕੇ ਜੱਜ ਵੀ ਕੁਝ ਡਰ ਗਿਆ ਕਿ ਕਿਤੇ ਇਹ ਆਪਣੇ ਆਪ ਨੂੰ ਜਾਂ ਆਪਣੇ ਗੁਆਂਢੀ ਨੂੰ ਕੁਝ ਕਰ ਨਾ ਬੈਠੇ। ਇਸ ਲਈ ਕੁਝ ਸੋਚ ਕੇ ਜੱਜ ਨੇ ਬੜੇ ਨਰਮ ਲਹਿਜ਼ੇ ਵਿੱਚ ਕਿਹਾ, ਮਿੱਤਰ ਗੈਬਰੀਅਲ, ਤੂੰ ਆਪ ਹੀ ਦੱਸ ਕਿ ਇੱਕ ਇਸਤਰੀ 'ਤੇ ਹੱਥ ਚੁੱਕਣਾ ਤੈਨੂੰ ਸੋਭਦਾ ਹੈ? ਚੰਗਾ ਹੈ ਉਸਨੂੰ ਕਥਾਵੇਂ ਸੱਟ ਨਹੀਂ ਲੱਗੀ, ਨਹੀਂ ਤਾਂ ਵਿਚਾਰੀ ਦਾ ਕੀ ਹਾਲ ਹੋਣਾ ਸੀ। ਚੰਗਾ ਹੋਏ ਤੂੰ ਆਪਣੀ ਗਲਤੀ ਦਾ ਅਹਿਸਾਸ ਕਰੇ ਅਤੇ ਇਸ ਤੋਂ ਖਿਮਾ ਮੰਗ ਲਵੇਂ, ਫਿਰ ਇਹ ਤੈਨੂੰ ਵੀ ਮੁਆਫ ਕਰ ਦੇਵੇਗਾ ਅਤੇ ਨਾਲ ਹੀ ਤੇਰੀ ਸਜ਼ਾ ਵੀ ਹਟ ਜਾਵੇਗੀ। ਜੱਜ ਦੇ ਕਲਰਕ ਨੇ ਕਿਹਾ, ਨਹੀਂ, ਇਹਨਾਂ ਵਿੱਚ ਰਜ਼ਾਮੰਦੀ ਨਹੀਂ ਹੋਈ, ਇਸ ਲਈ ਕਾਨੂੰਨ ਮੁਤਾਬਿਕ ਇਹਨਾਂ ਨੂੰ ਸਜ਼ਾ ਦੇਣੀ ਹੀ ਪਵੇਗੀ। ਜੱਜ ਨੇ ਕਲਰਕ ਨੂੰ ਦਬਕਾ ਮਾਰਦਿਆਂ ਕਿਹਾ, ਬੰਦ ਕਰ ਜ਼ਬਾਨ, ਸਭ ਤੋਂ ਵੱਡਾ ਹੈ ਰੱਬ ਦਾ ਕਾਨੂੰਨ ਅਤੇ ਉਹ ਹੈ ਸੁਲ੍ਹਾ ਸਫਾਈ। ਜੱਜਾਂ ਨੇ ਉਹਨਾਂ ਦੀ ਆਪਸ ਵਿੱਚ ਸੁਲ੍ਹਾ ਕਰਵਾਉਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋਏ। ਗੈਬਰੀਅਲ ਕਹਿਣ ਲੱਗਾ, ਅਗਲੇ ਸਾਲ ਮੇਰੀ ਉਮਰ 50 ਸਾਲਾਂ ਦੀ ਹੋ ਜਾਣੀ ਹੈ। ਸਾਰੀ ਉਮਰ ਮੇਰਾ ਸਰੀਰ ਨੀਵਾਂ ਨਹੀਂ ਹੋਇਆ ਅਤੇ ਮੈਂ ਹੁਣ ਇਸ ਝੂਠੇ ਅਤੇ ਗਲੀਜ਼ ਬੰਦੇ ਕਰਕੇ ਮੈਨੂੰ ਸਜ਼ਾ ਦਿੱਤੀ ਜਾ ਰਹੀ ਹੈ ਅਤੇ ਉਸ ਤੋਂ ਮੁਆਫੀ ਮੰਗਣ ਲਈ ਕਿਹਾ ਜਾ ਰਿਹਾ ਹੈ। ਇਹ ਬਿਲਕੁਲ ਨਹੀਂ ਹੋਣਾ, ਮੈਂ ਬਥੇਰੀ ਸਜ਼ਾ ਭੁਗਤ ਲਈ ਹੈ। ਆਈਵਨ ਕੀ ਯਾਦ ਰੱਖੇਗਾ ਕਿ ਉਹਦਾ ਕਿਸ ਨਾਲ ਵਾਹ ਪਿਆ ਸੀ। ਗੈਬਰੀਅਲ ਦੇ ਗੁੱਸੇ ਨਾਲ ਕੰਬ ਰਹੀ ਆਵਾਜ਼ ਵਿੱਚ ਇਹ ਸ਼ਬਦ ਕਹੇ ਅਤੇ ਉੱਥੋਂ ਬਾਹਰ ਚਲਾ ਗਿਆ। ਕਚਹਿਰੀ ਪਿੰਡ ਤੋਂ 7 ਕੁ ਮੀਲ ਦੂਰ ਸੀ ਅਤੇ ਜਦ ਆਈਵਨ ਘਰ ਪਹੁੰਚਿਆ ਤਾਂ ਕਾਫੀ ਹਨੇਰਾ ਹੋ ਚੁੱਕਾ ਸੀ। ਉਹ ਆਪਣਾ ਘੋੜਾ ਅਸਤਬਲ ਵਿੱਚ ਬੰਨ੍ਹ ਕੇ ਘਰ ਅੰਦਰ ਚਲਾ ਗਿਆ। ਉੱਥੇ ਕੋਈ ਵੀ ਨਹੀਂ ਸੀ, ਸਭ ਆਪੋ ਆਪਣੇ ਕੰਮਾਂ 'ਤੇ ਗਏ ਹੋਏ ਸਨ ਅਤੇ ਹਾਲੀ ਤੱਕ ਘਰ ਨਹੀਂ ਸਨ ਮੁੜੇ। ਆਈਵਨ ਦੀਆਂ ਅੱਖਾਂ ਸਾਹਮਣੇ ਉਹ ਸਭ ਨਜ਼ਾਰਾ ਆ ਗਿਆ ਜੋ ਉਹਨੇ ਕਚਹਿਰੀ ਵਿੱਚ ਵੇਖਿਆ ਸੀ। ਗੈਬਰੀਅਲ ਦਾ ਚਿਹਰਾ ਜੱਜ ਵੱਲੋਂ ਸਜ਼ਾ ਸੁਣ ਕੇ ਪੀਲਾ ਪੂਕ ਹੋਣਾ ਅਤੇ ਉਹਦਾ ਕੋਰੜੇ ਖਾਣ ਲਈ ਕੰਧ ਵੱਲ ਮੂੰਹ ਕਰਕੇ ਖੜਾ ਹੋਣਾ। ਉਹਨੇ ਸੋਚਿਆ ਕਿ ਜੇ ਉਹ ਆਪ ਗੈਬਰੀਅਲ ਦੀ ਥਾਂ ਹੁੰਦਾ ਤਾਂ ਉਹਦੀ ਆਪਣੀ ਕੀ ਹਾਲਤ ਹੁੰਦੀ। ਇਹ ਸੋਚ ਕੇ ਉਸਨੂੰ ਗੈਬਰੀਅਲ ਦੀ ਹਾਲਤ 'ਤੇ ਤਰਸ ਆ ਗਿਆ। ਇਤਨੇ ਨੂੰ ਉਹਦਾ ਬੁੱਢਾ ਪਿਤਾ ਖੰਘਦਾ ਹੋਇਆ ਬੜੀ ਮੁਸ਼ਕਲ ਨਾਲ ਮੰਜੇ ਤੋਂ ਉੱਠ ਕੇ ਆਈਵਨ ਪਾਸ ਆਇਆ ਅਤੇ ਪੁੱਛਣ ਲੱਗਾ ਕਿ ਸੱਚਮੁੱਚ ਉਹਨੂੰ ਸਜ਼ਾ ਹੋਏਗੀ। ਆਈਵਨ ਨੇ ਕਿਹਾ, ਹਾਂ, ਉਹਦੀ ਪਿੱਠ 'ਤੇ 20 ਕੋਟੜੇ ਪੈਣਗੇ। ਉਹਦੇ ਪਿਤਾ ਨੇ ਕਿਹਾ, ਇਹ ਤਾਂ ਬੜੀ ਮਾੜੀ ਗੱਲ ਹੈ, ਪਰ ਉਨੀ ਮਾੜੀ ਉਹਦੇ ਲਈ ਨਹੀਂ ਜਿੰਨੀ ਤੇਰੇ ਲਈ ਹੈ। ਉਹਨੂੰ ਸਜ਼ਾ ਤਾਂ ਮਿਲ ਜਾਏਗੀ, ਪਰ ਉਹਦਾ ਲਾਭ ਕੀ ਹੋਏਗਾ? ਲਾਭ ਇਹ ਹੋਏਗਾ ਕਿ ਗਾਂ ਤੁਹਾਨੂੰ ਹੋਸ਼ ਆ ਜਾਏਗੀ। ਆਈਵਨ ਨੇ ਉੱਤਰ ਦਿੱਤਾ। ਉਹਦੇ ਪਿਤਾ ਨੇ ਫਿਰ ਕਿਹਾ, ਪਰ ਇਹ ਤਾਂ ਦੱਸ ਕਿ ਉਹਨੇ ਕਿਹੜੀ ਮਾੜੀ ਗੱਲ ਕੀਤੀ ਹੈ ਜੋ ਤੂੰ ਨਹੀਂ ਕੀਤੀ। ਆਈਵਨ ਨੇ ਕਿਹਾ, ਉਹਨੇ ਮੇਰੀ ਵਹੁਟੀ ਨੂੰ ਜਾਨੋਂ ਹੀ ਮਾਰ ਦਿੱਤਾ ਸੀ ਅਤੇ ਹੁਣ ਕਹਿੰਦਾ ਹੈ ਫਿਰ ਮੇਰੇ ਘਰ ਨੂੰ ਅੱਗ ਲਾ ਕੇ ਫੂਕ ਦੇਵੇਗਾ। ਕੀ ਇਸ ਲਈ ਮੈਂ ਉਹਦਾ ਧੰਨਵਾਦ ਕਰਾਂ? ਉਹਦੇ ਪਿਤਾ ਨੇ ਦੁਖੀ ਦਿਲ ਨਾਲ ਸਿਰ ਫੇਰਦਿਆਂ ਕਿਹਾ, ਘਿਰਨਾ ਮਨੁੱਖ ਨੂੰ ਅੰਨ੍ਹਿਆ ਕਰ ਦਿੰਦੀ ਹੈ। ਸਾਨੂੰ ਦੂਜਿਆਂ 'ਤੇ ਦੋਸ਼ ਹੀ ਦਿਸਦੇ ਨੇ, ਪਰ ਆਪਣੇ 'ਤੇ ਨਹੀਂ। ਜੇ ਉਹ ਭੈੜਾ ਹੋਏ ਤਾਂ ਅਸੀਂ ਸੱਚਮੁੱਚ ਚੰਗੇ ਹੋਈਏ ਤਾਂ ਝਗੜਾ ਹੀ ਕਦੇ ਨਾ ਹੋਏ। ਉਹਦੀ ਦਾੜੀ ਦੇ ਵਾਲ ਕਿੰਨੇ ਪੁੱਟੇ ਸਨ, ਉਹਦੀ ਤੂੜੀ ਕਿੰਨੇ ਖਰਾਬ ਕੀਤੀ ਸੀ, ਉਹਦੇ 'ਤੇ ਮੁਕੱਦਮਾ ਕਿੰਨੇ ਕੀਤਾ ਸੀ। ਅਸੀਂ ਵੀ ਤਾਂ ਜ਼ਿੰਦਗੀ ਨਿਭਾਈਏ, ਪਰ ਅਸੀਂ ਤਾਂ ਇਸ ਤਰ੍ਹਾਂ ਕਦੇ ਨਹੀਂ ਸੀ ਕੀਤਾ ਅਤੇ ਨਾ ਹੀ ਤੈਨੂੰ ਇਸ ਤਰ੍ਹਾਂ ਕਰਨ ਦੀ ਕਦੀ ਸਿੱਖਿਆ ਦਿੱਤੀ ਸੀ। ਅਸੀਂ ਗੁਆਂਢੀਆਂ ਨਾਲ ਭਰਾਵਾਂ ਵਾਂਗ ਰਹਿੰਦੇ ਸਾਂ ਅਤੇ ਜ਼ਿੰਦਗੀ ਦਾ ਬੜਾ ਆਨੰਦ ਲੈਂਦੇ ਸਾਂ। ਕੱਲ੍ਹ ਦੀ ਗੱਲ ਹੈ ਕਿ ਇੱਕ ਸਿਪਾਹੀ ਸਾਡੀ ਤੁਰਕਾਂ ਨਾਲ ਲੜਾਈ ਬਾਰੇ ਗੱਲ ਕਰ ਰਿਹਾ ਸੀ, ਪਰ ਉਹ ਲੜਾਈ ਕੀ ਹੈ? ਤੇਰੀ ਗੈਬਰੀਅਲ ਨਾਲ ਲੜਾਈ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਤੂੰ ਹੁਣ ਘਰ ਦਾ ਮਾਲਕ ਹੈ ਅਤੇ ਜ਼ਿੰਮੇਵਾਰ ਬੰਦਾ ਹੈ। ਤੂੰ ਘਰ ਵਿੱਚ ਬੱਚਿਆਂ ਅਤੇ ਬੁੱਢੀਆਂ ਨੂੰ ਬਸ ਇਹੋ ਸਿੱਖਿਆ ਦਿੱਤੀ ਹੈ ਕਿ ਲੜੋ ਅਤੇ ਮਰੋ। ਕੱਲ੍ਹ ਹੀ ਕੀ ਤੇਰਾ ਲੜਕਾ ਗੁਆਂਢੀ ਨੂੰ ਮਨ ਪੱਕੀਆਂ ਗਾਲਾਂ ਕੱਢ ਰਿਹਾ ਸੀ ਅਤੇ ਇਹਦੀ ਮਾਂ ਸੁਣ ਕੇ ਦੰਦੀਆਂ ਕੱਢ ਰਹੀ ਸੀ। ਪਰ ਸਾਡੇ ਹਜ਼ਰਤ ਈਸਾ ਨੇ ਸਾਨੂੰ ਇਸ ਤਰ੍ਹਾਂ ਨਹੀਂ ਸੀ ਸਿਖਾਇਆ, ਬਲਕਿ ਕਿਹਾ ਸੀ ਕਿ ਜੇ ਤੁਹਾਨੂੰ ਕੋਈ ਮਾੜਾ ਸ਼ਬਦ ਕਹੇ ਤਾਂ ਤੁਸੀਂ ਉਹ ਦੂਜੇ ਕੰਨੋਂ ਕੱਢ ਦਿਓ, ਉਹਨੂੰ ਆਪੇ ਹੀ ਸ਼ਰਮ ਆ ਜਾਏਗੀ ਅਤੇ ਤੁਹਾਡੀ ਕਦਰ ਕਰੇਗਾ। ਕਿ ਯਿਸੂ ਨੇ ਗਲਤ ਸਿੱਖਿਆ ਦਿੱਤੀ ਸੀ? ਜ਼ਰਾ ਹਿਸਾਬ ਕਰ, ਇਸ ਲੜਾਈ ਤੋਂ ਪਹਿਲਾਂ ਸਾਡੀ ਹਾਲਤ ਚੰਗੀ ਸੀ ਕਿ ਹੁਣ? ਗਿਣ ਖਾ ਮੁਕੱਦਮਿਆਂ 'ਤੇ ਤੂੰ ਅੱਜ ਤੱਕ ਕਿੰਨੀ ਰਕਮ ਖਰਚ ਕੀਤੀ ਹੈ
ਨਾ ਹੀ ਤੇਰਾ ਤੇ ਨਾ ਹੀ ਤੇਰੇ ਮੁੰਡਿਆਂ ਦਾ ਵਾਹੀ ਵੱਲ ਧਿਆਨ ਹੈ। ਜ਼ਮੀਨ ਤੋਂ ਬਿਨਾਂ ਹੋਰ ਅਸੀਂ ਖਾਣਾ ਕਿੱਥੋਂ ਹੈ, ਅਤੇ ਉਹਦੀ ਵੱਲ ਕਿਸੇ ਦਾ ਧਿਆਨ ਹੀ ਨਹੀਂ। ਇਸ ਲਈ ਇਸ ਸਾਲ ਫਸਲ ਕੀ ਹੋਣੀ ਸੀ? ਰੱਬ ਨੇ ਤੁਹਾਨੂੰ ਸੋਹਣਾ ਸਰੀਰ ਦਿੱਤਾ ਹੈ ਕੰਮ ਕਰਨ ਲਈ, ਨਾ ਕਿ ਲੜਨ ਅਤੇ ਝਗੜਨ ਲਈ। ਚਲੋ ਜੇ ਕਿਸੇ ਨੇ ਕੁਝ ਵਧੀਕੀ ਕਰ ਵੀ ਲਈ, ਜਾਣੇ ਮੇਰੀ ਬਲਾ। ਜਿਸ ਤਰ੍ਹਾਂ ਰੱਬ ਸਾਡੀਆਂ ਗਲਤੀਆਂ ਬਖਸ਼ਦਾ ਹੈ, ਇਸੇ ਤਰ੍ਹਾਂ ਸਾਨੂੰ ਦੂਜਿਆਂ ਦੀਆਂ ਗਲਤੀਆਂ ਬਖਸ਼ ਦੇਣੀਆਂ ਚਾਹੀਦੀਆਂ ਨੇ। ਵੇਖ ਰਾਤ ਨੂੰ ਕਿਵੇਂ ਸੁੱਖ ਦੀ ਨੀਂਦ ਆਉਂਦੀ ਹੈ। ਆਇਵਨ ਚੁੱਪਚਾਪ ਆਪਣੇ ਪਿਤਾ ਦੀਆਂ ਝਾੜਾਂ ਸੁਣਦਾ ਰਿਹਾ। ਉਹਦੇ ਪਿਤਾ ਨੇ ਆਪਣੀ ਗੱਲ ਨੂੰ ਜਾਰੀ ਰੱਖਦਿਆਂ ਕਿਹਾ, ਆਇਵਨ ਮੇਰੇ ਬੇਟੇ, ਤੂੰ ਮੇਰੀ ਗੱਲ ਧਿਆਨ ਨਾਲ ਸੁਣਦਾ ਪਿਆ ਹੈ ਨਾ? ਜਾ ਹੁਣੇ ਕੋੜਾ ਅਸਤਬਲ ਖੋਲ੍ਹ ਕੇ ਸਿੱਧਾ ਕਚਹਿਰੀ ਵਿੱਚ ਜਾ ਕੇ ਝਗੜਾ ਖਤਮ ਕਰ, ਅਤੇ ਕੱਲ੍ਹ ਹੀ ਗੈਬਰੀਅਲ ਕੋਲ ਜਾ ਕੇ ਉਹਦੇ ਨਾਲ ਮਨ ਮਨਾਵਾ ਕਰ ਲੈ ਅਤੇ ਚਾਹ ਲਈ ਉਹਨੂੰ ਘਰ ਸੱਦ ਲਿਆ। ਇਸ ਤਰ੍ਹਾਂ ਇਸ ਜੱਬ ਨੂੰ ਸਦਾ ਲਈ ਖਤਮ ਕਰ ਅਤੇ ਆਪਣੇ ਬੱਚਿਆਂ ਨੂੰ, ਘਰ ਦੀਆਂ ਔਰਤਾਂ ਨੂੰ ਵੀ ਸਮਝਾ। ਆਇਵਨ ਬੜਾ ਉਦਾਸ ਹੋ ਕੇ ਸੋਚਣ ਲੱਗਾ, ਜੋ ਗੱਲ ਇਹ ਕਹਿ ਰਹੇ ਨੇ ਬਿਲਕੁਲ ਠੀਕ ਹੈ। ਉਹਦਾ ਮਨ ਹਲਕਾ ਹੋ ਗਿਆ, ਪਰ ਉਹਨੂੰ ਪਤਾ ਨਹੀਂ ਸੀ ਲੱਗਦਾ ਕਿ ਗੱਲ ਸ਼ੁਰੂ ਕਿਵੇਂ ਕਰੇ। ਉਹਦੇ ਪਿਤਾ ਨੇ ਫਿਰ ਕਿਹਾ, ਜਾਂ ਹੁਣ ਸੋਚਦਾ ਕੀ ਹੈ? ਅੱਗ ਨੂੰ ਭੜਕਣ ਤੋਂ ਪਹਿਲਾਂ ਹੀ ਦਬਾ ਦੇਣਾ ਚਾਹੀਦਾ ਹੈ, ਨਹੀਂ ਤਾਂ ਸਾੜ ਕੇ ਸਭ ਕੁਝ ਸੁਆਹ ਕਰ ਦਿੰਦੀ ਹੈ। ਇਤਨੇ ਨੂੰ ਪਿਆਲੀਆਂ ਤੋਂ ਘਰ ਵਿੱਚ ਬੁੱਢੀਆਂ ਅਤੇ ਬੱਚੇ ਸਭ ਆ ਪਹੁੰਚੇ। ਉਹਨਾਂ ਸਭਨਾਂ ਨੂੰ ਪਤਾ ਲੱਗਿਆ ਸੀ ਕਿ ਗੈਬਰੀਅਲ ਨੂੰ 20 ਕਰੋੜਿਆਂ ਦੀ ਸਜ਼ਾ ਮਿਲੀ ਹੈ ਅਤੇ ਉਹਨੇ ਆਇਵਨ ਦਾ ਘਰ ਫੂਕ ਦੇਣ ਦੀ ਧਮਕੀ ਦਿੱਤੀ ਹੈ। ਇਸ ਲਈ ਉਹਨਾਂ ਨੇ ਆਪਣੇ ਕੋਲੋਂ ਹੋਰ ਮਸਾਲਾ ਲਾ ਕੇ ਝਗੜੇ ਨੂੰ ਹੋਰ ਵਧਾ ਦਿੱਤਾ। ਉਹ ਕਹਿੰਦੀਆਂ ਸਨ ਕਿ ਗੈਬਰੀਅਲ ਦੀ ਨੂੰਹ ਸਾਡੇ 'ਤੇ ਹੋਰ ਮੁਕੱਦਮਾ ਖੜਾ ਕਰਨਾ ਚਾਹੁੰਦੀ ਹੈ। ਗੈਬਰੀਅਲ ਆਪ ਬਾਦਸ਼ਾਹ ਜ਼ਾਰ ਨੂੰ ਚਿੱਠੀ ਲਿਖ ਰਿਹਾ ਹੈ ਕਿ ਸਾਡੀਆਂ ਅਗਲੀਆਂ ਪਿਛਲੀਆਂ ਸਾਰੀਆਂ ਸ਼ਿਕਾਇਤਾਂ ਕਰ ਰਿਹਾ ਹੈ। ਇਹ ਸੁਣ ਕੇ ਆਇਵਨ ਨੇ ਗੈਬਰੀਅਲ ਨਾਲ ਸੁਲਾਹ ਕਰਨ ਦਾ ਖਿਆਲ ਫਿਰ ਛੱਡ ਦਿੱਤਾ। ਪੈਲੀਆਂ ਵਿੱਚ ਮਾਲਕ ਦੇ ਕਰਨ ਲਈ ਬਥੇਰਾ ਕੰਮ ਹੁੰਦਾ ਹੈ। ਆਇਵਨ ਨੇ ਆਪਣੀ ਪਤਨੀ ਨਾਲ ਕੋਈ ਗੱਲਬਾਤ ਨਾ ਕੀਤੀ ਅਤੇ ਸਿੱਧਾ ਤਬੇਲੇ ਵੱਲ ਗਿਆ। ਸਾਰੇ ਕਾਮੇ ਪੈਲੀਆਂ ਤੋਂ ਆ ਚੁੱਕੇ ਸਨ। ਉਹਨੇ ਕਾਮਿਆਂ ਤੋਂ ਪੁੱਛਿਆ ਕਿ ਉਹਨਾਂ ਕਿਤਨਾ ਅਤੇ ਕਿਹੜਾ ਕੰਮ ਕੀਤਾ ਹੈ। ਫਿਰ ਉਹਨਾਂ ਕੋਲੋਂ ਚੀਜ਼ਾਂ ਲੈ ਕੇ ਥਾਂ ਥਾਈਂ ਟਿਕਾ ਕੇ ਪਸ਼ੂਆਂ ਨੂੰ ਪੱਠੇ ਪਾਏ ਅਤੇ ਫਿਰ ਉਹਨੇ ਸੋਚਿਆ, ਮੈਂ ਹੁਣ ਖਾ ਪੀ ਕੇ ਸੌਂ ਜਾਂਦਾ ਹਾਂ। ਕੰਮਕਾਰ ਦੇ ਰੁਝੇਵੇਂ ਕਾਰਨ ਉਹਨੂੰ ਗੈਬਰੀਅਲ ਨਾਲ ਝਗੜਾ ਅਤੇ ਆਪਣੇ ਪਿਤਾ ਦੀ ਨਸੀਹਤ ਸਭ ਭੁੱਲ ਭੁਲਾ ਗਏ। ਪਰ ਉਹ ਘਰ ਅੰਦਰ ਵੜਨ ਹੀ ਲੱਗਾ ਸੀ ਕਿ ਵਾੜ ਦੇ ਪਰਲੇ ਪਾਸਿਓਂ ਗਵਾਂਢੀਆਂ ਦੇ ਗੱਲਾਂ ਕਰਨ ਦੀ ਆਵਾਜ਼ ਉਹਦੇ ਕੰਨੀ ਪਈ। ਉਹ ਕਹਿ ਰਹੇ ਸਨ, ਉਹਨੂੰ ਤਾਂ ਜਿਉਂਦਾ ਨਹੀਂ ਛੱਡਣਾ ਚਾਹੀਦਾ। ਆਇਵਨ ਦੇ ਮਨ ਵਿੱਚ ਇਹ ਸੁਣ ਕੇ ਨਫ਼ਰਤ ਦੀ ਅੱਗ ਫਿਰ ਭੜਕ ਉੱਠੀ ਅਤੇ ਉਹ ਘਰ ਅੰਦਰ ਚਲਾ ਗਿਆ। ਅੰਦਰ ਦੀਵਾ ਜਗ ਰਿਹਾ ਸੀ। ਉਹਦੀ ਨੂੰਹ ਬੈਠੀ ਕੋਟ ਸਿਉਂ ਰਹੀ ਸੀ। ਉਹਦੀ ਪਤਨੀ ਖਾਣਾ ਤਿਆਰ ਕਰ ਰਹੀ ਸੀ। ਉਹਦਾ ਸਭ ਤੋਂ ਵੱਡਾ ਲੜਕਾ ਬੂਟ ਠੀਕ ਕਰ ਰਿਹਾ ਸੀ ਅਤੇ ਛੋਟਾ ਕਿਤਾਬ ਪੜ੍ਹ ਰਿਹਾ ਸੀ। ਘਰ ਸਭ ਥਾਂ ਸੁੱਖ ਅਤੇ ਸ਼ਾਂਤੀ ਸੀ, ਪਰ ਉਹਦਾ ਮਨ ਗੈਬਰੀਅਲ ਦੇ ਵਿਰੁੱਧ ਭਖ ਰਿਹਾ ਸੀ। ਉਹਨੇ ਅੰਦਰ ਆਉਂਦਿਆਂ ਹੀ ਪਹਿਲਾਂ ਤਾਂ ਆਪਣਾ ਗੁੱਸਾ ਆਪਣੀ ਬਿੱਲੀ 'ਤੇ ਕੱਢਿਆ ਜੋ ਉਸ ਦੀ ਕੁਰਸੀ 'ਤੇ ਬੈਠੀ ਹੋਈ ਸੀ, ਅਤੇ ਫਿਰ ਘਰ ਦੀਆਂ ਔਰਤਾਂ 'ਤੇ, ਕਿਉਂਕਿ ਉਹਨਾਂ ਵਿੱਚੋਂ ਕਿਸੇ ਨੇ ਬਾਲਟੀ ਰਾਹ ਵਿੱਚ ਹੀ ਰੱਖ ਦਿੱਤੀ ਸੀ। ਉਹ ਅੰਦਰੋਂ ਬੜਾ ਸੱਤਿਆ ਹੋਇਆ ਸੀ, ਕਿਉਂਕਿ ਗੈਬਰੀਅਲ ਦੀ ਬੜਕ ਉਹਦੇ ਕੰਨਾਂ ਵਿੱਚ ਹਾਲੀ ਵੀ ਗੂੰਜ ਰਹੀ ਸੀ। ਉਹਦੀ ਪਤਨੀ ਨੇ ਆਪਣੇ ਸਭ ਤੋਂ ਛੋਟੇ ਲੜਕੇ ਟਾਰਸ ਨੂੰ ਰੋਟੀ ਖਵਾ ਦਿੱਤੀ, ਕਿਉਂਕਿ ਉਹਦੇ ਘੋੜੇ ਲੈ ਕੇ ਰਾਤ ਵੇਲੇ ਕੰਮ ਕਰਨ ਲਈ ਪੈਲੀਆਂ ਵੱਲ ਜਾਣਾ ਸੀ। ਆਇਵਨ ਉੱਠਿਆ ਅਤੇ ਆਪਣੇ ਲੜਕੇ ਨਾਲ ਹੀ ਬਾਹਰ ਗਿਆ। ਬਾਹਰ ਹਨੇਰਾ ਹੋ ਚੁੱਕਾ ਸੀ ਅਤੇ ਘਟਾ ਆਕਾਸ਼ ਵਿੱਚ ਛਾਈ ਹੋਈ ਸੀ। ਟਾਰਸ ਘੋੜੇ 'ਤੇ ਚੜ੍ਹ ਕੇ ਆਪਣੇ ਹੋਰ ਸਾਥੀ ਲੜਕਿਆਂ ਨਾਲ ਜਲਦੀ ਹੀ ਹਨੇਰੇ ਵਿੱਚ ਅਲੋਪ ਹੋ ਗਿਆ। ਆਇਵਨ ਸੋਚ ਰਿਹਾ ਸੀ, ਹਵਾ ਤੇਜ਼ ਵਗ ਰਹੀ ਹੈ, ਹੋ ਸਕਦਾ ਹੈ ਗੈਬਰੀਅਲ ਲੁਕ ਲੁਕ ਕੇ ਘਰ ਦੇ ਪਿਛਲੇ ਪਾਸੇ ਆਏ ਅਤੇ ਅੱਗ ਲਾ ਕੇ ਨੱਸ ਜਾਏ ਅਤੇ ਬਾਅਦ ਵਿੱਚ ਮੇਰਾ ਮਖੌਲ ਉਡਾਵੇ। ਪਰ ਜੇ ਉਹਨੂੰ ਅੱਗ ਲਾਉਂਦਿਆਂ ਗਲੋਂ ਫੜ ਲਵਾਂ ਤਾਂ ਗੱਲ ਹੋਰ ਹੋਏ। ਇਹ ਡਰ ਉਹਦੇ ਮਨ ਵਿੱਚ ਇਸ ਪੱਕਿਆਈ ਨਾਲ ਬੈਠ ਗਿਆ ਸੀ ਕਿ ਉਹ ਘਰ ਅੰਦਰ ਜਾ ਕੇ ਆਰਾਮ ਕਰਨ ਦੀ ਥਾਂ ਗਲੀ ਦੇ ਮੋੜ 'ਤੇ ਪਹੁੰਚ ਗਿਆ। ਜਦ ਵਾੜ ਦੇ ਪਰਲੇ ਪਾਸੇ ਉਹਦੀ ਨਜ਼ਰ ਪਈ ਤਾਂ ਉਹਨੂੰ ਇੰਝ ਜਾਪਿਆ ਜਿਵੇਂ ਕਿ ਉੱਥੇ ਲੁਕਿਆ ਕੋਈ ਬੰਦਾ ਉੱਥੋਂ ਉੱਠ ਕੇ ਨੱਸ ਪਿਆ ਹੋਵੇ ਅਤੇ ਹਨੇਰੇ ਵਿੱਚ ਅਲੋਪ ਹੋ ਗਿਆ ਹੋਵੇ। ਆਇਵਨ ਦਾ ਸ਼ੱਕ ਪੱਕਾ ਹੋ ਗਿਆ ਕਿ ਦਾਲ ਵਿੱਚ ਜ਼ਰੂਰ ਕੁਝ ਕਾਲਾ ਹੈ, ਸੋ ਉਹ ਚੁਕੰਨਾ ਹੋ ਕੇ ਸੁਣਨ ਲੱਗ ਪਿਆ। ਤੇਜ਼ ਹਵਾ ਦੇ ਚੱਲਣ ਦੀ ਆਵਾਜ਼ ਤੋਂ ਸਿਵਾ ਚਾਰੋਂ ਪਾਸੇ ਚੁੱਪ-ਚਾਂ ਛਾਈ ਹੋਈ ਸੀ। ਆਇਵਨ ਨੇ ਫਿਰ ਸੋਚਿਆ, ਸ਼ਾਇਦ ਮੈਨੂੰ ਭੁਲੇਖਾ ਹੀ ਲੱਗਾ ਹੋਵੇ, ਫਿਰ ਵੀ ਮੈਂ ਆਪਣੀ ਇੱਕ ਨਜ਼ਰ ਫੇਰੀ ਆਵਾਂ। ਜਦ ਉਹ ਸੜਕ 'ਤੇ ਲੱਗੀ ਹੋਈ ਵਾੜ ਦੇ ਪਰਲੇ ਪਾਸੇ ਪਹੁੰਚਿਆ ਤਾਂ ਉਹਨੂੰ ਘਰ ਦੇ ਲਾਗੇ ਇੱਕ ਚਮਕਦੀ ਲਾਟ ਦਿਸੀ ਜੋ ਫਿਰ ਇੱਕਦਮ ਬੁੱਝ ਗਈ। ਆਇਵਨ ਦਾ ਦਿਲ ਧੱਕ-ਧੱਕ ਕਰਨ ਲੱਗ ਪਿਆ। ਅਚਾਨਕ ਫਿਰ ਉੱਥੋਂ ਹੀ ਪਹਿਲਾਂ ਨਾਲੋਂ ਵੀ ਵੱਡੀ ਲਾਟ ਬਲਦੀ ਦਿਸੀ। ਉਹਨੂੰ ਉਹਦੀ ਰੌਸ਼ਨੀ ਵਿੱਚ ਇੱਕ ਆਦਮੀ ਦਿਸਿਆ ਜਿਸ ਦੇ ਸਿਰ 'ਤੇ ਟੋਪੀ ਸੀ ਅਤੇ ਉਹ ਅਗਾਂਹ ਵੱਲ ਝੁੱਕ ਕੇ ਆਪਣੇ ਹੱਥ ਵਿੱਚ ਫੜੇ ਸੁੱਕੇ ਕਾਰਤੂਸ ਨੂੰ ਤੀਲੀ ਲਾ ਰਿਹਾ ਸੀ। ਆਇਵਨ ਉਸ ਆਦਮੀ ਵੱਲ ਵਧਿਆ, ਪਰ ਉਹਦਾ ਦਿਲ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਧੱਕ-ਧੱਕ ਕਰਨ ਲੱਗ ਪਿਆ। ਉਹਨੇ ਦਿਲ ਵਿੱਚ ਕਿਹਾ, ਮੈਂ ਉਹਨੂੰ ਧੋਨੋਂ ਫੜ ਲੈਣਾ ਹੈ, ਦੌੜਨ ਨਹੀਂ ਦੇਣਾ। ਆਇਵਨ ਹਾਲੀ ਉਸ ਥਾਂ ਤੋਂ ਕੁਝ ਦੂਰ ਹੀ ਸੀ ਕਿ ਉਹਨੂੰ ਅੱਗ ਦੀ ਇੱਕ ਹੋਰ ਲਾਟ ਦਿਸੀ ਜੋ ਪਹਿਲੀ ਲਾਟ ਤੋਂ ਥੋੜ੍ਹੀ ਵਿੱਥ 'ਤੇ ਸੀ। ਉਸ ਨਾਲ ਛੱਤ ਦੇ ਕੱਖ-ਕਾਨਿਆਂ ਨੂੰ ਅੱਗ ਲੱਗ ਗਈ ਅਤੇ ਉਸ ਅੱਗ ਦੀ ਰੌਸ਼ਨੀ ਵਿੱਚ ਗੈਬਰੀਅਲ ਉਸੇ ਪਾਸ ਹੀ ਖੜ੍ਹਾ ਸਾਫ਼ ਨਜ਼ਰ ਆ ਰਿਹਾ ਸੀ। ਆਇਵਨ ਬਾਜ਼ ਵਾਂਗ ਗੈਬਰੀਅਲ 'ਤੇ ਟੁੱਟ ਕੇ ਪਿਆ। ਗੈਬਰੀਅਲ ਨੇ ਵੀ ਆਇਵਨ ਨੂੰ ਤੱਕ ਲਿਆ। ਲੰਗੜਾਉਣ ਦੇ ਬਾਵਜੂਦ ਵੀ ਉਹ ਉਸ ਲੂੰਮੜੀ ਵਾਂਗ ਉੱਥੋਂ ਉੱਠ ਨੱਸਿਆ ਜਿਸ ਮਗਰ ਸ਼ਿਕਾਰੀ ਕੁੱਤੇ ਲੱਗੇ ਹੋਣ। ਆਇਵਨ ਨੇ ਉੱਚੀ ਸਾਰੀ ਕਿਹਾ, ਹੁਣ ਤੂੰ ਮੇਰੇ ਪੰਜੇ ਵਿੱਚੋਂ ਬਚ ਕੇ ਨਹੀਂ ਨਿਕਲ ਸਕਦਾ। ਗੈਬਰੀਅਲ ਦੇ ਕੋਟ ਦਾ ਇੱਕ ਕਿਨਾਰਾ ਆਇਵਨ ਦੇ ਹੱਥ ਵਿੱਚ ਆ ਗਿਆ,
ਪਰ ਗੈਬਰੀਅਲ ਨੇ ਇੱਕ ਜ਼ੋਰ ਦਾ ਹੁਜਕਾ ਮਾਰਿਆ ਕਿ ਕੋਟ ਨੂੰ ਲੰਗਾਰ ਆ ਗਿਆ ਤੇ ਆਈਵਨ ਠੇਡਾ ਖਾ ਕੇ ਪੁੰਜੇ ਜਾ ਪਿਆ। ਪਰ ਉਹ ਉੱਠ ਕੇ ਫਿਰ ਉਸਦੇ ਮਗਰ ਨੱਸ ਪਿਆ। ਇਤਨੇ ਵਿੱਚ ਗੈਬਰੀਅਲ ਆਪਣੇ ਘਰ ਦੇ ਬੂਹੇ ਲਾਗੇ ਪਹੁੰਚ ਗਿਆ ਸੀ। ਆਈਵਨ ਗੈਬਰੀਅਲ ਨੂੰ ਹੱਥ ਪਾਉਣ ਹੀ ਲੱਗਾ ਸੀ ਕਿ ਕੋਈ ਭਾਰੀ ਚੀਜ਼ ਉਹਦੇ ਸਿਰ ਵਿੱਚ ਆ ਵੱਜੀ। ਗੈਬਰੀਅਲ ਨੇ ਕੋਲੋਂ ਹੀ ਇੱਕ ਵੱਡਾ ਸਾਰਾ ਡੰਡਾ ਚੁੱਕ ਕੇ ਪੂਰੇ ਜ਼ੋਰ ਨਾਲ ਆਈਵਨ ਦੇ ਸਿਰ 'ਤੇ ਟਿਕਾਇਆ ਸੀ। ਆਈਵਨ ਚਕਰਾ ਕੇ ਪੁੰਜੇ ਜਾ ਪਿਆ। ਜਦ ਉਹਨੂੰ ਮੁੜ ਹੋਸ਼ ਆਈ ਤਾਂ ਗੈਬਰੀਅਲ ਉੱਥੇ ਨਹੀਂ ਸੀ। ਦਿਨ ਗੋਡੇ ਗੋਡੇ ਚੜ੍ਹਿਆ ਹੋਇਆ ਸੀ ਤੇ ਉਸੇ ਥਾਂ 'ਤੇ ਜਿੱਥੇ ਉਹਦਾ ਘਰ ਸੀ ਇੰਜਨ ਦੇ ਚੱਲਣ ਦੀ ਆਵਾਜ਼ ਆ ਰਹੀ ਸੀ। ਆਈਵਨ ਨੇ ਵੇਖਿਆ ਕਿ ਉਹਦੇ ਦੋਵੇਂ ਤਬੇਲਿਆਂ ਨੂੰ ਅੱਗ ਲੱਗੀ ਹੋਈ ਸੀ ਤੇ ਅੱਗ ਦੀਆਂ ਲਾਟਾਂ ਤੇ ਧੂੰਆਂ ਉਹਦੇ ਘਰ ਵੱਲ ਵੱਧ ਰਹੇ ਸਨ। ਆਈਵਨ ਨੇ ਕਿਹਾ, ਇਹ ਗੱਲ ਕੀ ਹੋਈ ਹੈ ਮਿੱਤਰੋ? ਉਹ ਉੱਚੀ ਆਵਾਜ਼ ਨਾਲ ਬੋਲਣਾ ਚਾਹੁੰਦਾ ਸੀ ਪਰ ਉਹਦੇ ਵਿੱਚ ਇੰਨੀ ਸੱਤਿਆ ਨਹੀਂ ਸੀ ਰਹੀ। ਉਹ ਦੌੜਨਾ ਚਾਹੁੰਦਾ ਸੀ ਪਰ ਉਹਦੀਆਂ ਲੱਤਾਂ ਵਿੱਚ ਹਿੰਮਤ ਨਹੀਂ ਸੀ। ਉਹ ਬੜੀ ਹੌਲੀ ਹੌਲੀ ਉੱਠ ਕੇ ਤੁਰਨ ਲੱਗ ਪਿਆ। ਜਦੋਂ ਘਰ ਲਾਗੇ ਪਹੁੰਚਿਆ ਤਾਂ ਕੀ ਵੇਖਦਾ ਹੈ ਕਿ ਅੱਗ ਘਰ ਦੇ ਇੱਕ ਪਾਸੇ ਤੱਕ ਅੱਪੜ ਚੁੱਕੀ ਹੈ। ਉੱਥੇ ਲੋਕਾਂ ਦੀ ਭੀੜ ਲੱਗੀ ਹੋਈ ਹੈ ਪਰ ਅੱਗ ਨੂੰ ਰੋਕਣ ਦਾ ਕੋਈ ਉਪਾਅ ਨਹੀਂ ਸੀ ਕਰ ਰਿਹਾ। ਗੁਆਂਢੀ ਆਪੋ ਆਪਣੇ ਘਰਾਂ ਦਾ ਸਮਾਨ ਵੀ ਬਾਹਰ ਕੱਢ ਰਹੇ ਸਨ। ਆਈਵਨ ਦੇ ਘਰ ਨੂੰ ਅੱਗ ਲੱਗਣ ਪਿੱਛੋਂ ਗੈਬਰੀਅਲ ਦਾ ਘਰ ਵੀ ਅੱਗ ਦੀ ਲਪੇਟ ਵਿੱਚ ਆ ਚੁੱਕਾ ਸੀ ਕਿਉਂਕਿ ਹਵਾ ਤੇਜ਼ ਹੋ ਗਈ ਸੀ ਤੇ ਭਾਂਬੜ ਗਲੀ ਦੇ ਪਰਲੇ ਪਾਸੇ ਤੱਕ ਪਹੁੰਚ ਰਹੇ ਸਨ। ਅੰਤ ਨੂੰ ਇਸ ਅੱਗ ਨਾਲ ਅੱਧੇ ਪਿੰਡ ਦਾ ਪਿੰਡ ਹੀ ਸੜ ਕੇ ਰਾਖ ਢੇਰ ਹੋ ਗਿਆ। ਆਈਵਨ ਦੇ ਘਰ ਦੇ ਜੀਆਂ ਤੇ ਘੋੜਿਆਂ ਤੋਂ ਸਿਵਾ ਜੋ ਰਾਤ ਨੂੰ ਖੇਤ ਵੱਲ ਭੇਜੇ ਗਏ ਸਨ ਸਭ ਕੁਝ ਸੜ ਕੇ ਸੁਆਹ ਹੋ ਗਿਆ। ਪਸ਼ੂ, ਕੁੱਕੜ, ਕੜੀਆਂ, ਕੁਦਾਣਾ, ਫੱਕਾ ਸਭ ਨਸ਼ਟ ਹੋ ਗਏ। ਉਧਰ ਗੈਬਰੀਅਲ ਦੇ ਕੁਝ ਸਮਾਨ ਤੋਂ ਸਿਵਾ ਜੋ ਉਹਨੇ ਕਾਲੀ ਕਾਲੀ ਕੱਢ ਲਿਆ ਸੀ ਸਭ ਕੁਝ ਬਰਬਾਦ ਹੋ ਗਿਆ। ਆਈਵਨ ਪਾਗਲ ਜਿਹਾ ਹੋ ਕੇ ਬਲ ਰਹੇ ਘਰ ਦੇ ਅੰਦਰ ਵੱਲ ਨੱਸਿਆ ਤੇ ਸਭ ਦੇ ਰੋਕਣ ਦੇ ਬਾਵਜੂਦ ਵੀ ਸਮਾਨ ਕੱਢਣ ਲਈ ਅਗਾਂਹ ਵਧਿਆ। ਪਰ ਬਦਕਿਸਮਤੀ ਨਾਲ ਉਹਦਾ ਪੈਰ ਤਿਲਕ ਗਿਆ। ਉਹਦੇ ਪੁੱਤਰ ਨੇ ਦੌੜ ਕੇ ਉਹਨੂੰ ਬਾਹਰ ਕੱਢਿਆ ਪਰ ਅੱਗ ਨਾਲ ਉਹਦੀ ਦਾੜੀ, ਸਿਰ ਦੇ ਵਾਲ ਤੇ ਤਨ ਦੇ ਕੱਪੜੇ ਸੜ ਗਏ ਸਨ ਤੇ ਹੱਥ ਵੀ ਝੁਲਸ ਗਏ ਸਨ। ਪਰ ਉਹਨੂੰ ਘਬਰਾਹਟ ਕਾਰਨ ਕੁਝ ਵੀ ਨਹੀਂ ਸੀ ਮਹਿਸੂਸ ਹੋ ਰਿਹਾ। ਲੋਕ ਕਹਿੰਦੇ ਸਨ ਇਸ ਵਿਪਤਾ ਨੇ ਉਸਨੂੰ ਪਾਗਲ ਕਰ ਦਿੱਤਾ ਲੱਗਦਾ ਹੈ। ਘਰ ਸੜ ਕੇ ਢੇਰੀ ਹੋ ਚੁੱਕਿਆ ਸੀ ਪਰ ਉਹ ਉੱਥੇ ਖੜਾ ਇਹੀ ਸ਼ਬਦ ਘੜੀ ਮੁੜੀ ਬੋਲ ਰਿਹਾ ਸੀ, ਮਿੱਤਰੋ ਇਹ ਕੀ ਹੋ ਰਿਹਾ ਹੈ? ਜੇ ਹਿੰਮਤ ਕਰਦੇ ਤਾਂ ਇੱਕ ਆਦਮੀ ਇਕੱਲਾ ਹੀ ਇਹ ਸਾਰੀ ਅੱਗ ਬੁਝਾ ਸਕਦਾ ਸੀ। ਦਿਨ ਚੜੇ ਪਿੰਡ ਦੇ ਨੰਬਰਦਾਰ ਦਾ ਪੁੱਤਰ ਇਹ ਖਬਰ ਦੇਣ ਆਇਆ, ਆਈਵਨ ਤੇਰਾ ਪਿਤਾ ਅੰਤਲੇ ਸਵਾਸਾਂ 'ਤੇ ਹੈ। ਉਹਨੇ ਆਖਰੀ ਵਾਰ ਤੈਨੂੰ ਮਿਲਣ ਲਈ ਬੁਲਾ ਭੇਜਿਆ ਹੈ। ਆਈਵਨ ਨੂੰ ਆਪਣੇ ਪਿਤਾ ਬਾਰੇ ਸਭ ਕੁਝ ਭੁੱਲ ਗਿਆ ਹੋਇਆ ਸੀ ਤੇ ਉਹਨੂੰ ਸਮਝ ਨਾ ਆਈ ਕਿ ਨੰਬਰਦਾਰ ਦਾ ਮੁੰਡਾ ਕੀ ਕਹਿ ਰਿਹਾ ਹੈ। ਉਹ ਪੁੱਛਣ ਲੱਗਾ, ਕਿਹੜਾ ਪਿਤਾ? ਉਹਨੇ ਕਿਸ ਨੂੰ ਸੱਦ ਭੇਜਿਆ ਹੈ? ਮੁੰਡੇ ਨੇ ਦੱਸਿਆ, ਤੇਰਾ ਪਿਤਾ ਤੇ ਤੈਨੂੰ ਉਹਨੇ ਸੱਦ ਭੇਜਿਆ ਹੈ। ਜਦ ਆਈਵਨ ਆਪਣੇ ਪਿਤਾ ਪਾਸ ਪਹੁੰਚਿਆ ਤਾਂ ਘਰ ਉਸ ਵੇਲੇ ਕੇਵਲ ਨੰਬਰਦਾਰ ਦੀ ਵਹੁਟੀ ਹੀ ਸੀ। ਬਾਕੀ ਸਭ ਜਣੇ ਅੱਗ ਕੋਲ ਸਨ। ਆਈਵਨ ਦਾ ਬੁੱਢਾ ਪਿਤਾ ਜਿਸ ਦੇ ਹੱਥ ਵਿੱਚ ਮੋਮਬੱਤੀ ਫੜੀ ਹੋਈ ਸੀ ਬੂਹੇ ਵੱਲ ਟਿਕਟਿਕੀ ਲਾ ਕੇ ਵੇਖ ਰਿਹਾ ਸੀ। ਉਹਨੇ ਆਪਣੇ ਪੁੱਤਰ ਨੂੰ ਕੋਲ ਆਉਣ ਦਾ ਇਸ਼ਾਰਾ ਕੀਤਾ। ਜਦ ਆਈਵਨ ਉਸਦੇ ਕੋਲ ਗਿਆ ਤਾਂ ਉਹਨੇ ਕਿਹਾ, ਆਈਵਨ ਮੈਂ ਤੈਨੂੰ ਕੀ ਆਖਿਆ ਸੀ? ਪਿੰਡ ਦੇ ਫੂਕੇ ਜਾਣ ਦਾ ਕੌਣ ਜ਼ਿੰਮੇਵਾਰ ਹੈ? ਆਈਵਨ ਨੇ ਉੱਤਰ ਦਿੱਤਾ, ਇਸ ਦੇ ਜ਼ਿੰਮੇਵਾਰ ਗੈਬਰੀਅਲ ਹੈ। ਮੈਂ ਉਹਨੂੰ ਆਪ ਅੱਗ ਲਾਉਂਦਿਆਂ ਵੇਖਿਆ ਹੈ। ਬੁੱਢੇ ਪਿਤਾ ਨੇ ਕਿਹਾ, ਮੈਂ ਅੰਤਲੇ ਸਵਾਸਾਂ ਆਇਆ ਤੇ ਹਾਂ ਤੇ ਤੈਨੂੰ ਵੀ ਅੰਤ ਨੂੰ ਮੌਤ ਦਾ ਮੂੰਹ ਵੇਖਣਾ ਪਵੇਗਾ। ਸੱਚ ਸੱਚ ਦੱਸ, ਇਹ ਸਾਰਾ ਕਸੂਰ ਕਿਸ ਦਾ ਹੈ? ਆਈਵਨ ਨੇ ਆਪਣੇ ਪਿਤਾ ਵੱਲ ਦੁਖੀ ਦਿਲ ਨਾਲ ਵੇਖਿਆ ਪਰ ਮੂੰਹੋਂ ਕੁਝ ਨਾ ਬੋਲ ਸਕਿਆ। ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸ ਕਿ ਗਲਤੀ ਕਿਸ ਦੀ ਸੀ। ਯਾਦ ਕਰਕੇ ਮੈਂ ਤੈਨੂੰ ਕੀ ਆਖਿਆ ਸੀ? ਉਸਦੇ ਪਿਤਾ ਨੇ ਫੇਰ ਕਿਹਾ। ਅਚਾਨਕ ਆਈਵਨ ਨੂੰ ਹੋਸ਼ ਆ ਗਈ ਤੇ ਉਹਨੂੰ ਸਾਰੀ ਸੋਝੀ ਹੋ ਗਈ। ਉਹਨੇ ਕੰਬਦੀ ਆਵਾਜ਼ ਵਿੱਚ ਕਿਹਾ, ਪਿਤਾ ਜੀ ਮੈਨੂੰ ਮੁਆਫ ਕਰ ਦਿਓ। ਮੈਂ ਤੁਹਾਡੇ ਤੇ ਪਰਮਾਤਮਾ ਦੋਹਾਂ ਸਾਹਮਣੇ ਗੁਨਾਹਗਾਰ ਹਾਂ। ਆਈਵਨ ਦੇ ਬੁੱਢੇ ਪਿਤਾ ਨੇ ਮੋਮਬੱਤੀ ਖੱਬੇ ਹੱਥ ਵਿੱਚ ਕਰ ਲਈ ਤੇ ਆਪਣੇ ਪੁੱਤਰ ਨੂੰ ਅਸ਼ੀਰਵਾਦ ਦੇਣ ਲਈ ਸੱਜਾ ਹੱਥ ਤਾਂ ਚੁੱਕਣ ਦੀ ਨਿਸਫਲ ਕੋਸ਼ਿਸ਼ ਕੀਤੀ। ਫਿਰ ਵੀ ਉਹ ਕਹਿਣ ਲੱਗਾ, ਲੱਖ ਲੱਖ ਸ਼ੁਕਰ ਹੈ ਪਰਮਾਤਮਾ ਦਾ। ਬੇਟਾ ਆਈਵਨ, ਕੀ ਹੁਕਮ ਹੈ ਪਿਤਾ ਜੀ? ਆਈਵਨ ਨੇ ਪੁੱਛਿਆ। ਦੱਸ ਹੁਣ ਤੈਨੂੰ ਕੀ ਕਰਨਾ ਚਾਹੀਦਾ ਹੈ? ਉਹਦੇ ਪਿਤਾ ਨੇ ਕਿਹਾ। ਆਈਵਨ ਦੀਆਂ ਅੱਖਾਂ ਵਿੱਚੋਂ ਪਾਣੀ ਤ੍ਰਿਪ ਤ੍ਰਿਪ ਵਗ ਰਿਹਾ ਸੀ। ਉਹਨੇ ਕਿਹਾ, ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਕਿ ਜ਼ਿੰਦਗੀ ਹੁਣ ਕਿਵੇਂ ਕੱਟਣੀ ਹੈ। ਉਹਦੇ ਬੁੱਢੇ ਪਿਤਾ ਨੇ ਕੁਝ ਚਿਰ ਅੱਖਾਂ ਮੀਟੀ ਰੱਖੀਆਂ ਜਿਵੇਂ ਉਹ ਬੋਲਣ ਲਈ ਤਾਕਤ ਇਕੱਠੀ ਕਰ ਰਿਹਾ ਹੁੰਦਾ ਹੈ। ਫਿਰ ਕੁਝ ਚਿਰ ਪਿੱਛੋਂ ਕਹਿਣ ਲੱਗਾ, ਜੇ ਤੂੰ ਰੱਬ ਦਾ ਹੁਕਮ ਮੰਨੇਗਾ ਤਾਂ ਤੇਰੀ ਜ਼ਿੰਦਗੀ ਸਫਲ ਰਹੇਗੀ। ਹੁਣ ਯਾਦ ਰੱਖੀ ਬੇਟਾ ਆਈਵਨ ਕਿ ਅੱਗ ਲਾਉਣ ਦਾ ਦੋਸ਼ ਕਿਸੇ ਦੇ ਸਿਰ 'ਤੇ ਨਾ ਥੱਪੀ। ਜੇ ਤੂੰ ਦੂਜਿਆਂ ਦੇ ਪਰਦੇ ਟੱਕੇਂਗਾ ਤਾਂ ਰੱਬ ਤੇਰੇ ਪਰਦੇ ਵੀ ਟੱਕੇਗਾ। ਇਹ ਕਹਿੰਦਿਆਂ ਹੀ ਉਹਨੇ ਬੁੱਢੇ ਪਿਤਾ ਨੇ ਸਵਾਸ ਤਿਆਗ ਦਿੱਤੇ। ਆਈਵਨ ਤੇ ਗੈਬਰੀਅਲ 'ਤੇ ਕੋਈ ਦੋਸ਼ ਨਾ ਲਾਇਆ ਤੇ ਕਿਸੇ ਨੂੰ ਵੀ ਨਾ ਪਤਾ ਲੱਗਾ ਕਿ ਅੱਗ ਕਿਵੇਂ ਸ਼ੁਰੂ ਹੋਈ ਸੀ। ਹੌਲੀ ਹੌਲੀ ਆਈਵਨ ਦਾ ਗੈਬਰੀਅਲ ਦੇ ਵਿਰੁੱਧ ਰੋਸ ਵੀ ਮਿਟ ਗਿਆ ਪਰ ਗੈਬਰੀਅਲ ਹੈਰਾਨ ਸੀ ਕਿ ਆਈਵਨ ਚੁੱਪ ਕਿਉਂ ਹੈ। ਪਹਿਲਾਂ ਉਹ ਕੁਝ ਸਮਾਂ ਤਾਂ ਡਰਿਆ ਰਿਹਾ ਪਰ ਫਿਰ ਹੌਲੀ ਹੌਲੀ ਇਹ ਗੱਲ ਆਈ ਗਈ ਹੋਗੀ। ਘਰ ਦੇ ਆਦਮੀਆਂ ਨੇ ਤੇ ਬਾਅਦ ਵਿੱਚ ਉਹਨਾਂ ਦੇ ਟੱਬਰਾਂ ਨੇ ਵੀ ਲੜਨਾ ਝਗੜਨਾ ਛੱਡ ਦਿੱਤਾ। ਜਦ ਨਵੇਂ ਘਰ ਉਸਰਨੇ ਸ਼ੁਰੂ ਹੋਏ ਤਾਂ ਦੋਵੇਂ ਟੱਬਰ ਕੁਝ ਚਿਰ ਲਈ ਇੱਕੋ ਘਰ ਵਿੱਚ ਹੀ ਠਹਿਰੇ ਤੇ ਫਿਰ ਜਦ ਪਿੰਡ ਦੀ ਉਸਾਰੀ ਪੂਰੀ ਹੋ ਗਈ ਤਾਂ ਇੱਕ ਦੂਜੇ ਤੋਂ ਦੂਰ ਜਾ ਕੇ ਰਹਿਣ ਦੀ ਥਾਂ ਆਈਵਨ ਤੇ ਗੈਬਰੀਅਲ ਮੁੜ ਇੱਕ ਦੂਜੇ ਦੇ ਗੁਆਂਢ ਵਿੱਚ ਰਹਿਣ ਲੱਗ ਪਏ। ਉਹ ਹੁਣ ਆਦਰਸ਼ਕ ਗੁਆਂਢੀ ਸਨ। ਆਈਵਨ ਆਪਣੇ ਪਿਤਾ ਦੀ ਸਿੱਖਿਆ 'ਤੇ ਚੱਲਦਾ ਰਿਹਾ ਕਿ ਅੱਗ ਨੂੰ ਉਸੇ ਵੇਲੇ ਬੁਝਾਉਣਾ ਚਾਹੀਦਾ ਹੈ ਜਦ ਉਹ ਹਾਲੀ ਚੰਗਿਆੜੀ ਦੇ ਰੂਪ ਵਿੱਚ ਹੀ ਹੋਵੇ। ਹੁਣ ਜਦ ਕਦੀ ਵੀ
ਕੋਈ ਉਹਦੇ ਨਾਲ ਵਧੀਕੀ ਕਰਦਾ, ਅੱਗੋਂ ਆਪ ਵਧੀਕੀ ਕਰਨ ਦੀ ਥਾਂ ਉਹ ਗੱਲ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦਾ। ਜੇ ਉਹਨੂੰ ਕੋਈ ਗਾਲ ਕੱਢਦਾ, ਉਹ ਅੱਗੋਂ ਉਹਨੂੰ ਸਮਝਾਉਂਦਾ ਕਿ ਮੂੰਹੋਂ ਬੁਰੇ ਸ਼ਬਦ ਕੱਢਣੇ ਤਹਿਜ਼ੀਬ ਦੇ ਵਿਰੁੱਧ ਹੈ। ਆਇਵਨ ਦਾ ਜੀਵਨ ਹੁਣ ਸਦਾ ਖੁਸ਼ੀ ਨਾਲ ਭਰਪੂਰ ਰਹਿੰਦਾ ਸੀ ਅਤੇ ਸਭ ਉਹਦੀ ਇੱਜ਼ਤ ਕਰਦੇ ਸਨ। ਲਿਓ ਟੋਲਸਟਾਏ ਦੀਆਂ ਕਹਾਣੀਆਂ ਬਾਰੇ ਤੁਹਾਡੀ ਕੀ ਰਾਏ ਹੈ? ਜ਼ਰੂਰ ਲਿਖਣਾ। ਟੋਲਸਟਾਏ ਦੀਆਂ ਕਹਾਣੀਆਂ ਵਿੱਚ ਨੈਤਿਕਤਾ ਅਤੇ ਸਦਾਚਾਰ ਦੀ ਸਿੱਖਿਆ ਦਿੱਤੀ ਗਈ ਹੈ। ਉਸ ਦੁਆਰਾ ਕਈਆਂ ਗੱਲਾਂ ਅੱਜ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹਨ, ਜਿਵੇਂ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਵਕਤ 'ਤੇ ਹਲੀਮੀ ਹੈ। ਹਰ ਕੋਈ ਦੁਨੀਆ ਬਦਲਣਾ ਚਾਹੁੰਦਾ ਹੈ, ਪਰ ਆਪਣੇ ਆਪ ਨੂੰ ਕੋਈ ਨਹੀਂ ਬਦਲਦਾ। ਸਾਦਗੀ, ਖੂਬਸੂਰਤੀ ਅਤੇ ਚੰਗਿਆਈ ਤੋਂ ਮਹਾਨ ਕੋਈ ਸ਼ੈ ਨਹੀਂ ਹੈ। ਜ਼ਿੰਦਗੀ ਦਾ ਕੇਵਲ ਇੱਕੋ ਮਕਸਦ ਹੈ, ਮਨੁੱਖਤਾ ਦੀ ਸੇਵਾ ਕਰਨਾ। ਰੱਬ ਦਾ ਵਾਸਤਾ ਜੇ ਥੋੜ੍ਹਾ ਕੁਝ ਆਪਣਾ ਕੰਮ ਬੰਦ ਕਰੋ ਅਤੇ ਦੁਆਲੇ ਝਾਤੀ ਮਾਰ ਲਓ। ਜੇ ਤੁਸੀਂ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਖੁਸ਼ ਰਹੋ। ਖੁਸ਼ੀ ਦਾ ਸਭ ਤੋਂ ਵੱਡਾ ਪੈਮਾਨਾ ਇਹ ਹੈ ਕਿ ਮਨੁੱਖ ਅਤੇ ਕੁਦਰਤ ਵਿਚਲੀ ਕੜੀ ਕਦੇ ਨਾ ਟੁੱਟੇ। ਸੱਚੀ ਜ਼ਿੰਦਗੀ ਉਦੋਂ ਜੀਵੀ ਜਾਂਦੀ ਹੈ ਜਦੋਂ ਸਾਡੇ ਆਲੇ ਦੁਆਲੇ ਛੋਟੇ ਛੋਟੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਬਗੈਰ ਜਾਣੇ ਕਿ ਮੈਂ ਕੌਣ ਹਾਂ ਅਤੇ ਇੱਥੇ ਕਿਉਂ ਹਾਂ, ਜ਼ਿੰਦਗੀ ਜਿਉਣਾ ਅਸੰਭਵ ਹੈ। ਅਤੇ ਸਾਡਾ ਸਰੀਰ ਮਸ਼ੀਨ ਦੀ ਨਿਆਈ ਹੈ, ਇਸ ਦੀ ਅਸੀਂ ਸੁਚੱਜੀ ਦੇਖਭਾਲ ਕਰਨੀ ਹੈ। ਸ਼ੁਭ ਇਛਾਵਾਂ। ਧੰਨਵਾਦ। ਹਰਜੀਤ ਬਮਰਾ।